ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅੱਜ ਦਾ ਜਿਹੜਾ ਵਿਸ਼ਾ ਹੈ ਆਪਾਂ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਪਿਛਲੀ ਵੀਡੀਓ ਦੇ ਉੱਤੇ ਆਪਾਂ ਐਂਡ ਕੀਤਾ ਸੀ, ਯਾਨੀ ਕਿ ਬਿਮਾਰੀਆਂ ਤੀਵਰ ਰੋਗ ਜਿਹੜੇ ਨੇ ਉਹ ਸਾਡੇ ਦੋਸਤ ਨੇ, ਦੁਸ਼ਮਣ ਨਹੀਂ ਹੈ। ਡਾਕਟਰ ਸਾਹਿਬ ਨੇ ਪਿਛਲੇ ਐਪੀਸੋਡ ਦੇ ਵਿੱਚ, ਪਿਛਲੇ ਜਿਹੜੀ ਵੀਡੀਓ ਦੇ ਵਿੱਚ ਸਾਨੂੰ ਇਹ ਸਮਝਾਇਆ ਸੀ ਵੀ ਕਿੱਦਾਂ ਛੋਟੇ ਛੋਟੇ ਰੋਗ ਜਿਹੜੇ ਨੇ ਉਹ ਬਾਡੀ ਇਨਵਾਈਟ ਕਰਦੀ ਆ ਵੀ ਆਓ ਤੇ ਮੇਰੀ ਇਮਿਊਨਿਟੀ ਨੂੰ ਵਧਾਓ, ਲੇਕਿਨ ਆਪਾਂ ਉਹਨਾਂ ਰੋਗਾਂ ਨੂੰ ਬੁਰੀ ਤਰ੍ਹਾਂ ਪੁੱਠੇ ਸਿੱਧੇ ਪੰਗੇ ਲੈ ਲੈ ਕੇ, ਦਵਾਈਆਂ ਪੁੱਠੀਆਂ ਖਾ ਕੇ, ਐਂਟੀਬਾਇਓਟਿਕ ਖਾ ਕੇ, ਹੋਰ ਪਤਾ ਨਹੀਂ ਕੀ ਕੀ ਕਰਕੇ ਉਹਨੂੰ ਆਪਾਂ ਗੜਬੜ ਕਰਕੇ ਤੇ ਉਹ ਰੋਗ ਦਾ ਕੁਝ ਹੋਰ ਹੀ ਬਣਾ ਲੈਂਦੇ ਹਾਂ, ਜਦ ਕਿ ਉਹ ਰੋਗ ਜਿਹੜੇ ਨੇ ਉਹ ਆਉਣੇ ਜ਼ਰੂਰੀ ਹੁੰਦੇ ਨੇ, ਬਾਡੀ ਖੁਦ ਬੁਲਾਉਂਦੀ। ਅੱਜ ਆਪਾਂ ਡਾਕਟਰ ਸਾਹਿਬ ਤੋਂ ਜਾਣਦੇ ਹਾਂ ਵੀ ਜੇ ਰੋਗ ਉਹ ਆਪਣੇ ਦੋਸਤ ਨੇ ਤੇ ਫਿਰ ਉਹ ਬਾਅਦ ਚ ਭਿਅੰਕਰ ਰੂਪ ਧਾਰਨ ਕਿਉਂ ਕਰ ਦਿੰਦੇ ਨੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ। ਡਾਕਟਰ ਸਾਹਿਬ ਇਹ ਸਵਾਲ ਮੇਰੇ ਦਿਮਾਗ 'ਚ ਵੀ ਸੀਗਾ ਕਿ ਦਰਸ਼ਕਾਂ ਨੇ ਵੀ, ਕਈਆਂ ਨੇ ਵਿੱਚੋਂ ਮੈਨੂੰ ਫੋਨ ਦੇ ਉੱਤੇ ਵੀ ਗੱਲ ਕੀਤੀ ਹੈਗੀ ਹੈ ਕਿ ਜੇਕਰ ਰੋਗ ਦੋਸਤ ਨੇ, ਡਾਕਟਰ ਸਾਹਿਬ ਆਪ ਕਹਿ ਰਹੇ ਨੇ ਵੀ ਇਨਵਾਈਟ ਕਰਦੀ ਹੈ ਬਾਡੀ, ਤੇ ਜੇ ਬਾਡੀ ਇਨਵਾਈਟ ਕਰ ਰਹੀ ਹੈ ਕਿਸੇ ਰੋਗ ਨੂੰ ਤੇ ਫਿਰ ਉਹ ਤਾਂ ਰੋਗ ਭਿਅੰਕਰ ਰੂਪ ਧਾਰਨ ਕਰਦਾ। ਇਹਦਾ ਮਤਲਬ ਬਾਡੀ ਦਾ ਕੋਈ ਅੰਦਰੋਂ ਸਿਸਟਮ, ਕੋਈ ਪੁਰਜਾ ਹਿੱਲ ਗਿਆ ਜਿਹੜਾ ਉਹਨੂੰ ਬੁਲਾ ਕੇ ਤੇ ਆਪ ਹੀ ਭਿਅੰਕਰ ਰੂਪ ਧਾਰਨ ਕਰਾ ਦਿੰਦੀ ਹੈ। ਕੁਲਵੰਤ ਜੀ, ਦੋ ਚੀਜ਼ਾਂ ਨੇ ਮੇਰੇ ਖਿਆਲ 'ਚ ਉਹ ਸਪਸ਼ਟ ਕਰਨੀਆਂ ਚਾਹੀਦੀਆਂ ਆਪਾਂ ਨੂੰ ਦੋਸਤਾਂ ਨਾਲ, ਕਿਉਂਕਿ ਇਹ ਸਪਸ਼ਟ ਕਰਨੀ ਇਸ ਕਰਕੇ ਜ਼ਰੂਰੀ ਨੇ ਕਿ ਜਿਹੜਾ ਪਿਛਲੇ 2 ਸਾਲ ਅਸੀਂ ਸੰਤਾਪ ਭੋਗਿਆ, 1.5-2 ਸਾਲ, ਉਹ ਸਿਰਫ ਇਸ ਕਰਕੇ ਭੋਗਿਆ ਕਿ ਅਸੀਂ ਬਿਮਾਰੀ ਨੂੰ ਸਮਝਣ ਲਈ ਸਾਡੇ ਕੋਲ ਜਿਹੜਾ ਆਮ ਲੋਕਾਂ ਕੋਲ ਨੌਲੇਜ ਹੈ ਉਹ ਬਹੁਤ ਨਾ ਕਾਫੀ ਹੈ, ਅਤੇ ਸਾਨੂੰ ਲੋਕਾਂ ਨੇ ਬੇਵਕੂਫ ਬਣਾਇਆ। ਜਿਹੜੇ ਵੈਸਟਰਨ ਇੰਟਰਸਟ ਸੀਗੇ, ਜਿਨ੍ਹਾਂ ਨੇ ਆਪਣੀ ਧੰਦੇਬਾਜ਼ੀ ਕਰਨੀ ਸੀ, ਜਿਨ੍ਹਾਂ ਨੇ ਆਪਣਾ ਉੱਲੂ ਸਿੱਧਾ ਕਰਨਾ ਸੀਗਾ, ਉਹਨੇ ਸਾਨੂੰ ਉੱਲੂ ਬਣਾਇਆ, ਬੇਵਕੂਫ ਬਣਾਇਆ, ਔਰ ਅਜੇ ਤੱਕ ਬਣਾਈ ਜਾ ਰਹੇ ਹਾਂ, ਔਰ ਅਜੇ ਕੋਈ ਆਸ ਨਹੀਂ ਭਵਿੱਖ 'ਚ ਵੀ ਉਹ ਬਣਾਉਣੋਂ ਹਟ ਜਾਣਗੇ। ਇਸ ਕਰਕੇ ਮੈਂ ਸਮਝਦਾ ਕਿ ਆਪਾਂ ਨੂੰ ਇਹ ਗੱਲ ਨੂੰ ਬੜਾ ਸਪਸ਼ਟ ਰੂਪ 'ਚ ਜਿਹੜੇ ਦੋਸਤ ਸਾਡੇ ਨਾਲ ਸਾਂਝਾ ਬੈਠੇ ਆ ਉਹਨਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੀਦੀ ਹੈ। ਦੋ ਚੀਜ਼ਾਂ ਨੇ ਉਹ। ਪਹਿਲੀ ਗੱਲ ਤਾਂ ਆਪਣਾ ਮਨੁੱਖ ਦਾ ਕੁਦਰਤ ਨਾਲ ਕੀ ਰਿਸ਼ਤਾ ਹੈ, ਮਨੁੱਖ ਦਾ ਬ੍ਰਹਿਮੰਡ ਨਾਲ ਕੀ ਰਿਸ਼ਤਾ ਹੈ, ਬ੍ਰਹਿਮੰਡ ਅਤੇ ਮਨੁੱਖ ਦਾ ਆਪਸ 'ਚ ਕੀ ਰਿਸ਼ਤਾ ਹੈ, ਬ੍ਰਹਿਮੰਡ 'ਚ ਕੌਣ ਸੁਪਰੀਮ ਹੈ, ਕੁਦਰਤ 'ਚ ਕੌਣ ਸੁਪਰੀਮ ਹੈ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਮੈਂ ਸਮਝਦਾ ਇੱਕ ਤਾਂ ਇਹ ਕਲੀਅਰ ਹੋਣੀ ਚਾਹੀਦੀ। ਦੂਜੀ ਗੱਲ ਇਹ ਕਲੀਅਰ ਹੋਣੀ ਚਾਹੀਦੀ ਕਿ ਜਿਹੜੇ ਸਾਡੇ ਸੂਖਸ਼ਮ ਜੀਵ ਨੇ, ਜਿਹਨੂੰ ਅਸੀਂ ਮਾਈਕਰੋਬਸ ਕਹਿੰਦੇ ਹਾਂ, ਬੈਕਟੀਰੀਆ ਦੇ ਵਾਇਰਸ ਕਹਿੰਦੇ ਹਾਂ, ਉਹਨਾਂ ਦਾ ਸਾਡੇ ਨਾਲ ਰਿਸ਼ਤਾ ਕੀ ਹੈ। ਤਾਂ ਮੇਰੇ ਖਿਆਲ 'ਚ ਇਸ ਵੀਡੀਓ 'ਚ ਆਪਾਂ ਦੋ ਗੱਲਾਂ ਕਲੀਅਰ ਕਰ ਦਈਏ। ਜੇ ਆਪਾਂ ਕਾਮਯਾਬ ਹੋ ਗਏ ਕਲੀਅਰ ਕਰਨ 'ਚ, ਤਾਂ ਮੈਂ ਸਮਝਦਾ ਕਿ ਅਸੀਂ ਬਹੁਤ ਵੱਡਾ ਕੰਮ ਕਰ ਲਾਂਗੇ, ਕਿਉਂਕਿ ਇਹ ਗੱਲ ਜਿਹੜੀ ਹੈ ਇਹ ਜੇ ਸਮਝ ਆ ਗਈ ਜਿਹਨੂੰ, ਤਾਂ ਕਿਸੇ ਬਿਮਾਰੀ ਜਿਹਨੂੰ ਭਿਅੰਕਰ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦਿੱਤੇ ਜਾਂਦੇ ਆ, ਕਦੀ ਕੋਈ ਨਾਂ ਦਿੰਦਾ, ਕਦੀ ਕੋਈ ਨਾਂ ਦੇ ਦਿੰਦੇ ਆ, ਕਦੀ ਡੈਲਟਾ, ਕਦੀ ਓਮੀਕਰੋਨ, ਕਦੀ ਕੋਈ ਕਰੋਨਾ, ਕਦੀ ਕੁਛ ਨਾ ਕੁਛ ਕਹੀ ਜਾਂਦੇ ਆ, ਤਾਂ ਕੋਈ ਉਲਝਣਗੇ ਨਹੀਂ ਫਿਰ ਉਹ, ਕਿਉਂਕਿ ਫਿਰ ਉਹਨੂੰ ਸਮਝ ਆ ਜਾਏਗੀ ਵੀ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਕੋਈ ਇੱਦਾਂ ਨਹੀਂ ਹੈ ਕਿ ਕੋਈ ਸਾਡੇ ਉੱਪਰ ਕਿਤੇ ਬਾਹਰੋਂ ਕਿਸੇ ਹੋਰ ਪਲੈਨਟ ਤੋਂ ਆ ਗਈਆਂ, ਜਾਂ ਕਿਸੇ ਨੇ ਸਾਡੇ ਉੱਪਰ ਠੋਸਤੀਆਂ, ਜਾਂ ਕੋਈ ਨਕਲੀ ਚੀਜ਼ ਨੇ, ਕਿਉਂਕਿ ਉਹ ਸਾਰਾ ਕੁਝ ਜਿਹੜਾ ਸਾਡੇ ਉੱਥੇ ਵਿਚਰ ਰਿਹਾ ਸਾਡੇ ਆਲੇ ਦੁਆਲੇ, ਉਹਦੇ ਵਿੱਚ ਹੀ ਨੇ ਉਹ। ਸੋ ਆਪਣਾ ਪਹਿਲੀ ਗੱਲ ਤਾਂ ਆਪਾਂ ਸ਼ੁਰੂ ਇੱਥੋਂ ਕਰਦੇ ਹਾਂ ਕਿ ਬ੍ਰਹਿਮੰਡ ਕੀ ਹੈ। ਦੇਖੋ, ਬ੍ਰਹਿਮੰਡ ਜਿਹੜਾ ਹੈ, ਬ੍ਰਹਿਮੰਡ ਦੇ ਵਿੱਚ ਆਪਾਂ ਜਿਹੜੀ ਸਾਡੀ ਗੁਰਬਾਣੀ ਦਾ ਆਪਾਂ ਲਈਏ ਜਾਂ ਉਪਨਿਸ਼ਦਾਂ ਦਾ ਲਈਏ, ਤਾਂ ਪੂਰੇ ਦਾ ਪੂਰਾ ਸਾਡੀ ਤਾਂ ਸੱਭਿਅਤਾ ਬੜੀ ਅਮੀਰ ਹੈ। ਸਾਨੂੰ ਤਾਂ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਬਹੁਤ ਗੱਲਾਂ ਬ੍ਰਹਿਮੰਡ ਬਾਰੇ ਸਮਝਾਈਆਂ, ਬਹੁਤ ਗੱਲਾਂ ਕੁਦਰਤ ਬਾਰੇ ਸਮਝਾਈਆਂ, ਬਹੁਤ ਗੱਲਾਂ ਮਨੁੱਖ ਦਾ ਅਤੇ ਕੁਦਰਤ ਦੇ ਰਿਸ਼ਤੇ ਬਾਰੇ ਸਮਝਾਈਆਂ, ਅਤੇ ਬਹੁਤ ਮਨੁੱਖ ਦੇ ਅਤੇ ਬ੍ਰਹਿਮੰਡ ਦੇ ਸਾਡੇ ਤਾਂ ਨਛੱਤਰਾਂ ਦੀ ਗੱਲ ਕਰਦੇ ਹਾਂ ਵੀ ਸਾਡੇ ਫਲਾਣੇ ਨਛੱਤਰ ਨਾਲ ਕਿਵੇਂ ਸਾਡਾ ਰਿਸ਼ਤਾ, ਤਾਂ ਉਹ ਸਾਰਾ ਕਿਤੇ ਨਾ ਕਿਤੇ ਉਹ ਵਿਗਿਆਨ ਸੀਗਾ। ਠੀਕ ਹੈ, ਉਹਦੀ ਸ਼ਬਦਾਵਲੀ ਧਾਰਮਿਕ ਸੀ, ਸਮਝਾਉਣ ਦਾ ਤਰੀਕਾ ਧਾਰਮਿਕ ਸੀਗਾ, ਲੇਕਿਨ ਉਹਦੇ ਅੰਦਰ ਬਹੁਤ ਗਹਿਰਾ ਵਿਗਿਆਨ ਸੀ। ਹੋਰ ਵੀ ਹੈ ਨਾ ਡਾਕਟਰ ਸਾਹਿਬ ਕਿ ਧਰਮ ਨੂੰ ਇਸ ਕਰਕੇ ਵੀ ਰਿਲੇਟ ਕਰ ਦਿੱਤਾ ਜਾਂਦਾ ਕਿਉਂਕਿ ਲੋਕ ਧਰਮ ਪ੍ਰਤੀ ਬੁਰੀ ਤਰ੍ਹਾਂ ਆਸਥਾ ਰੱਖੀ ਬੈਠੇ ਹੁੰਦੇ ਨੇ, ਬੜੀ ਨੇੜੇ ਆਸਥਾ ਹੋਣ, ਤੇ ਉਹਦੇ ਨਾਲ ਉਹਨੂੰ ਸਮਝਾਉਣਾ ਥੋੜਾ ਸੌਖਾ ਵੀ ਰਹਿੰਦਾ। ਪਰ ਧਰਮ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਵੀ ਹੈ ਨਾ ਕਿ ਜਿਨ੍ਹਾਂ ਨੇ ਧਰਮ ਨੂੰ ਮਿਸਯੂਜ਼ ਕਰਨਾ ਹੁੰਦਾ ਹੈ, ਸ਼ਾਸਕ ਹਮੇਸ਼ਾ ਮਿਸਯੂਜ਼ ਕਰਦੇ ਰਹੇ ਆ। ਤੁਸੀਂ ਸਾਰਾ ਇਤਿਹਾਸ ਦੇਖ ਲਓ ਕਿ ਜਿਨ੍ਹਾਂ ਲੋਕਾਂ ਨੇ ਰਾਜ ਕਰਨਾ ਹੈ, ਲੋਕਾਂ ਦੀ ਮਿਹਨਤ ਮੁਸ਼ੱਕਤ ਦੀ ਕਮਾਈ ਲੁੱਟਣੀ ਹੈ ਅਤੇ ਉਹਦੇ 'ਚੋਂ ਆਪ ਅਮੀਰ ਹੋਣਾ ਹੈ, ਉਹ ਸਾਰੇ ਸ਼ਾਸਕ ਜਿਹੜੇ ਰਹੇ ਆ ਹਜ਼ਾਰਾਂ ਸਾਲ ਤੋਂ, ਉਹ ਧਰਮ ਦਾ ਬਹੁਤ ਬੁਰੀ ਤਰ੍ਹਾਂ ਦੁਰ ਇਸਤੇਮਾਲ ਦੁਰਉਪਯੋਗ ਕਰਦੇ ਰਹੇ ਆ, ਅਤੇ ਹੁਣ ਵੀ ਹੋ ਰਿਹਾ, ਹੁਣ ਵੀ ਆਪਾਂ ਦੇਖਦੇ ਹਾਂ ਰਾਜ। ਤਾਂ
ਤੋ ਇਸ ਦੁਰਉਪਯੋਗ ਤੋਂ ਬਚਣ ਵਾਸਤੇ ਬਹੁਤ ਸਾਰੇ ਸਾਡੇ ਦੋਸਤ ਜਿਹੜੇ ਨੇ ਤਰਕਸ਼ੀਲ ਨੇ ਜਾਂ ਕਮਿਊਨਿਸਟ ਨੇ, ਉਹ ਧਰਮ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ। ਉਹ ਵੀ ਕਿਤੇ ਨਾ ਕਿਤੇ ਉਹ ਸਿਰਫ ਇਸ ਕਰਕੇ ਹੁੰਦੀਆਂ ਨੇ ਕਿ ਧਰਮ ਦਾ ਦੁਰਉਪਯੋਗ ਜਿਹੜਾ ਹੋ ਰਿਹਾ, ਧਰਮ ਦੇ ਨਾਂ 'ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਧਰਮ ਦੇ ਨਾਂ 'ਤੇ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ, ਧਰਮ ਦੇ ਲੋਕਾਂ ਦੇ ਨਾਂ 'ਤੇ ਲੋਕਾਂ ਨੂੰ ਵੰਡਿਆ ਜਾ ਰਿਹਾ, ਉਹ ਇਸ ਕਰਕੇ ਉਹ ਧਰਮ ਦੇ ਹੀ ਖਿਲਾਫ ਹੋ ਜਾਂਦੇ ਆ। ਅਸਲ 'ਚ ਧਰਮ ਜਿਹੜਾ ਹੁੰਦਾ ਸੀ, ਤੇ ਜਿਹੜੇ ਸਾਰੇ ਧਾਰਮਿਕ ਆਗੂ ਸੀਗੇ, ਉਹ ਕਿਸੇ ਨਾ ਕਿਸੇ ਫਾਰਮ 'ਚ ਸਾਇੰਟਿਸਟ ਸੀਗੇ। ਹੁਣ ਆਪਾਂ ਬਾਬੇ ਨਾਨਕ ਦੀ ਗੁਰਬਾਣੀ ਪੜ੍ਹ ਲਓ, ਉਹਨੂੰ ਕਿਤੇ ਕਹਿ ਸਕਦੇ ਵੀ ਉਹ ਤਰਕਸ਼ੀਲ ਨਹੀਂ ਹੈਗਾ। ਲੱਖ ਆਗਾਸਾਂ ਆਗਾਸ, ਲੱਖ ਪਤਾਲਾਂ ਪਤਾਲ, ਇਸ ਤੋਂ ਵੱਡੀ ਸਾਇੰਸ ਕੀ ਹੋ ਸਾਰੀ ਗੁਰਬਾਣੀ ਜਿਹੜੀ ਹੈ ਤਰਕ ਤੇ ਖੜੀ ਹੈ, ਔਰ ਪੂਰੀ ਤਰਕਸ਼ੀਲਤਾ ਉਹਦੇ ਅੰਦਰ। ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤਰਕਹੀਣ ਹੈ ਉਹ। ਇਸ ਕਰਕੇ ਮੈਂ ਸਮਝਦਾ ਕਿ ਧਰਮ ਜਿਹੜਾ ਹੈ ਉਹ ਸੱਚ ਦੀ ਖੋਜ ਹੈ, ਉਹ ਆਪਣੀ ਕਿਸਮ ਦੀ ਖੋਜ ਹੈ। ਜਿਹੜਾ ਅੱਜ ਦਾ ਮਾਡਰਨ ਵਿਗਿਆਨ ਉਹ ਆਪਣੀ ਕਿਸਮ ਦੀ ਖੋਜ ਹੈ, ਤੇ ਦੋਨਾਂ ਦਾ ਕਿਤੇ ਨਾ ਕਿਤੇ ਸਿੰਥਸਿਸ ਹੋਣਾ ਚਾਹੀਦਾ, ਦੋਨਾਂ ਦਾ ਆਪਸ ਵਿੱਚ ਸੁਮੇਲ ਹੋਣਾ ਚਾਹੀਦਾ, ਔਰ ਬਹੁਤ ਬਿਊਟੀਫੁਲ ਸੁਮੇਲ ਬਣਦਾ ਹੁੰਦਾ। ਉਹ ਜਿਹੜਾ ਹੈ ਕਿਤੇ ਨਾ ਕਿਤੇ ਆਪਾਂ ਜੀ ਗੱਲ ਕਰ ਰਹੇ ਸੀ ਕਿ ਜਿਹੜਾ ਬ੍ਰਹਿਮੰਡ ਹੈ ਉਹਦੇ ਅੰਦਰ ਸੁਪਰੀਮ ਕੀ ਹੈ? ਸੁਪਰੀਮ ਹੈ ਆਕਾਸ਼, ਊਰਜਾ ਦਾ ਭਰਿਆ ਹੋਇਆ ਆਕਾਸ਼। ਉਹ ਅੰਤਹੀਨ ਹੈ, ਅਮਰ ਹੈ, ਅਜ਼ਰ ਹੈ, ਕੋਈ ਉਹਦਾ ਨਾ ਉਹਦਾ ਜਨਮ ਹੈ, ਨਾ ਉਹਦੀ ਕੋਈ ਮੌਤ ਹੈ, ਨਾ ਉਹਦਾ ਕੋਈ ਸ਼ੁਰੂਆਤ ਹੈ, ਨਾ ਉਹਦਾ ਕੋਈ ਖਤਮ ਹੈ। ਉਹ ਸਾਰਾ ਗੁਰਬਾਣੀ ਜਿਹੜੀ ਵਰਣਨ ਹੈ ਸਾਰਾ, ਤਾਂ ਉਹ ਕਿਤੇ ਨਾ ਕਿਤੇ ਉਹ ਹੈ ਪਰਮਾਤਮਾ ਖੁਦ। ਉਹਨੂੰ ਧਰਮ ਨੇ ਪਰਮਾਤਮਾ ਕਿਹਾ। ਜਿਹੜਾ ਊਰਜਾ ਨਾਲ ਭਰਿਆ ਹੋਇਆ ਆਕਾਸ਼ ਹੈ ਉਹ ਸ਼ੁੱਧ ਪਰਮਾਤਮਾ ਹੈ, ਯਾਨੀ ਕਿ ਪਦਾਰਥ ਉਹਦੇ ਵਿੱਚੋਂ ਨਿਕਲਦਾ। ਫਿਰ ਉਸ ਤੋਂ ਬਾਅਦ ਜਿਹੜੇ ਨੇ ਉਹ ਤਾਰੇ ਨੇ, ਗਲੈਕਸੀਆਂ ਨੇ, ਤਾਰਾ ਮੰਡਲ ਜਿਹਨੂੰ ਆਪਾਂ ਕਹਿੰਦੇ ਹਾਂ। ਜਿਹੜਾ ਸਾਡਾ ਤਾਰਾ ਮੰਡਲ ਹੈ ਆਕਾਸ਼ ਗੰਗਾ, ਉਹਦੇ ਅੰਦਰ ਫਿਰ ਕਰੋੜਾਂ ਕਰੋੜ ਤਾਰੇ ਨੇ। ਪਹਿਲਾਂ ਤਾਂ ਕਰੋੜਾਂ ਕਰੋੜ ਗਲੈਕਸੀਆਂ ਨੇ, ਕਰੋੜਾਂ ਕਰੋੜ ਜਿਹੜੇ ਤਾਰਾ ਮੰਡਲ ਨੇ, ਫਿਰ ਇੱਕ ਇੱਕ ਤਾਰਾ ਮੰਡਲ 'ਚ ਕਰੋੜਾਂ ਕਰੋੜ ਤਾਰੇ ਨੇ, ਫਿਰ ਹਰ ਤਾਰੇ ਦੀਆਂ ਆਪੋ ਆਪਣੀਆਂ ਧਰਤੀਆਂ ਨੇ। ਤੁਸੀਂ ਦੇਖੋ ਕਿੰਨਾ ਵੱਡਾ ਬ੍ਰਹਿਮੰਡ ਹੈ। ਉਸ ਬ੍ਰਹਿਮੰਡ ਦੇ ਵਿੱਚ ਅਸੀਂ ਕੀ ਹਾਂ? ਅਸੀਂ ਇੱਕ ਤਾਰੇ ਦੀ ਧਰਤੀ ਹਾਂ। ਸੂਰਜ ਸਾਡਾ ਤਾਰਾ ਹੈ, ਤੇ ਸੂਰਜ ਦੀ ਅਸੀਂ ਧਰਤੀ ਹਾਂ। 8-9 ਧਰਤੀਆਂ 'ਚੋਂ ਅਸੀਂ ਇੱਕ ਧਰਤੀ ਹਾਂ ਉਹਦੀ। ਤਾਂ ਇਹ ਜਿਹੜਾ ਵਰਤਾਰਾ ਹੈ ਕਿ ਊਰਜਾ ਨਾਲ ਭਰਿਆ ਹੋਇਆ ਆਕਾਸ਼, ਉਹਦਾ ਸੂਰਜ ਨਾਲ ਕੀ ਰਿਸ਼ਤਾ? ਫਿਰ ਸੂਰਜ ਦਾ ਧਰਤੀ ਦੇ ਵਸਦੀ ਕੁਦਰਤ ਨਾਲ ਕੀ ਰਿਸ਼ਤਾ? ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨੂੰ ਆਪਾਂ ਬਹੁਤ ਵਿਸਥਾਰ 'ਚ ਨਹੀਂ ਜਾਂਦੇ, ਕਿਉਂਕਿ ਫਿਰ ਨਹੀਂ ਤਾਂ ਉੱਥੇ ਬਹੁਤ ਲੰਬੀ ਹੋ ਜਾਏਗੀ ਗੱਲ। ਤਾਂ ਉਹ ਜਿਹੜਾ ਊਰਜਾ ਨਾਲ ਭਰਿਆ ਹੋਇਆ ਆਕਾਸ਼ ਹੈ, ਜਿਹੜਾ ਕਿ ਅਦਿੱਖ ਹੈ। ਅਦਿੱਖ ਕਿਉਂ ਹੈ? ਕਿਉਂਕਿ ਪਦਾਰਥ ਨਹੀਂ ਹੈ, ਉਹ ਊਰਜਾ ਹੈ। ਦਿਖਣ ਵਾਲੀ ਚੀਜ਼ ਉਹ ਹੁੰਦੀ ਹੈ ਜਿਹੜੀ ਕਿ ਪਾਰਟੀਕਲ ਦੀ ਸ਼ਕਲ ਲੈ ਗਈ, ਖੜ ਗਈ, ਕਣ ਬਣ ਗਈ। ਕਣ ਬਣਨਾ ਬਹੁਤ ਜ਼ਰੂਰੀ ਹੈ। ਕਣ ਬਣੇ ਬਿਨਾਂ ਤੁਸੀਂ ਇਹਨੂੰ ਦੇਖ ਨਹੀਂ ਸਕਦੇ, ਕਿਉਂ ਕਣ ਰੁਕ ਜਾਂਦਾ। ਊਰਜਾ ਰੁਕਦੀ ਨਹੀਂ ਹੈ, ਊਰਜਾ ਪੈਕਟਸ 'ਚ ਹੈ। ਊਰਜਾ ਦੇ ਪੈਕਟਸ ਹੁੰਦੇ ਆ, ਉਹਨੂੰ ਕੁਆਂਟਮ ਕਹਿੰਦੇ ਆ। ਕੁਆਂਟਾ ਮਤਲਬ ਹੁੰਦਾ ਕਿ ਪੈਕਟ ਆਫ એનર્ਜੀ। ਉਹ ਲਗਾਤਾਰ ਮੂਵ ਕਰਦੀ ਹੈ, ਮੋਸ਼ਨ 'ਚ ਰਹਿੰਦੀ ਹੈ। ਉਹ ਇੰਨੀ ਰੁਕਦੀ ਹੋਈ ਨਹੀਂ ਕਿ ਸਾਡੀ ਅੱਖ ਨੂੰ ਪਕੜ ਸਕੇ। ਸੋ ਕਦੀ ਵੀ ਵਿਜ਼ੀਬਲ ਨਹੀਂ ਹੋਏਗੀ, ਉਹ ਤੁਸੀਂ ਦੇਖ ਨਹੀਂ ਸਕਦੇ ਉਹਨੂੰ ਸਿਰਫ ਮਹਿਸੂਸ ਕਰ ਸਕਦੇ ਹੋ। ਅੱਜ ਸਾਇੰਸ ਨੇ ਉਹਨੂੰ ਮਿਲਣ ਦੇ ਯੰਤਰ ਬਣਾ ਲਏ ਆ, ਲੇਕਿਨ ਉਹਨੂੰ ਤੁਸੀਂ ਦੇਖ ਨਹੀਂ ਸਕਦੇ, ਮਨੁੱਖ ਦੀ ਅੱਖ ਨੂੰ ਦੇਖ ਨਹੀਂ ਸਕਦੇ। ਉਹ ਜਿਹੜਾ ਅਦਿੱਖ ਹੈ, ਉਹ ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ। ਉਹਨੂੰ ਧਰਮ ਨੇ ਪਰਮਾਤਮਾ ਕਿਹਾ। ਅੱਡ ਅੱਡ ਧਰਮਾਂ ਨੇ ਅਲੱਗ-ਅਲੱਗ ਨਾਂ ਦਿੱਤੇ ਆ। ਉਹਦਾ ਸੂਰਜ ਨਾਲ ਕੀ ਰਿਸ਼ਤਾ? ਕਿ ਸੂਰਜ ਉਸ ਆਕਾਸ਼ ਦਾ ਇੱਕ ਪਦਾਰਥ ਰੂਪ ਹੈ। ਹੁਣ ਸੂਰਜ ਨੂੰ ਤੁਸੀਂ ਪਦਾਰਥ ਕਹੋਗੇ ਕਿ ਊਰਜਾ ਕਹੋਗੇ? ਉਹ ਵਿੱਚ ਵਿਚਾਲਾ ਜਿਹਾ। ਉਹ ਪਦਾਰਥ ਹੈ ਪਰ ਊਰਜਾ ਦਾ ਸਰੋਤ ਹੈ। ਊਰਜਾ ਉੱਤੋਂ ਨਿਕਲ ਕੇ ਸਾਡੀ ਧਰਤੀ ਤੱਕ ਆ ਰਹੀ ਕਿਸੇ ਖਾਸ ਸ਼ਕਲ 'ਚ। ਉਹ ਕੀ ਸ਼ਕਲ ਹੈ? ਰੋਸ਼ਨੀ ਹੈ, ਲਾਈਟ ਹੈ। ਔਰ ਲਾਈਟ ਦੇ ਅੱਗੇ ਗੁਣ ਨੇ। ਤਾਂ ਉਹ ਜਿਹੜਾ ਸੂਰਜ ਹੈ ਉਹ ਊਰਜਾ ਕਿੱਥੋਂ ਲੈ ਰਿਹਾ? ਉਹ ਬਣਿਆ ਵੀ ਉਸੇ ਆਕਾਸ਼ ਤੋਂ, ਜਿਹਨੂੰ ਪਰਮਾਤਮਾ ਕਿਹਾ ਜਾਂਦਾ ਹੈ। ਆਕਾਸ਼ ਦਾ ਹੀ ਬਣਿਆ ਹੋਇਆ। ਜਦੋਂ ਉਹ ਊਰਜਾ ਗੁਲਾਈ 'ਚ ਘੁੰਮਣ ਲੱਗ ਗਈ, ਗੋਲ ਗੋਲ ਘੁੰਮਣ ਲੱਗੀ, ਤਾਂ ਉਹ ਇਕੱਠੀ ਹੋਣੀ ਸ਼ੁਰੂ ਹੋ ਗਈ, ਕੰਡੈਂਸ ਹੋਣੀ ਸ਼ੁਰੂ ਹੋ ਗਈ, ਉਹ ਗਾੜੀ ਹੋਣੀ ਸ਼ੁਰੂ ਹੋ ਗਈ, ਤਾਂ ਉਹ ਇੱਕ ਸੂਰਜ ਦੀ ਸ਼ਕਲ ਲੈ ਗਈ। ਫਿਰ ਉਹ ਸੂਰਜ ਦੇ ਵਿੱਚ ਜਿਹੜਾ ਜਦੋਂ ਇਕੱਠੀ ਹੋਈ, ਉਹਦੇ ਅੰਦਰ ਇੰਨੀ ਊਰਜਾ ਤੀਬਰ ਹੋ ਗਈ ਕਿ ਉਹਦੇ ਅੰਦਰ ਉਹ ਨਿਊਕਲੀਅਰ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ। ਜਿਹੜੇ ਨਿਊਕਲੀਅਰ ਰਿਐਕਸ਼ਨ ਹੁੰਦੇ ਜਿਹਦੇ ਨਾਲ ਕਿ ਹੀਟ ਪੈਦਾ ਹੁੰਦੀ ਹੈ, ਲਾਈਟ ਪੈਦਾ ਹੁੰਦੀ ਹੈ। ਤਾਂ ਉਹ ਹੁਣ ਹੀਟ ਲਾਈਟ ਪੈਦਾ ਹੋ ਰਹੀ ਹੈ, ਲੇਕਿਨ ਉਹ ਹੀਟ ਲਾਈਟ ਦਾ ਫਿਊਲ ਜਿਹੜਾ ਉਹ ਫਿਰ ਉੱਥੋਂ ਹੀ ਆ ਰਿਹਾ। ਜਿਹੜਾ ਆਕਾਸ਼ ਊਰਜਾ ਨਾਲ ਭਰਿਆ ਹੋਇਆ, ਉੱਥੋਂ ਲੈ ਲੈਂਦਾ, ਉਹਨੂੰ ਦੇ ਦਿੰਦਾ, ਉੱਥੋਂ ਲੈ ਲੈਂਦਾ, ਹੋਰ ਦੇ ਦਿੰਦਾ। ਤਾਂ ਉਹਦੇ ਨਾਲ ਉਹਦਾ ਇੱਕ ਲੈਣ ਦੇਣ ਦਾ ਰਿਸ਼ਤਾ ਬਣ ਗਿਆ ਸੂਰਜ ਨਾਲ। ਹੁਣ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਉਸ ਆਕਾਸ਼ ਦੀ, ਉਸ ਪਰਮਾਤਮਾ ਦੀ ਊਰਜਾ ਦਾ ਇੱਕ ਰੂਪ ਹੈ ਸੂਰਜ ਦੀ ਰੋਸ਼ਨੀ। ਉਹ ਸੂਰਜ ਦੀ ਰੋਸ਼ਨੀ ਉਹ ਧਰਤੀ 'ਤੇ ਆਉਂਦੀ ਹੈ, ਫਿਰ ਕੀ ਕਰਦੀ ਆ? ਉਹ ਆਪਣੇ ਸਾਹਮਣੇ ਹੈ। ਇਹ ਸਾਰੀ ਦੀ ਸਾਰੀ ਧਰਤੀ ਦੇ ਉੱਪਰ ਜੋ ਕੁਛ ਹੈਗਾ, ਧਰਤੀ ਵੀ ਉੱਦਾਂ ਹੀ ਬਣੀ ਜਿੱਦਾਂ ਸੂਰਜ ਬਣਿਆ, ਲੇਕਿਨ ਧਰਤੀ ਸੂਰਜ ਤੋਂ ਵਰਗੀ ਨਹੀਂ ਬਣੀ।
ਉਹ ਇੱਕ ਠੋਸ ਸ਼ਕਲ ਲੈ ਗਈ ਤੇ ਉਹਦੇ ਅੰਦਰ ਜਿਹੜਾ ਜੋ ਤਾਪ ਪੈਦਾ ਕਰਨ ਦੀ ਸ਼ਕਤੀ ਸੀ ਉਹ ਖਤਮ ਹੋ ਗਈ। ਉਹ ਸੂਰਜ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰਤਾ ਉਹਨੇ। ਸੂਰਜ ਤੇ ਡਿਪੈਂਡੈਂਟ ਹੋ ਗਈ ਉਹ ਆਪਣੀ ਊਰਜਾ ਵਾਸਤੇ ਸੂਰਜ ਤੇ ਨਿਰਭਰ ਹੋ ਗਈ। ਜਿਸ ਤਰ੍ਹਾਂ ਸੂਰਜ ਜਿਹੜਾ ਹੈ ਉਹ ਆਕਾਸ਼ ਤੋਂ ਊਰਜਾ ਲੈ ਰਿਹਾ ਤਾਂ ਧਰਤੀ ਸੂਰਜ ਤੋਂ ਊਰਜਾ ਲੈ ਰਹੀ ਹੈ। ਉਹ ਊਰਜਾ ਫਿਰ ਸਾਡੇ ਤੱਕ ਕਿਵੇਂ ਪਹੁੰਚਦੀ ਹੈ? ਪੌਦਿਆਂ ਰਾਹੀਂ ਪਹੁੰਚਦੀ ਹੈ। ਪੌਦੇ ਉਸ ਊਰਜਾ ਨੂੰ ਕੈਚ ਕਰਦੇ ਆ, ਉਹਦੇ 'ਚੋਂ ਫੂਡ ਬਣਾਉਂਦੇ ਆ ਜਾਂ ਹੋਰ ਸਾਡੀ ਵਰਤੋਂ ਦੀ ਚੀਜ਼ਾਂ ਬਣਾਉਂਦੇ ਆ। ਕੋਈ ਕਾਟਨ ਬਣਾ ਰਿਹਾ, ਕੋਈ ਕੁਛ ਬਣਾ ਰਿਹਾ, ਕੋਈ ਦਵਾ ਪੌਦੇ ਨੇ, ਕੁਛ ਨੇ ਭਾਂਤ ਦੇ, ਲੇਕਿਨ ਅਲਟੀਮੇਟਲੀ ਉਹਦੀ ਸੋਰਸ ਕੀ ਹੈ? ਸੂਰਜ। ਸੂਰਜ ਤੋਂ ਬਿਨਾਂ ਇਸ ਧਰਤੀ ਦੇ ਉੱਪਰ ਕੋਈ ਜੀਵਨ ਸੰਭਵ ਨਹੀਂ ਹੈ। ਹਰ ਕਿਸਮ ਦੇ ਜੀਵਨ ਦਾ ਜਿਹੜਾ ਸਰੋਤ ਹੈ ਉਹ ਸੂਰਜ ਹੈ। ਤੇ ਸੂਰਜ ਤੋਂ ਅੱਗੇ ਫਿਰ ਮਤਲਬ ਪੌਦੇ ਆਏ, ਪੌਦਿਆਂ ਤੋਂ ਅੱਗੇ ਪੌਦਿਆਂ ਨੇ ਭੋਜਨ ਬਣਾਇਆ, ਭੋਜਨ ਫਿਰ ਬਾਕੀ ਜੀਵਾਂ ਨੇ ਖਾਇਆ, ਅੱਗੇ ਦੇ ਅੱਗੇ ਉਹ ਚੇਨ ਸ਼ੁਰੂ ਹੋ ਗਈ। ਤਾਂ ਇੱਕ ਤਾਂ ਇਹ ਰਿਸ਼ਤਾ ਸਾਡਾ ਪੂਰੇ ਦਾ ਪੂਰਾ। ਹੁਣ ਧਰਤੀ ਦੇ ਉੱਪਰ ਜੇ ਆਪਾਂ ਆ ਜਾਈਏ ਤਾਂ ਧਰਤੀ ਦੇ ਉੱਪਰ ਜਦੋਂ ਸੂਰਜ ਦੇ ਉੱਪਰ ਨਿਰਭਰ ਹੈ, ਇਹ ਜਿਹੜੀ ਧਰਤੀ ਦੀ ਹੋਂਦ ਹੈ ਤੇ ਧਰਤੀ ਦੇ ਉੱਪਰ ਜਿਹੜੀ ਵਸਦੀ ਕੁਦਰਤ ਹੈ ਉਹ ਸੂਰਜ ਤੇ ਨਿਰਭਰ ਹੈ ਤੇ ਇਨਡਾਇਰੈਕਟਲੀ ਉਹ ਉਸ ਬ੍ਰਹਿਮੰਡੀ ਊਰਜਾ ਤੇ ਨਿਰਭਰ ਹੈ। ਤਾਂ ਉਹ ਜਿਹੜਾ ਉਹਦੇ 'ਚ ਜਿਹੜਾ ਰਿਸ਼ਤਾ ਬਣਿਆ ਸਾਡਾ ਉਹ ਸੂਰਜ ਨਾਲ ਬਣਿਆ ਤੇ ਸੂਰਜ ਤੋਂ ਅੱਗੇ ਦਰਖਤਾਂ ਨਾਲ ਬਣਿਆ ਤੇ ਦਰਖਤਾਂ ਤੋਂ ਅੱਗੇ ਬਾਕੀ ਜੀਵਾਂ ਦਾ ਬਣਿਆ। ਤੇ ਬਾਕੀ ਜੀਵਾਂ 'ਚੋਂ ਵੀ ਸਭ ਤੋਂ ਪਹਿਲਾਂ ਕੌਣ ਆਇਆ? ਸੂਖਸ਼ਮ ਜੀਵ ਆਏ, ਜਿਹਨੂੰ ਅਸੀਂ ਕਹਿੰਦੇ ਬੈਕਟੀਰੀਆ ਤੇ ਵਾਇਰਸ। ਉਸ ਤੋਂ ਬਾਅਦ ਬਾਕੀ ਜੀਵ ਫਿਰ ਬਾਅਦ 'ਚ ਪੈਦਾ ਹੋਏ। ਹੁਣ ਇੱਕ ਤਾਂ ਇਹ ਗੱਲ ਜਿਹੜੀ ਹੈ, ਇਹ ਰਿਸ਼ਤੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਰਿਸ਼ਤੇ 'ਚ ਅਸੀਂ ਬੱਝੇ ਹੋਏ ਹਾਂ। ਕਦੇ ਨਾਲ ਬੱਝੇ ਹੋਏ ਹਾਂ? ਲਾਜ਼ ਆਫ ਕਾਸਮੋਸ, ਕਾਸਮਿਕ ਲਾਜ਼। ਕੋਈ ਬ੍ਰਹਿਮੰਡ ਦੇ ਆਪਣੇ ਨਿਯਮ ਨੇ। ਜੋ ਉਹ ਊਰਜਾ ਹੈ, ਊਰਜਾ ਭਰਿਆ ਆਕਾਸ਼ ਹੈ ਜਾਂ ਸੂਰਜ ਹੈ ਜਾਂ ਸੂਰਜ ਦੇ ਨਾਲ ਜੁੜੀਆਂ ਹੋਈਆਂ ਧਰਤੀਆਂ ਨੇ, ਉਹਦਾ ਆਪਸ 'ਚ ਕਿਵੇਂ ਜੁੜੀਆਂ ਹੋਈਆਂ ਨੇ? ਇੱਕ ਲਾਅ ਨਾਲ ਜੁੜੀਆਂ ਹੋਈਆਂ ਨੇ। ਇੱਕ ਗ੍ਰੈਵੀਟੇਸ਼ਨ ਹੈ, ਉਹਨਾਂ 'ਚ ਆਪਸ 'ਚ ਖਿੱਚ ਹੈ। ਇੱਕ ਜਿਹੜੀ ਆ ਉਹ ਘੁੰਮਦੀਆਂ ਨੇ, ਉਹ ਮੋਸ਼ਨ ਹੈ ਉਹਦੀ ਉਲਟ ਵਾਲੀ, ਗ੍ਰੈਵੀਟੇਸ਼ਨ ਦੇ ਉਲਟ ਵਾਲੀ, ਤਾਂ ਉਹ ਬੈਲੈਂਸ ਬਣ ਗਿਆ। ਤੁਸੀਂ ਸੋਚ ਕੇ ਦੇਖੋ ਨਾ, ਬੰਦਾ ਆਸ਼ਾਸ਼ ਕਰ ਉੱਠਦਾ ਕਿੱਡਾ ਵੱਡਾ ਸੂਰਜ ਹੈ। ਸੂਰਜ ਵਰਗੇ ਕਰੋੜਾਂ ਕਰੋੜ ਸੂਰਜ ਹੋਰ ਨੇ। ਫਿਰ ਸੂਰਜ ਦੇ ਅੱਗੇ ਕਿੰਨੀਆਂ ਧਰਤੀਆਂ ਨੇ, ਉਹ ਹਵਾ 'ਚ ਖਲਾ 'ਚ ਲਟਕ ਰਹੀਆਂ ਨੇ। ਕਿਵੇਂ ਲਟਕ ਰਹੀਆਂ ਨੇ? ਕੋਈ ਸ਼ਕਤੀ ਬੰਨ੍ਹ ਕੇ ਰੱਖੀ ਹੈ ਨਾ, ਐ ਤਾਂ ਨਹੀਂ ਲਟਕ ਸਕਦੀ। ਉਹ ਤਾਂ ਟਕਰਾ ਜਾਣਗੀਆਂ, ਆਪਸ 'ਚ ਟਕਰਾ ਜਾਣਗੀਆਂ ਜਾਂ ਗਿਰ ਜਾਣਗੀਆਂ ਜਾਂ ਕੁਛ ਸਕੈਟਰ ਹੋ ਜਾਣਗੀਆਂ। ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਤੇ ਇੱਕ ਸ਼ਕਲ ਦਿੱਤੀ ਹੋਈ ਹੈ। ਉਹ ਕਿਹਨੇ ਦਿੱਤੀ ਹੈ? ਉਸੇ ਕਾਸਮਿਕ ਊਰਜਾ ਨੇ। ਉਸ ਕਾਸਮਿਕ ਊਰਜਾ ਦੀਆਂ ਅਲੱਗ-ਅਲੱਗ ਸ਼ਕਲਾਂ ਨੇ। ਅਦਿੱਖ ਜਿਹਨੂੰ ਕਹਿੰਦੇ ਆ, ਉਹਦੇ ਅੰਦਰ ਬੌਂਡਸ ਨੇ, ਉਹਦੇ 'ਚ ਤੰਦਾਂ ਨੇ ਜਿਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਤੇ ਖਾਸ ਨਿਯਮਾਂ ਤਹਿਤ ਉਹ ਖਾਸ ਢੰਗ ਨਾਲ ਉਹ ਬ੍ਰਹਿਮੰਡ ਦੀ ਰਚਨਾ ਤੇ ਧਰਤੀ ਦੀ ਰਚਨਾ ਤੇ ਕੁਦਰਤ ਦੀ ਰਚਨਾ। ਉਹ ਜਿਹੜੇ ਸਾਡੇ ਕੰਮ ਦੀ ਗੱਲ ਜਿਹੜੀ ਹੈ ਉਹ ਦੋ ਚੀਜ਼ਾਂ ਨੇ। ਇੱਕ ਤਾਂ ਸੂਰਜੀ ਊਰਜਾ, ਜਿਹਦੇ ਉੱਪਰ ਅਸੀਂ ਨਿਰਭਰ ਹਾਂ। ਸੂਰਜ ਨੂੰ ਅਸੀਂ ਸੂਰਜ ਨੂੰ ਜਿਹਨੂੰ ਕਹਿੰਦੇ ਆ, ਬੜੇ ਕਈ ਵਾਰੀ ਸੂਰਜ ਦੀ ਪੂਜਾ ਕਰਦੇ ਸੀ ਪਹਿਲਾਂ। ਸਵੇਰੇ ਉੱਠਣ ਸਾਰ ਸੂਰਜ ਨੂੰ ਮੱਥਾ ਟੇਕਦੇ ਸੀਗੇ। ਅੱਜ ਜੇ ਕੋਈ ਟੇਕਦਾ ਹੋਵੇ ਤਾਂ ਉਹਨੂੰ ਕਹਿਣਗੇ ਬੜਾ ਬੈਕਵਰਡ ਹੈ। ਸੋ ਅੱਜ ਅਸੀਂ ਇਹੋ ਜਿਹਾ ਤਰਕ ਸਿੱਖ ਲਿਆ ਮਾਡਰਨ ਸਾਇੰਸ ਤੋਂ ਕਿ ਅਸੀਂ ਉਹ ਭੁੱਲ ਹੀ ਗਏ ਜਿਹੜੇ ਸਾਡੇ ਪੁਰਖੇ ਸੂਰਜ ਨੂੰ ਮੱਥਾ ਟੇਕਦੇ ਸੀ। ਕਿਉਂ ਟੇਕਦੇ ਸੀਗੇ? ਕਿਉਂ ਉਹਦਾ ਧੰਨਵਾਦ ਕਰਦੇ ਸੀਗੇ? ਤਾਂ ਕਿ ਉਹਦੇ ਨਾਲ ਕਮਿਊਨੀਕੇਸ਼ਨ, ਸਾਡੀ ਮੈਂਟਲ ਕਮਿਊਨੀਕੇਸ਼ਨ ਵੀ ਬਣੀ ਰਹੇ, ਇਮੋਸ਼ਨਲ ਕਮਿਊਨੀਕੇਸ਼ਨ ਵੀ ਰਹੇ, ਇੱਕ ਬੌਂਡ ਰਹੇ ਬਣਿਆ। ਉਹ ਬੌਂਡ ਹੀ ਤਾਂ ਨੈਚੁਰਲ ਲਾ ਹੈ। ਜਿਹੜਾ ਬੌਂਡ ਬਣਿਆ ਹੋਇਆ ਆਪਸ 'ਚ, ਉਸ ਬ੍ਰਹਿਮੰਡੀ ਊਰਜਾ ਤੋਂ ਲੈ ਕੇ ਸਾਡੇ ਮਨੁੱਖ ਤੱਕ ਦਾ ਅਨੇਕਾਂ ਬੌਂਡ 'ਚ ਅਸੀਂ ਬੰਨੇ ਹੋਏ ਹਾਂ। ਉਹਨੂੰ ਕਹਿੰਦੇ ਆ ਕਾਸਮਿਕ ਲਾਜ਼ ਜਾਂ ਨੈਚੁਰਲ ਲਾਜ਼। ਧਰਤੀ ਦੇ ਉੱਪਰ ਆ ਤਾਂ ਨੇਚਰ ਦੇ ਲਾਜ਼ ਨੇ, ਜੇ ਬ੍ਰਹਿਮੰਡ 'ਚ ਤਾਂ ਅਸੀਂ ਕਾਸਮਿਕ ਲਾਜ਼ ਨੇ। ਇੱਕ ਤਾਂ ਉਹ ਲਾਜ਼ ਹਮੇਸ਼ਾ ਆਪਰੇਟ ਕਰਦੇ ਰਹਿੰਦੇ ਆ। ਉਸ ਲਾਜ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਉਹਦੇ ਅੰਦਰ ਅੱਗੇ ਜਿਹੜੇ ਤੱਤ ਨੇ, 3 ਤੱਤ ਨੇ। ਫਿਰ ਇਹ ਤਾਂ ਊਰਜਾ ਨਾਲ ਭਰਿਆ ਆਕਾਸ਼, 2 ਤੱਤ ਹੋ ਗਏ ਨਾ, ਊਰਜਾ ਤੇ ਆਕਾਸ਼, 2 ਇਹ ਨੇ। 3 ਤੱਤ ਹੋਰ ਨੇ ਜਿਹੜੇ ਧਰਤੀ ਦੇ ਨਾਲ ਰਿਲੇਟਡ ਨੇ, ਕੁਦਰਤ ਨਾਲ ਰਿਲੇਟਡ ਨੇ। ਹੋ ਗਿਆ ਹਵਾ, ਪਾਣੀ ਤੇ ਮਿੱਟੀ। ਜੋ ਅਸੀਂ ਹਵਾ, ਪਾਣੀ, ਮਿੱਟੀ ਪੋਲਿਊਟ ਕਰਤੇ, ਜ਼ਹਿਰਾਂ ਨਾਲ ਭਰਤੇ, ਤੇ ਫਿਰ ਅਸੀਂ ਸੋਚ ਰਹੇ ਹਾਂ ਵੀ ਸਾਨੂੰ ਕੋਈ ਫਰਕ ਪੈਣਾ, ਭਰਤੇ ਤਾਂ ਭਰਤੇ, ਸਾਡੀ ਮਰਜ਼ੀ ਆ, ਜੋ ਮਰਜ਼ੀ ਕਰੋ। ਅੱਜ ਦਾ ਮਾਡਰਨ ਸਾਇੰਸ ਕੀ ਕਹਿੰਦਾ ਕਿ ਕੁਦਰਤ ਨਾਲ ਜੋ ਮਰਜ਼ੀ ਖਿਲਵਾੜ ਕਰੋ, ਕੋਈ ਫਰਕ ਨਹੀਂ ਪੈਂਦਾ। ਕਿੱਡੇ ਬੇਵਕੂਫਾਨਾ, ਕਿੱਡੀ ਚਾਈਲਡਿਸ਼, ਕਿੱਡੀ ਬਚਕਾਨਾ ਜਿਹੜੀ ਹੈ ਇਹ ਸੋਚ ਹੈ। ਇਹ ਸੋਚ ਲੈਣਾ ਕਿ ਅਸੀਂ ਜੋ ਮਰਜ਼ੀ ਜ਼ਹਿਰ ਹਵਾ 'ਚ ਪਾਈਏ, ਜੋ ਮਰਜ਼ੀ ਜ਼ਹਿਰ ਪਾਣੀ 'ਚ ਪਾਈਏ, ਜੋ ਮਰਜ਼ੀ ਜ਼ਹਿਰ ਮਿੱਟੀ 'ਚ ਪਾਈਏ, ਸਾਨੂੰ ਫਰਕ ਨਹੀਂ ਪੈਣਾ। ਤੇ ਕਿੱਡੀ ਬਚਕਾਨਾ ਗੱਲ ਹੈ। ਇੰਨੀ ਬਚਕਾਨਾ ਗੱਲ ਤੁਹਾਡੇ ਸਾਹਮਣੇ ਹੋ ਰਹੀ ਹੈ, ਹੋ ਨਹੀਂ ਰਹੀ, ਬਹੁਤ ਜ਼ਿਆਦਾ ਘਟੀਆ ਢੰਗ ਨਾਲ ਹੋ ਰਹੀ ਹੈ, ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ, ਥੋਕ 'ਚ ਹੋ ਰਹੀ, ਜਿਹਨੂੰ ਕਹਿੰਦੇ ਆ।
ਆਪਣੇ ਸਾਹਮਣੇ ਹਵਾ ਦੀ ਕੁਆਲਿਟੀ ਕੀ ਹੈ, ਪਾਣੀ ਦੀ ਕੁਆਲਿਟੀ ਕੀ ਹੈ, ਮਿੱਟੀ ਦੀ ਕੁਆਲਿਟੀ ਕੀ ਹੈ, ਅਤੇ ਉਸ ਉੱਥੋਂ ਪੈਦਾ ਹੋਣ ਵਾਲੇ ਭੋਜਨ ਦੀ ਕੁਆਲਿਟੀ ਕੁਦਰਤੀ ਗੱਲ ਉਹ ਵੀ ਉੱਦਾਂ ਦੀ ਹੋਏਗੀ। ਸੋ ਇੱਕ ਤਾਂ ਸਾਰੀ ਜੋ ਡਿਜ਼ੀਜ਼ ਪ੍ਰੋਸੈਸ ਹੈ ਉਹਦੇ 'ਚ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉਹਦੇ 'ਤੇ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ, ਔਰ ਉਹਦੇ ਲਈ ਲੜਨਾ ਬਹੁਤ ਜ਼ਰੂਰੀ ਹੈ ਕਿ ਭਾਈ ਜਿਹੜੇ ਲੋਕ ਤੁਸੀਂ ਹਵਾ ਖਰਾਬ ਕਰ ਰਹੇ ਹੋ, ਤੁਹਾਡਾ ਤੁਸੀਂ ਕੌਣ ਹੁੰਦੇ ਹਵਾ ਖਰਾਬ ਕਰਨ ਵਾਲੇ? ਹਵਾ ਤਾਂ ਸਾਰੀ ਮਨੁੱਖਤਾ ਦੀ ਸਾਂਝੀ ਹੈ, ਸਾਰੇ ਮਨੁੱਖਤਾ ਦੀ ਨਹੀਂ ਇਕੱਲੀ, ਪੂਰੇ ਪ੍ਰਾਣੀਆਂ ਦੀ ਸਾਂਝੀ ਹੈ। ਹਵਾ ਇਕੱਲੀ ਮਨੁੱਖਾਂ ਦੀ ਥੋੜ੍ਹਾ ਹੈ, ਹਵਾ ਸਾਡੇ ਕੀੜਿਆਂ ਮਕੌੜਿਆਂ ਕਿਰਲੀਆਂ ਡੱਡੂਆਂ ਮੱਛੀਆਂ ਗਧਿਆਂ ਘੋੜਿਆਂ ਦੀ ਸਭ ਦੀ ਸਾਂਝੀ ਹੈ। ਤਾਂ ਉਹਨਾਂ ਦਾ ਵੀ ਰਾਈਟ ਹੈ। ਜਿੰਨੀ ਇਸ ਧਰਤੀ ਦੇ ਉੱਪਰ ਹਵਾ ਹੈ ਉਹਦੇ ਉੱਪਰ ਸਭ ਦਾ ਹੱਕ ਹੈ ਨਾ, ਸੂਖਸ਼ਮ ਜੀਵਾਂ ਤੋਂ ਲੈ ਕੇ ਬੈਕਟੀਰੀਆ ਵਾਇਰਸ ਤੋਂ ਲੈ ਕੇ ਵੱਡੇ ਤੋਂ ਵੱਡੇ ਹਾਥੀ ਤੱਕ ਦਾ। ਇਸ ਕਰਕੇ ਹਵਾ ਨੂੰ ਪੋਲਿਊਟ ਕਰਨ ਦਾ ਤਾਂ ਕਿਸੇ ਨੂੰ ਕੋਈ ਹੱਕ ਨਹੀਂ ਹੈ, ਲੇਕਿਨ ਕਰ ਰਹੇ ਬੰਦੇ, ਔਰ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਹੈ। ਫਿਰ ਪਾਣੀ ਦਾ ਹਾਲ ਤਾਂ ਇਹੀ ਪਾਣੀ ਦਾ ਹੋ ਗਿਆ ਕਿ ਪਾਣੀ ਕਿੰਨਾ ਕੁ ਧਰਤੀ 'ਤੇ, ਵਰਤੋਂਯੋਗ ਪਾਣੀ ਕਿੰਨਾ ਕੁ ਹੈ? ਸਾਰਾ ਸਮੁੰਦਰ, ਬਾਕੀ ਦਾ ਸਮੁੰਦਰ ਹੈ, ਸਮੁੰਦਰ ਨੂੰ ਤੁਸੀਂ ਵਰਤ ਨਹੀਂ ਸਕਦੇ, ਖਾਰਾ ਬਹੁਤ ਹੈ। ਜਿਹੜਾ ਤਾਜ਼ਾ ਪਾਣੀ ਉਹਦੀ ਉਹ ਕਿੰਨਾ ਕੁ ਹੈ? ਉਹ 1% 2% ਹੈ ਸਾਰਾ। 1% 2% ਨੂੰ ਤੁਸੀਂ ਕਿੱਦਾਂ ਪੋਲਿਊਟ ਕੀਤਾ? ਜੋ ਤੁਸੀਂ ਕਾਰਖਾਨਿਆਂ ਰਾਹੀਂ ਅਤੇ ਫੈਸ਼ਨ ਰਾਹੀਂ ਅਤੇ ਕੋਲਡ ਡਰਿੰਕਾਂ ਰਾਹੀਂ ਅਤੇ ਫੂਡ ਇੰਡਸਟਰੀ ਰਾਹੀਂ ਅਤੇ ਪੈਸਟੀਸਾਈਡ ਬਣਾ ਕੇ ਅਤੇ ਇਨਸੈਕਟੀਸਾਈਡ ਬਣਾ ਕੇ ਅਤੇ ਖਾਦਾਂ ਬਣਾ ਕੇ ਅਤੇ ਰਿਫਾਈਨਰੀਆਂ ਲਾ ਕੇ ਤੁਸੀਂ ਸੱਤਿਆਨਾਸ਼ ਮਾਰ ਰੱਖਿਆ ਉਹਦਾ। ਉਹ ਇੱਕ ਫੈਕਟਰ ਹੈ। ਫਿਰ ਅੱਗੇ ਆ ਗਿਆ ਤੁਹਾਡੀ ਧਰਤੀ, ਖੇਤੀ ਤੁਸੀਂ ਕੀ ਕੀਤਾ? ਉਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਖੇਤੀ 'ਚ ਅਸੀਂ ਕਿਆ ਖਿਲਵਾੜ ਕੀਤਾ ਹੈ। ਜੋ ਅਸੀਂ ਕੈਮੀਕਲ ਖਾਦਾਂ ਲਿਆਏ, ਫਿਰ ਪੈਸਟੀਸਾਈਡ ਲਿਆਏ, ਫਿਰ ਹਰਬੀਸਾਈਡ ਲਿਆਏ, ਫਿਰ ਕੋਈ ਰਾਊਂਡ ਅਪ ਲਿਆਏ, ਫਿਰ ਸੁਆਹ ਖੇ ਜੋ ਮਰਜ਼ੀ ਪਾਈ ਜਾਓ, ਔਰ ਇਹ ਸੋਚੋ ਕਿ ਤੁਸੀਂ ਸਾਨੂੰ ਕੋਈ ਫਰਕ ਨਹੀਂ ਪੈਣਾ। ਫਿਰ ਅੱਗੇ ਫੂਡ ਇੰਡਸਟਰੀ ਨੇ ਜੋ ਕਰਦੀ ਹੈ ਉਹ ਉੱਥੇ ਵੀ ਬਸ ਨਹੀਂ ਕਰਦੇ। ਜੋ ਖੇਤਾਂ 'ਚ ਪੈਦਾ ਹੋ ਜਾਂਦਾ ਉਹਨੂੰ ਨੇਚੁਰਲੀ ਨਹੀਂ ਖਾਣ ਦਿੰਦੇ, ਉਹਨੂੰ ਬਹੁਤ ਡਿਸਕਰੇਜ ਕਰਦੇ ਆ, ਬਹੁਤ ਗੁੱਸਾ ਕਰਦੇ ਇਸ ਗੱਲ ਦਾ ਵੀ ਕੋਈ ਬੰਦਾ ਖੇਤ 'ਚੋਂ ਖਾ ਰਿਹਾ। ਉਹ ਕਹਿੰਦਾ ਨਹੀਂ, ਪਹਿਲਾਂ ਸਾਡੀ ਇੰਡਸਟਰੀ 'ਚ ਆਵੇ, ਅਸੀਂ ਉਹਨੂੰ ਪ੍ਰੋਸੈਸ ਕਰਾਂਗੇ। ਤੁਸੀਂ ਆਲੂ ਨਹੀਂ ਖਾਣੇ, ਆਲੂ ਦੇ ਚਿਪਸ ਬਣਾ ਕੇ ਖਾਓ। ਤੁਸੀਂ ਕਣਕ ਨਹੀਂ ਖਾਣੀ, ਆਟਾ ਖੁਦ ਨਹੀਂ ਕਰਨਾ, ਅਸੀਂ ਤੁਹਾਨੂੰ ਬਣਾ ਕੇ ਪਾਸਤਾ ਦੇਵਾਂਗੇ ਅਤੇ ਉਹ ਭਾਂਤ ਦੇ ਫੂਡ ਬਣਾ ਕੇ ਦੇਵਾਂਗੇ ਰੈਡੀਮੇਡ, ਉਹ ਖਾਓ, ਡੱਬੇ ਭਾਂਤ ਦੇ ਰੰਗ ਬਿਰੰਗੇ। ਤਾਂ ਇਹ ਸਾਰਾ ਵਰਤਾਰਾ, ਤਾਂ ਇਹ ਸਾਰੇ ਵਰਤਾਰੇ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਉਸ ਬਿਮਾਰੀ ਨੂੰ ਸਮਝਣ ਲਈ। ਜਿਹੜੀ ਲਾਸਟ ਜਿਹੜੀ ਸਮਝਣੀ ਬਹੁਤ ਜ਼ਰੂਰੀ ਮੈਂ ਸਮਝਦਾ ਗੱਲ ਉਹ ਹੈ ਮਾਈਕਰੋਬਸ ਦੀ, ਕੀਟਾਣੂਆਂ ਦੀ, ਕਿ ਜਿਹੜੇ ਬੈਕਟੀਰੀਆ ਅਤੇ ਵਾਇਰਸ ਨੇ ਇਹ ਕੀ ਨੇ ਅਤੇ ਸਾਡੇ ਨਾਲ ਇਹਦਾ ਰਿਸ਼ਤਾ ਕੀ ਹੈ। ਕੁਦਰਤ ਦੇ ਅੰਦਰ ਜਿਹੜਾ ਕੁਦਰਤ ਦੇ ਲਾਜ਼ ਨੇ, ਕੁਦਰਤ ਦੇ ਵਿੱਚ ਹਰ ਚੀਜ਼ ਸਾਈਕਲ 'ਚ ਹੈ, ਕੁਛ ਵੀ ਮੁੱਕਦਾ ਨਹੀਂ ਇੱਥੇ। ਪਰਮਾਤਮਾ ਦੀ ਜਿਹੜੀ ਕ੍ਰੀਏਸ਼ਨ ਹੈ ਕਿਆ ਵੰਡਰਫੁਲ ਹੈ ਕਿ ਕੁਛ ਵੀ ਖਤਮ ਨਹੀਂ ਹੁੰਦਾ, ਕੁਛ ਵੀ ਖਰਚ ਨਹੀਂ ਹੁੰਦਾ, ਅਤੇ ਸਾਰਾ ਕੁਛ ਚੱਲ ਰਿਹਾ, ਸਾਰਾ ਜੀਵਨ ਚੱਲ ਰਿਹਾ, ਸਾਰੀ ਲੀਲਾ ਚੱਲ ਰਹੀ ਹੈ ਜੀ, ਲੇਕਿਨ ਉਹ 'ਚ ਕੁਛ ਵੀ ਖਰਚ ਨਹੀਂ ਹੋ ਰਿਹਾ। ਨਾ ਤਾਂ ਹਵਾ ਮੁੱਕਦੀ ਹੈ, ਨਾ ਪਾਣੀ ਮੁੱਕਦਾ, ਨਾ ਧਰਤੀ ਦੇ ਅੰਦਰ ਖੁਰਾਕੀ ਤੱਤ ਮੁੱਕਦੇ ਆ। ਹੈ ਨਹੀਂ ਕਮਾਲ? ਆਪਾਂ ਨੂੰ ਲੱਗਦਾ ਵੀ ਆਪਾਂ ਤਾਂ ਖਾਈ ਵੀ ਜਾ ਰਹੇ ਹਾਂ, ਪੀ ਵੀ ਜਾ ਰਹੇ ਹਾਂ, ਪਾਈ ਵੀ ਜਾ ਰਹੇ ਹਾਂ, ਬਾਕੀ ਜੀਵ ਜੰਤੂ ਵੀ ਖਾਈ ਪੀ ਜਾ ਰਹੇ ਹੈ, ਲੇਕਿਨ ਮੁੱਕਦਾ ਤਾਂ ਕੁਛ ਵੀ ਨਹੀਂ ਹੈ। ਲੱਖਾਂ ਸਾਲਾਂ ਤੋਂ ਐਂ ਚੱਲੀ ਜਾ ਰਿਹਾ। ਕਿਉਂ? ਕਿਉਂਕਿ ਇੱਕ ਸਾਈਕਲੀਕਲ ਫਾਰਮ 'ਚ ਹੈ, ਸਾਈਕਲ ਹਰ ਚੀਜ਼ ਦਾ। ਹਵਾ ਦਾ ਆਪਣਾ ਸਾਈਕਲ ਹੈ, ਉਹਨੂੰ ਸ਼ੁੱਧ ਕਰਨ ਲਈ ਪੇੜ ਪੌਦੇ ਚਾਹੀਦੇ ਆ। ਉਹ ਪੇੜ ਪੌਦੇ ਅਸੀਂ ਸਾਰੇ ਜੰਗਲ ਕੱਟਤੇ, ਫੋਰੈਸਟ ਕੱਟਤੇ, ਜੋ ਨੰਗੀਆਂ ਕਰਤੀਆਂ, ਸਾਰੀ ਧਰਤੀ ਨੰਗੀ ਕਰਤੀ, ਅਲਫ ਨੰਗੀ ਕਰਤੀ ਧਰਤੀ, ਅਤੇ ਉਹਦੇ ਅੰਦਰ ਅਸੀਂ ਆਪਣੀਆਂ ਫਸਲਾਂ ਬੀਜਣ ਲੱਗੇ। ਔਰ ਜੋ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜੋ ਦਰਖਤਾਂ ਦੀ ਕਟਾਈ ਹੋਈ, ਮਤਲਬ ਸਾਰਾ ਸੱਤਿਆਨਾਸ਼ ਹੀ ਵੱਜ ਗਿਆ। ਕਿਸੇ ਨੇ ਦਰਖਤਾਂ ਦੀ ਇੰਪੋਰਟੈਂਸ ਹੀ ਨਹੀਂ ਸਮਝੀ। ਅਸੀਂ ਡੀਫੋਰੈਸਟੇਸ਼ਨ ਅਤੇ ਡੀਫੋਰੈਸਟੇਸ਼ਨ, ਹਾਲਾਂਕਿ ਸਾਇੰਸ ਖੁਦ ਕਹਿ ਰਹੀ ਹੈ ਕਿ 30 to 40% ਫੋਰੈਸਟ ਹੋਣਾ ਚਾਹੀਦਾ ਕਿਤੇ ਵੀ, ਲੇਕਿਨ ਨਹੀਂ ਮੰਨੀ ਗੱਲ। ਹਵਾ ਦਾ ਕੀਤਾ। ਫਿਰ ਅਸੀਂ ਪਾਣੀ ਦੇ ਜਿਸ ਤਰ੍ਹਾਂ ਨਾਲ ਵਰਤੋਂ ਕਰ ਰਹੇ ਹਾਂ, ਜੋ ਅੱਜ ਅਸੀਂ ਪਾਣੀ ਨੂੰ ਵਰਤੋਂ ਦਾ ਤਰੀਕਾ ਬਣਾ ਲਿਆ, ਫਲੱਡ ਇਰੀਗੇਸ਼ਨ, ਔਰ ਡੀਪ ਥੱਲੇ 500 ਫੁੱਟ ਤੋਂ ਪਾਣੀ ਖਿੱਚੀ ਜਾ ਰਹੇ ਹਾਂ, ਸਾਨੂੰ ਕੋਈ ਸਮਝ ਹੀ ਨਹੀਂ ਹੈ ਪਾਣੀ ਦੀ। ਜਿਹੜਾ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਪਾਈ ਜਾ ਰਹੇ ਹਾਂ, ਤੁਸੀਂ ਜਾ ਕੇ ਲੁਧਿਆਣੇ ਦੇਖੋ ਜਰਾ, ਇੰਡਸਟਰੀ ਕਿਵੇਂ ਜੋ ਪਾਣੀ ਪਾਉਂਦੀ ਹੈ ਦਰਿਆ ਦੇ ਅੰਦਰ, ਸਤਲੁਜ ਦੇ ਅੰਦਰ ਆ ਕੇ, ਤੁਹਾਨੂੰ ਉੱਥੇ ਖੜ੍ਹ ਕੇ ਰੋਣ ਆਉਂਦਾ ਵੀ ਹੋ ਕੀ ਰਿਹਾ ਹੈ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਜਦ ਜਾ ਕੇ ਉੱਥੇ ਦੇਖੋ ਫਿਰ ਪਤਾ ਲੱਗਦਾ ਵੀ ਕਿਵੇਂ ਉਹ ਸਾਰਾ ਇੰਡਸਟਰੀ ਦਾ ਗੰਦਾ ਪਾਣੀ, ਰੰਗਾਈ ਦਾ ਗੰਦਾ ਪਾਣੀ, ਜਿਹੜਾ ਕਿ ਜਿਹਦੇ ਵਿੱਚ ਤੁਸੀਂ 1 ਮਿੰਟ ਖੜ੍ਹ ਜਾਓ ਤਾਂ ਤੁਹਾਡੀਆਂ ਲੱਤਾਂ ਦੇ ਅੰਦਰ ਮਤਲਬ ਛਾਲੇ ਹੋ ਜਾਣਗੇ। ਕਸੂਰ ਦਾ ਪਾਣੀ ਸਾਰਾ ਆ ਰਿਹਾ ਫਿਰੋਜ਼ਪੁਰ ਦੇ ਨਾਲ, ਜਿਹੜਾ ਜਿੰਨਾ ਵੀ ਉਹ ਰੰਗਾਈ ਵਾਲਾ। ਬਿਲਕੁਲ, ਸਾਰੀ ਗੱਲ ਤਾਂ ਇੱਕੋ, ਚਾਹੇ ਪਾਕਿਸਤਾਨ ਵਾਲੇ ਚਾਹੇ ਹਿੰਦੁਸਤਾਨ ਵਾਲੇ, ਉਹੀ ਇੱਕੋ ਜਿਹਾ ਕੰਮ ਹੀ ਹੈ।
ਔਰ ਇਹੋ ਜਿਹਾ ਦੇਖੋ ਇੰਨੀ ਖਤਰਨਾਕ ਸਿਚੁਏਸ਼ਨ ਹੈ, ਅਸੀਂ ਸਤਲੁਜ ਦੇ ਕੰਢੇ 'ਤੇ ਖੜ੍ਹੇ ਸੀਗੇ ਅਤੇ ਉਹ ਜੋ ਪਾਣੀ ਆ ਕੇ ਮਿਲ ਰਿਹਾ ਹੈ, ਗਰਮੀਆਂ ਦੇ ਦਿਨ ਸੀਗੇ ਅਤੇ ਉਹਦੇ 'ਚੋਂ ਅੱਗ ਨਿਕਲ ਰਹੀ ਪਾਣੀ 'ਚੋਂ, ਕੈਮੀਕਲ ਰਿਐਕਸ਼ਨ ਹੋ ਕੇ। ਜੇ ਤੁਸੀਂ ਉੱਥੇ ਮਾਚਿਸ ਛੱਡਦੇ ਹੋ, ਉਹ ਪਾਣੀ ਦੇ ਸਰਫੇਸ 'ਤੇ ਅੱਗ ਲੱਗ ਜਾਂਦੀ ਸੀ। ਉਹ ਗੈਸਾਂ ਨਿਕਲਦੀਆਂ ਉਹ 'ਚ, ਉਹ ਕਈ ਵਾਰੀ ਆਪਣੇ ਆਪ ਵੀ ਉਹ ਗਰਮੀਆਂ ਦੇ ਦਿਨਾਂ 'ਚ ਅੱਗ ਫੜਨ ਲੱਗ ਜਾਂਦੇ ਆ। ਤਾਂ ਇਹ ਅਸੀਂ ਹਸ਼ਰ ਕਰ ਰੱਖਿਆ ਦਰਿਆਵਾਂ ਦਾ। ਤਾਂ ਉਹ ਜਿਹੜਾ ਸੀ ਸਾਰਾ ਵਰਤਾਰਾ ਕਿਤੇ ਨਾ ਕਿਤੇ, ਤਾਂ ਉਹਦੇ 'ਚ ਜਿਹੜੇ ਸੂਖਸ਼ਮ ਜੀਵਾਂ ਦੀ ਆਪਾਂ ਗੱਲ ਕਰ ਰਹੇ ਸੀਗੇ, ਸੂਖਸ਼ਮ ਜੀਵ ਜਿਹੜੇ ਨੇ ਉਹਦਾ ਰੋਲ ਕੀ ਹੈ। ਹੁਣ ਸੂਖਸ਼ਮ ਜੀਵ ਜਿਹੜੇ ਨੇ ਇਹ ਸਾਨੂੰ ਕਿਵੇਂ ਬਚਾਉਂਦੇ ਆ। ਸੂਖਸ਼ਮ ਜੀਵ, ਕਿਉਂਕਿ ਅਸੀਂ ਗੱਲ ਜਿਹੜੀ ਉਲਝੇ ਆ ਪਿਛਲੇ 1.5-2 ਸਾਲ ਤੋਂ, ਕਿ ਖਾਸ ਕਿਸਮ ਦੀ ਵਾਇਰਸ ਨੇ ਸਾਨੂੰ ਉਲਝਾ ਰੱਖਿਆ, ਉਸ ਵਾਇਰਸ ਦੇ ਨਾਂ 'ਤੇ ਸਾਨੂੰ ਉਲਝਾ ਰੱਖਿਆ, ਉਹ ਸਮਝਣ ਦੀ ਜਿਹੜੀ ਬਹੁਤ ਲੋੜ ਹੈ ਸਾਰੇ ਰਿਲੇਸ਼ਨਸ਼ਿਪ ਦੇ ਅੰਦਰ। ਜਿਹੜੇ ਸੂਖਸ਼ਮ ਜੀਵ ਨੇ ਇਸ ਨੇਚਰ ਦੇ ਵਿੱਚ, ਉਹ ਸਭ ਤੋਂ ਪਹਿਲਾਂ ਧਰਤੀ 'ਤੇ ਆਏ। ਸਭ ਤੋਂ ਸਾਡੇ ਪੁਰਖੇ, ਸਭ ਤੋਂ ਜਿਹੜੇ ਪੁਰਾਣੇ ਪੁਰਖੇ ਨੇ, ਉਹ ਕੌਣ ਨੇ? ਪਹਿਲੇ ਪੁਰਖ ਨੇ ਜਿਹੜੇ ਜਿਹਨੂੰ ਕਹਿੰਦੇ ਉਹ ਪਹਿਲਾ ਜੀਵ ਸੀਗਾ, ਐਲਗੀ, ਹਾਂ, ਵਨ ਸੈਲਡ ਮਾਈਕਰੋਬਸ, ਜਿਹੜੇ ਕਿ ਨੰਗੇ ਅੱਖ ਨਾਲ ਨਹੀਂ ਦਿਖਦੇ, ਮਾਈਕਰੋਸਕੋਪ ਨਾਲ ਦੇਖਣੇ ਪੈਂਦੇ, ਚਾਹੇ ਉਹ ਐਲਗੀ ਹੈ, ਚਾਹੇ ਉਹ ਬੈਕਟੀਰੀਆ ਨੇ, ਚਾਹੇ ਫੰਗਸ ਹੈ, ਚਾਹੇ ਵਾਇਰਸ ਹੈ। ਯਾਨੀ ਕਿ ਉਹਦਾ ਸਾਂਝਾ ਨਾਂ ਹੈ ਮਾਈਕਰੋਬਸ ਦਾ ਮਤਲਬ ਜਿਹੜੇ ਮਾਈਕਰੋਸਕੋਪ ਨਾਲ ਦਿਖਣੇ ਪੈਣ, ਉਹ ਜੀਵ ਸਭ ਤੋਂ ਪਹਿਲਾਂ ਧਰਤੀ 'ਤੇ ਆਏ। ਉਹਨਾਂ ਜੀਵਾਂ ਨੇ ਧਰਤੀ ਦੇ ਉੱਪਰ ਆ ਕੇ ਕੰਮ ਕੀਤਾ। ਲੱਖਾਂ ਕਰੋੜਾਂ ਸਾਲ ਤੱਕ ਉਹ ਇਕੱਲੇ ਹੀ ਸੀਗੇ, ਕੋਈ ਲਾਈਫ ਨਹੀਂ ਸੀ। ਉਹਨਾਂ ਲੱਖਾਂ ਕਰੋੜਾਂ ਸਾਲ ਦੀ ਜਿਹੜੀ ਉਹਨਾਂ ਦੀ ਉੱਥੇ ਐਗਜ਼ਿਸਟੈਂਸ ਸੀਗੀ, ਉਹਦੇ 'ਚ ਇੱਕ ਐਸਾ ਐਨਵਾਇਰਨਮੈਂਟ ਪੈਦਾ ਹੋਇਆ ਕਿ ਧਰਤੀ ਦੀ ਉੱਪਰਲੀ ਸਤ੍ਹਾ ਜਿਹੜੀ ਆ ਉਹ ਫਿੱਟ ਹੋਈ ਜੀਵ ਜੰਤੂਆਂ ਦੇ, ਵੱਡੇ ਜੀਵ ਜੰਤੂਆਂ ਦੇ। ਅਤੇ ਫਿਰ ਉਹਨਾਂ ਜੀਵ ਜੰਤੂਆਂ ਨੇ ਉਹਨਾਂ ਹੀ ਬੈਕਟੀਰੀਆ 'ਚੋਂ ਸ਼ਕਲ ਲੈਣੀ ਸ਼ੁਰੂ ਕਰਤੀ ਹਾਇਰ ਫਾਰਮ ਨੇ। ਤਾਂ ਹਾਇਰ ਫਾਰਮ ਲੱਖਾਂ ਕਰੋੜਾਂ ਸਾਲਾਂ 'ਚ ਵਿਕਸਿਤ ਹੁੰਦੀ ਮਨੁੱਖ ਤੱਕ ਪਹੁੰਚ ਗਈ। ਅੱਜ ਇੱਕ ਉਹਦੇ 'ਚ ਇੱਕ ਸੁੰਦਰ ਜੀਵ ਪੈਦਾ ਹੋਇਆ ਜਿਹਨੂੰ ਅਸੀਂ ਮਨੁੱਖ ਕਹਿੰਦੇ ਹਾਂ। ਔਰ ਮਨੁੱਖ ਜਿਹੜਾ ਮਤਲਬ ਪਰਮਾਤਮਾ ਦੀ, ਉਸ ਬ੍ਰਹਿਮੰਡ ਦੀ ਕਹਿ ਲਓ, ਊਰਜਾ ਦੀ ਕਹਿ ਲਓ, ਜੋ ਨਾਂ ਦੇਣਾ ਦੇ ਲਓ, ਕਿਉਂਕਿ ਪਰਮਾਤਮਾ ਦੇ ਨਾਂ 'ਤੇ ਬਹੁਤ ਸਾਰੇ ਤਰਕਸ਼ੀਲ ਔਰ ਜਿਹੜੇ ਨਾਸਤਿਕ ਨੇ ਉਹ ਇਤਰਾਜ਼ ਕਰਦੇ ਆ। ਲੇਕਿਨ ਮੇਰੇ ਖਿਆਲ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੀ ਇੱਕ ਸੱਭਿਅਤਾ ਦਾ ਇੱਕ ਬੜਾ ਪਵਿੱਤਰ ਨਾਂ ਹੈ। ਜੇ ਅਸੀਂ ਉਹਦਾ ਮਤਲਬ ਸਮਝੀਏ ਤਾਂ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰਮਾਤਮਾ ਕਹਿਣ 'ਤੇ ਵੀ। ਲੇਕਿਨ ਜੇ ਕੋਈ ਪਰਮਾਤਮਾ ਕਿਸੇ ਬੰਦੇ ਨੂੰ ਕਹਿੰਦਾ ਤਾਂ ਉਹ ਇਤਰਾਜ਼ ਕੀਤਾ ਜਾ ਸਕਦਾ, ਕਿਉਂਕਿ ਬੰਦਾ ਨਹੀਂ ਹੈ ਪਰਮਾਤਮਾ। ਪਰਮਾਤਮਾ ਇੱਕ ਊਰਜਾ ਹੈ, ਪਰਮਾਤਮਾ ਇੱਕ ਲਾਅ ਹੈ। ਇੱਕ ਲਾਅ ਦੇ ਤਹਿਤ ਕੰਮ ਕਰਦੀ ਹੋਈ ਜਿਹੜੀ ਟੋਟੈਲਿਟੀ ਹੈ, ਉਹ ਸਾਰੀ ਪਰਮਾਤਮਾ ਹੈ। ਉਹਨੂੰ ਆਪਾਂ ਡਿਫਾਈਨ ਕਰਨਾ ਬੜਾ ਔਖਾ ਕੰਮ ਹੈ ਜੇ ਇੱਦਾਂ ਡਿਫਾਈਨ ਕਰਨ ਲੱਗਾਂਗੇ। ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਊਰਜਾ ਹੈ, ਮਤਲਬ ਆਪਣੇ ਹੀ ਬਣਾਏ ਹੋਏ ਸਹਿਬੰਗ, ਆਪਣੇ ਹੀ ਬਣਾਏ ਹੋਏ ਨਿਯਮਾਂ ਤਹਿਤ ਕੰਮ ਕਰਦੀ ਹੋਈ ਊਰਜਾ ਹੈ, ਉਹ ਪਰਮਾਤਮਾ। ਤਾਂ ਉਹ ਜਿਹੜਾ ਪਰਮਾਤਮਾ ਹੈ, ਉਹਨੇ ਜਿਹੜਾ ਪਹਿਲਾ ਰੂਪ ਲਿੱਤਾ ਪ੍ਰਾਣੀ ਦੀ ਸ਼ਕਲ 'ਚ, ਉਹਨੇ ਸੂਖਸ਼ਮ ਜੀਵਾਂ ਦਾ ਲਿੱਤਾ। ਸੂਖਸ਼ਮ ਜੀਵਾਂ ਨੇ ਹੌਲੀ ਹੌਲੀ ਫਿਰ ਵੱਡੇ ਜੀਵ ਬਣੇ ਤੇ ਬੰਦੇ ਮਨੁੱਖ ਤੱਕ ਆਏ। ਲੇਕਿਨ ਜਦੋਂ ਉਹ ਬਣ ਰਹੇ ਸੀਗੇ ਤਾਂ ਉਹ ਰਿਸ਼ਤਾ ਵਨ ਵੇ ਨਹੀਂ ਸੀਗਾ। ਉਹਨਾਂ ਨੇ ਜਦੋਂ ਵਿਕਸਿਤ ਹੋਏ ਤਾਂ ਵਿੱਚ ਉਹ ਵੀ ਆਪ ਵੀ ਵਿੱਚ ਹੀ ਰਹੇ। ਉਹ ਤਾਂ ਹਰ ਜੀਵ ਦੇ ਅੰਦਰ ਅੱਜ ਵੀ ਵਾਇਰਸ ਬੈਕਟੀਰੀਆ ਉੱਦਾਂ ਹੀ ਨੇ, ਅੰਦਰ ਵੀ ਨੇ, ਉਹਨਾਂ ਤੋਂ ਹੀ ਪੈਦਾ ਹੋਏ, ਉਹਨਾਂ ਦੇ ਅੰਦਰ ਵੀ ਨੇ, ਅੰਦਰ ਬਹਿ ਕੇ ਉਹਨਾਂ ਨੂੰ ਪਾਲਦੇ ਨੇ। ਸੋ 3 ਕਿਸਮ ਦਾ ਰਿਸ਼ਤਾ ਉਹਨਾਂ ਵੱਡੇ ਜੀਵਾਂ ਨਾਲ ਸਣੇ ਮਨੁੱਖ ਦੇ ਮਾਈਕਰੋਬਸ ਦਾ। ਉਹ ਹੈ ਬ੍ਰਹਮਾ ਦਾ ਰਿਸ਼ਤਾ, ਵਿਸ਼ਨੂੰ ਦਾ ਰਿਸ਼ਤਾ ਤੇ ਸ਼ਿਵ ਦਾ ਰਿਸ਼ਤਾ, ਮਹੇਸ਼ ਦਾ ਰਿਸ਼ਤਾ। ਬ੍ਰਹਮਾ, ਵਿਸ਼ਨੂੰ, ਮਹੇਸ਼। ਬ੍ਰਹਮਾ ਦਾ ਮਤਲਬ, ਬ੍ਰਹਮਾ ਸਾਡੇ ਸਭਿਅਤਾ ਦੇ ਅੰਦਰ ਬ੍ਰਹਮਾ ਇੱਕ ਕ੍ਰੀਏਟਰ ਹੈ। ਗੁਰਬਾਣੀ 'ਚ ਵੀ ਲਿਖਿਆ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤਾਂ ਉਹ ਜਿਹੜਾ ਕ੍ਰੀਏਟਰ ਹੈ, ਹੁਣ ਸਮਝਾਉਣ ਵਾਸਤੇ ਉਹਨੂੰ ਇੱਕ ਬੰਦੇ ਦੀ ਫੋਟੋ ਬਣਾਤੀ ਵੀ ਆਹ ਬ੍ਰਹਮਾ ਹੈ। ਕੋਈ ਬੰਦਾ ਨਹੀਂ ਹੈ, ਉਹ ਪਰਮਾਤਮਾ ਦੀ ਸ਼ਕਤੀ ਹੈ, ਇੱਕ ਬ੍ਰਹਮਾ ਸ਼ਕਤੀ ਹੈ। ਬ੍ਰਹਮਾ ਸ਼ਕਤੀ ਦਾ ਮਤਲਬ ਕ੍ਰੀਏਟ ਕਰਨਾ, ਨਵਾਂ ਕ੍ਰੀਏਟ ਕਰਨਾ। ਅਤੇ ਨਵਾਂ ਕ੍ਰੀਏਟ ਉਦੋਂ ਹੋਇਆ ਜਦੋਂ ਬੈਕਟੀਰੀਆ 'ਚੋਂ ਬਣ ਰਿਹਾ ਸੀ, ਉਹ ਤਾਂ ਕ੍ਰੀਏਸ਼ਨ ਸੀਗੀ। ਅੱਜ ਵੀ ਕ੍ਰੀਏਟ ਹੁੰਦਾ। ਅੱਜ ਵੀ ਜਦੋਂ ਇੱਕ ਸੈੱਲ ਤੋਂ, ਮਾਂ ਤੋਂ ਸੈੱਲ ਆਇਆ, ਇੱਕ ਬਾਪ ਤੋਂ ਸੈੱਲ ਆਇਆ, ਤਾਂ ਉਹ ਕ੍ਰੀਏਸ਼ਨ ਹੋ ਰਹੀ ਨਾ। ਕ੍ਰੀਏਟਰ ਉਹ ਵੀ ਹੈ, ਕ੍ਰੀਏਟਰ ਉੱਥੇ ਵੀ ਹੈ। ਫਿਰ ਸਾਡੇ ਅੰਦਰ ਜਦੋਂ ਅਸੀਂ ਜਿਉਂ ਰਹੇ ਹਾਂ, ਸਾਡੀ ਲਾਈਫ ਚੱਲ ਰਹੀ ਹੈ, ਸਾਡੇ ਅੰਦਰ ਵੀ ਕਰੋੜਾਂ ਕਰੋੜ ਸੈੱਲ ਮਰ ਰਹੇ, ਫਿਰ ਕਰੋੜਾਂ ਕਰੋੜ ਫਿਰ ਸੈੱਲ ਬਣ ਰਹੇ ਆ, ਉੱਥੇ ਵੀ ਕ੍ਰੀਏਸ਼ਨ ਹੋ ਰਹੀ ਹੈ। ਤਾਂ ਬ੍ਰਹਮਾ ਇਹ ਨਹੀਂ ਹੈ ਕਿ ਬ੍ਰਹਮਾ ਨੇ ਉਦੋਂ ਕੰਮ ਕੀਤਾ ਅਤੇ ਹੁਣ ਬ੍ਰਹਮਾ ਹੈ ਨਹੀਂ ਗਾ। ਬ੍ਰਹਮਾ
ਸਾਡਾ ਪਾਰਟ ਐਂਡ ਪਾਰਸਲ ਹੈ। ਉਹ ਕ੍ਰੀਏਸ਼ਨ ਸਾਡੇ ਵਿੱਚ ਹਮੇਸ਼ਾ ਚੱਲਦੀ ਰਹਿੰਦੀ ਹੈ ਵੱਡੀ ਲਾਈਫ 'ਚ। ਸੋ ਉਹ ਕ੍ਰੀਏਟਰ ਹੈ, ਕਿਉਂਕਿ ਉਹਦੇ ਤੋਂ ਬਿਨਾਂ ਕ੍ਰੀਏਸ਼ਨ ਸੰਭਵ ਨਹੀਂ ਹੈ। ਉਹ ਕ੍ਰੀਏਸ਼ਨ ਇੱਕ ਸ਼ਕਤੀ ਹੈ। ਟੋਟਲ ਸ਼ਕਤੀ ਦਾ ਇੱਕ ਪੱਖ ਹੈ ਬ੍ਰਹਮਾ, ਦੂਸਰਾ ਪੱਖ ਹੈ ਉਹਨੂੰ ਪਾਲਣਾ ਵਿਸ਼ਨੂੰ। ਹੁਣ ਆਪਾਂ ਬੈਕਟੀਰੀਆ ਵਾਇਰਸ ਨੂੰ, ਇਹ ਤਾਂ ਗੱਲ ਸਪਸ਼ਟ ਹੋ ਗਈ ਕਿ ਸਭ ਤੋਂ ਪਹਿਲਾਂ ਬੈਕਟੀਰੀਆ ਵਾਇਰਸ ਹੈ ਉਹਨਾਂ ਨੇ ਕ੍ਰੀਏਟ ਕੀਤੀ ਪਹਿਲਾਂ ਲਾਈਫ ਸੰਭਵ ਹੀ ਨਹੀਂ ਸੀਗੀ। ਉਹ ਕ੍ਰੀਏਟਰ ਨੇ। ਤੇ ਅੱਜ ਵੀ ਉਹ ਜਦੋਂ ਅੰਦਰ ਸਾਡੇ ਕੰਮ ਕਰਦੇ ਆ, ਤਾਂ ਜਦੋਂ ਸਾਡੀ ਕ੍ਰੀਏਸ਼ਨ ਹੁੰਦੀ ਹੈ ਅੰਦਰ ਨਵੇਂ ਸੈੱਲ ਬਣਦੇ ਆ, ਉਹਦੇ ਵਿੱਚ ਵੀ ਜਿਹੜੀ ਬੈਕਟੀਰੀਆ ਵਾਇਰਸ ਦਾ ਰੋਲ ਹੈ ਆਪਣਾ। ਇਹ ਨਹੀਂ ਹੈ ਕਿ ਉਦੋਂ ਕ੍ਰੀਏਟ ਕਰਕੇ ਹੁਣ ਰੋਲ ਨਹੀਂ ਹੈ, ਅੰਦਰ ਵੜ ਕੇ ਵੀ ਉਹੀ ਰੋਲ ਪਲੇ ਕਰ ਰਹੇ ਆ। ਜਦੋਂ ਸਾਡੇ ਅੰਦਰ ਚਲੇ ਗਏ ਉਹ, ਤਾਂ ਫਿਰ ਵੀ ਉਹੀ ਰੋਲ ਪਲੇ ਕਰ ਰਹੇ ਆ। ਉਹ ਬ੍ਰਹਮਾ ਦਾ ਰੋਲ ਹੁਣ ਵੀ ਪਲੇ ਕਰਦੇ ਆ, ਵਾਇਰਸਸ ਵੀ ਬੈਕਟੀਰੀਆ ਵੀ। ਫਿਰ ਵਿਸ਼ਨੂੰ ਦਾ ਰੋਲ ਹੈ। ਵਿਸ਼ਨੂੰ ਦਾ ਮਤਲਬ ਕਿ ਪਾਲਦੇ ਆ। ਉਹ ਹੁਣ ਕ੍ਰੀਏਟ ਵੀ ਕਰ ਲਿਆ ਉਹਨਾਂ ਨੇ, ਪਰ ਕ੍ਰੀਏਟ ਕਰਕੇ ਫਿਰ ਉਹ ਨਹੀਂ ਬੈਠ ਨਹੀਂ ਗਏ। ਉਹ ਵਿਸ਼ਨੂੰ ਦਾ ਰੋਲ ਵੀ ਹੈ। ਧਰਤੀ ਦੇ ਵਿੱਚ ਤੁਸੀਂ ਲਾਓ, ਧਰਤੀ ਦੇ ਵਿੱਚ ਕੋਈ ਵੀ ਖੁਰਾਕੀ ਤੱਤ ਹੈ, ਪੌਦੇ ਉਹਨਾਂ ਚਿਰ ਨਹੀਂ ਲੈ ਸਕਦੇ ਜਦ ਤੱਕ ਉਹਦੇ ਬੈਕਟੀਰੀਆ ਕੰਮ ਨਹੀਂ ਕਰਦੇ। ਸੋ ਹਰ ਖੁਰਾਕੀ ਤੱਤ ਨੂੰ ਵਾਇਆ ਮਾਈਕਰੋਬਸ ਆਉਣਾ ਪੈਂਦਾ, ਤਾਂ ਪੌਦੇ ਨੂੰ ਲੈਂਦੇ ਆ। ਉਹਦੇ ਬਿਨਾਂ ਨਹੀਂ ਲੈ ਸਕਦੇ। ਸੇਮ ਸਾਡੇ ਅੰਦਰ ਹੈ। ਸਾਡੀਆਂ ਅੰਤੜੀਆਂ ਦੇ ਅੰਦਰ ਕਰੋੜਾਂ ਕਰੋੜ ਬੈਕਟੀਰੀਆ ਨੇ। ਕੋਈ 35 ਲੱਖ ਕਰੋੜ ਕਹਿੰਦਾ, ਕੋਈ 37 ਲੱਖ ਕਰੋੜ ਕਹਿੰਦਾ, ਕੋਈ ਕਿੰਨੇ, ਜਿੰਨੇ ਵੀ ਹੈ, ਮਤਲਬ ਕਰੋੜਾਂ ਕਰੋੜ ਨੇ। ਤਾਂ ਉਹ ਜਿਹੜਾ ਬੈਕਟੀਰੀਆ ਨੇ ਉਹ ਕੀ ਕਰਦੇ ਆ, ਸਾਡਾ ਫੂਡ ਜਦੋਂ ਆਉਂਦਾ ਹੈ ਤਾਂ ਫੂਡ ਦੇ ਉੱਪਰ ਉਹ ਪ੍ਰੋਸੈਸਿੰਗ ਕਰਦੇ ਉਹਦੀ, ਉਹਨੂੰ ਉਹਦੇ ਅੰਦਰ ਉਹਦੀ ਜਿਹੜੀ ਭੰਨਤੋੜ ਹੋਣੀ ਹੈ, ਸਾਡੇ ਸਰੀਰ ਨੂੰ ਜਦੋਂ ਲੱਗਣਾ ਉਹਨੇ ਖਾਣੇ ਨੇ, ਫੂਡ ਨੇ, ਉਹਦੇ ਅੰਦਰ ਉਹਨਾਂ ਦਾ ਬਹੁਤ ਵਾਈਟਲ ਰੋਲ ਹੈ। ਔਰ ਕੁਲਵੰਤ ਜੀ ਇੰਨਾ ਵਾਈਟਲ ਰੋਲ ਹੈ ਕਿ ਕਹਿੰਦੇ ਆ ਜੇ ਉਹ ਗੱਟ ਬੈਕਟੀਰੀਆ, ਸਾਡੀ ਗੱਟ ਫਲੋਰਾ ਮਰ ਜਾਵੇ ਸਾਰਾ, ਤਾਂ ਮਤਲਬ ਨਹੀਂ, ਤੁਸੀਂ 4 ਦਿਨ ਨਹੀਂ ਕੱਟ ਸਕਦੇ। ਤੁਹਾਨੂੰ ਅਲਟੀਮੇਟਲੀ ਸ਼ਿਵ ਆ ਜਾਏਗਾ। ਫਿਰ ਜੇ ਤੁਹਾਡਾ ਵਿਸ਼ਨੂੰ ਰੋਲ ਖਤਮ ਹੋ ਗਿਆ ਉਹਨਾਂ ਦਾ, ਜੇ ਤੁਸੀਂ ਇਹੋ ਜਿਹਾ ਤੁਸੀਂ ਗੰਦ ਪਾਤਾ, ਤੁਸੀਂ ਸਾਰੇ ਮਾਰਤੇ, ਫਿਰ ਵੀ ਉਹਦੇ 'ਚ ਕੁਛ ਜਿਹੜੇ ਹੋਣਗੇ ਉਹ ਸ਼ਿਵ ਦਾ ਰੋਲ ਲੈ ਕੇ ਫਿਰ ਤੁਹਾਨੂੰ ਖਤਮ ਕਰ ਦੇਣਗੇ। ਤਾਂ ਜੇ ਉਹ ਗੱਟ ਬੈਕਟੀਰੀਆ ਤੁਸੀਂ ਮਾਰ ਦਿੰਦੇ ਹੋ ਤਾਂ ਸਾਰੇ ਨਹੀਂ ਮਰਦੇ। ਉਹਦੇ 'ਚੋਂ ਕੁਛ ਜਿਹੜੇ ਨੇ ਉਹ ਬਚ ਜਾਣਗੇ, ਜਿਹੜੇ ਕਿ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਬਾਡੀ ਨੂੰ ਫਿਰ ਡੀਕੰਪੋਜ਼ ਕਰਨਗੇ। ਉਹ ਸ਼ਿਵ ਦਾ ਰੋਲ ਹੈ। ਸੋ ਇਹ ਬ੍ਰਹਮਾ ਦਾ ਰੋਲ ਹੈ। ਬ੍ਰਹਮਾ ਦਾ ਰੋਲ, ਵਿਸ਼ਨੂੰ ਦਾ ਰੋਲ ਹੈ। ਧਰਤੀ 'ਚ ਵੀ ਹੈ, ਇਹ ਪਾਣੀ 'ਚ ਵੀ ਹੈ। ਪਾਣੀ 'ਚ ਉਹੀ ਕੁਛ ਹੋ ਰਿਹਾ। ਪਾਣੀ 'ਚ ਵੀ ਉਹ ਬ੍ਰਹਮਾ ਵਿਸ਼ਨੂੰ ਮੇਸ਼ ਚੱਲ ਰਹੇ ਨੇ, ਧਰਤੀ ਦੇ ਥੱਲੇ ਵੀ ਚੱਲ ਰਹੇ ਆ। ਅੱਗੇ ਆ ਗਿਆ ਜਿਹੜਾ ਸਭ ਤੋਂ ਕੰਪਲੈਕਸ ਹੈ, ਉਹ ਹੈ ਸ਼ਿਵ ਦਾ ਰੋਲ। ਹੁਣ ਸ਼ਿਵ ਦਾ ਰੋਲ ਜੇ ਅਸੀਂ ਸਮਝੀਏ ਤਾਂ ਸਾਨੂੰ ਇੱਕ ਸਮਝ ਆ ਜਾਏਗੀ ਕਿ ਬਿਮਾਰੀ ਕੋਈ ਅਨਨੈਚੁਰਲ ਚੀਜ਼ ਨਹੀਂ ਹੁੰਦੀ। ਬਿਮਾਰੀ ਬਹੁਤ ਹੀ ਨੈਚੁਰਲ ਚੀਜ਼ ਹੈ। ਬਿਮਾਰੀ ਨੂੰ ਇਹ ਸਮਝਣਾ ਕਿ ਮੈਂ ਬਿਮਾਰੀ ਨਾ ਹੋਵਾਂ, ਇਹੋ ਜਿਹਾ ਬਣ ਜਾ, ਇਹ ਤਾਂ ਪੋਸੀਬਲ ਹੀ ਨਹੀਂ ਹੈ, ਕਿਉਂਕਿ ਸ਼ਿਵ ਹੈ। ਸ਼ਿਵ ਸ਼ਕਤੀ ਜਿਹੜੀ ਹੈ, ਉਹਦਾ ਰੋਲ ਕੀ ਹੈ, ਉਹ ਨੇਚਰ ਨੇ ਰੋਲ ਕੀ ਦਿੱਤਾ ਹੈ ਕਿ ਜਦੋਂ ਇਹ ਜੀਵ ਆਪਣੀ ਉਮਰ ਭੋਗ ਲਵੇ, ਇਹਨੂੰ ਵਾਪਸ 5 ਤੱਤਾਂ 'ਚ ਲੈ ਕੇ ਜਾਣਾ। ਹਵਾ ਨੂੰ ਹਵਾ 'ਚ ਮਿਲਾਉਣਾ, ਮਿੱਟੀ ਨੂੰ ਮਿੱਟੀ 'ਚ ਮਿਲਾਉਣਾ, ਪਾਣੀ ਨੂੰ ਪਾਣੀ 'ਚ ਮਿਲਾਉਣਾ। ਜਿਹੜੀ ਊਰਜਾ ਆਕਾਸ਼ ਰਹਿ ਗਈ, ਊਰਜਾ ਆਕਾਸ਼ 'ਚ ਜਾਏਗੀ। ਉਹ ਸ਼ਿਵ ਰੋਲ ਕਿੱਥੇ ਆ? ਉਹ ਬਾਹਰੋਂ ਨਹੀਂ ਆਉਣਾ, ਤੁਹਾਡੇ ਅੰਦਰ ਹੈ, ਆਲਰੇਡੀ ਬਿਰਾਜਮਾਨ ਹੈ ਉਹ। ਹੁਣ ਉਸ ਬਿਰਾਜਮਾਨ ਨੂੰ ਕਦੋਂ ਉਹਨੇ ਬ੍ਰਹਮਾ ਦਾ ਰੋਲ ਪਲੇ ਕਰਨਾ ਹੈ? ਉਹ ਸਾਰੇ ਬੈਕਟੀਰੀਆ ਵਾਇਰਸ ਲਗਭਗ ਉਹੀ ਹੁੰਦੇ ਆ। ਕੋਈ ਇਹ ਨਹੀਂ ਹੁੰਦੇ ਕਿ ਬਹੁਤ ਉਹ ਵੱਖਰੇ ਵੱਖਰੇ ਨੇ, ਵੀ ਆਹ ਫਲਾਣਾ ਬ੍ਰਹਮਾ ਹੈ ਤੇ ਫਲਾਣਾ ਵਿਸ਼ਨੂੰ ਹੈ ਤੇ ਫਲਾਣਾ ਮੇਸ਼। ਇੱਦਾਂ ਨਹੀਂ ਹੁੰਦਾ। ਉਹਨਾਂ ਨੂੰ ਮੈਸੇਜ ਮਿਲਦਾ ਜਿੱਦਾਂ ਦਾ, ਉੱਦਾਂ ਦਾ ਰੋਲ ਪਲੇ ਕਰਨ ਲੱਗ ਜਾਂਦੇ ਹੋ। ਜੇ ਤੁਹਾਡੀ ਹੈਲਥ ਅੱਛੀ ਹੈ, ਜੇ ਤੁਹਾਡੇ ਅੰਦਰ ਜਿਹੜੀ ਸ਼ਕਤੀ ਹੈ ਪ੍ਰਮਾਤਮਾ ਦੀ ਦਿੱਤੀ ਹੋਈ, ਉਹ ਕਾਇਮ ਹੈ, ਸਟਰਡੀ ਹੈ, ਪ੍ਰਚੰਡ ਹੈ, ਤਾਂ ਉਹਨਾਂ ਨੂੰ ਮੈਸੇਜ ਆਏਗਾ ਕਿ ਇਹਦੇ ਅੰਦਰ ਬ੍ਰਹਮਾ ਦਾ ਰੋਲ ਤੇ ਵਿਸ਼ਨੂੰ ਦਾ ਰੋਲ ਮੁੱਖ ਰਹੇਗਾ, ਉੱਪਰ ਰਹੇਗਾ। ਸ਼ਿਵ ਵਾਲਾ ਰੋਲ ਚੱਲਦਾ ਰਹਿੰਦਾ ਹਮੇਸ਼ਾ ਹੀ, ਕਿਉਂਕਿ ਜਿਹੜੇ ਸੈੱਲ ਮਰਦੇ ਉਹ ਸ਼ਿਵ ਦਾ ਰੋਲ ਹੋ ਚੱਲ ਹੀ ਰਿਹਾ। ਸਾਡੇ ਅੰਦਰ ਕਰੋੜਾਂ ਕਰੋੜ ਸੈੱਲ ਮਰ ਵੀ ਤਾਂ ਰਹੇ ਹੈ ਨਾ, ਜਿਹੜੇ ਮਰ ਰਹੇ ਉਹਨੂੰ ਸ਼ਿਵ ਰੋਲ ਚੱਲ ਰਿਹਾ ਹੋ। ਲੇਕਿਨ ਸ਼ਿਵ ਰੋਲ ਇਸ ਢੰਗ ਨਾਲ ਚੱਲ ਰਿਹਾ ਕਿ ਉਹ ਬੰਦਾ ਕਾਇਮ ਰਹਿੰਦਾ, ਉਹ ਵਿਅਕਤੀ ਕਾਇਮ ਰਹਿੰਦਾ, ਉਹ ਜੀਵ ਕਾਇਮ ਰਹਿੰਦਾ, ਮਰਦਾ ਨਹੀਂ ਹੈ। ਕਿਉਂਕਿ ਬ੍ਰਹਮਾ ਤੇ ਵਿਸ਼ਨੂੰ ਰੋਲ ਉੱਪਰ ਨੇ, ਉਹਨਾਂ ਦਾ ਜਿਹੜਾ ਪਲੜਾ ਭਾਰੀ ਹੈ ਤੇ ਸ਼ਿਵ ਦਾ ਪਲੜਾ ਥੱਲੇ ਹੈ। ਸਮਝਿਆ ਤੁਸੀਂ? ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਬਿਮਾਰੀ ਕਿੱਥੇ ਹੈ? ਬਿਮਾਰੀ ਉਦੋਂ ਆਉਂਦੀ ਹੈ ਜਦੋਂ ਬ੍ਰਹਮਾ ਤੇ ਵਿਸ਼ਨੂੰ ਦਾ ਰੋਲ ਕਮਜ਼ੋਰ ਹੋ ਗਿਆ तो शिव का रोल ऊपर आना शुरू हो गया। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ
पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਇੱਥੇ ਕੈਚ ਹੈ ਬਸ ਇੱਥੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਆਪਣੇ ਅੰਦਰਲੀ ਸ਼ਕਤੀ ਨੂੰ ਪ੍ਰਚੰਡ ਰੱਖੋ ਤਾਂ ਕਿ ਤੁਹਾਡਾ ਬ੍ਰਹਮਾ ਤੇ ਵਿਸ਼ਨੂੰ ਪ੍ਰਚੰਡ ਰਹੇ। ਜਦ ਤੱਕ ਬ੍ਰਹਮਾ ਤੇ ਵਿਸ਼ਨੂੰ ਪ੍ਰਚੰਡ ਹੈ, ਸ਼ਿਵ ਦਾ ਰੋਲ ਅੰਦਰ ਤੁਹਾਡੇ ਚੱਲ ਰਿਹਾ, ਉਹ ਤੁਹਾਡੀ ਸਫਾਈ ਕਰ ਰਿਹਾ, ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਉਲਟਾ ਉਹ ਵੀ ਨਾਲ ਆਪਣਾ ਕੰਮ ਕਰ ਰਿਹਾ ਕਿਉਂਕਿ ਉਹ ਸਫਾਈ ਕਰ ਰਿਹਾ ਨਾ। ਉਹ ਪੁਰਾਣੇ ਨੂੰ ਮਾਰ ਕੇ ਪੁਰਾਣੇ ਦਾ ਜੋ ਸਾਂਭਣ ਵਾਲੀ ਚੀਜ਼ ਸਾਂਭ ਰਿਹਾ, ਬਾਕੀ ਨੂੰ ਬਾਹਰ ਕੱਢ ਰਿਹਾ। ਸ਼ਿਵ ਨੈਗੇਟਿਵ ਨਹੀਂ ਹੈ। ਸਾਡੀ ਸਭਿਅਤਾ ਦੇ ਅੰਦਰ ਸ਼ਿਵ ਨੂੰ ਨੈਗੇਟਿਵ ਨਹੀਂ ਕਿਹਾ ਗਿਆ, ਸ਼ਿਵ ਨੂੰ ਜ਼ਰੂਰੀ ਕਿਹਾ ਗਿਆ ਹੈ ਕਿਉਂਕਿ ਸ਼ਿਵ ਤੋਂ ਬਿਨਾ ਬ੍ਰਹਮਾ ਤੇ ਵਿਸ਼ਨੂੰ ਸੰਭਵ ਨਹੀਂ ਹੈ। ਜੇ ਪੁਰਾਣੇ ਨੂੰ ਸਮੇਟਣਗੇ ਨਹੀਂ, ਉਹ ਜੋ ਮਰ ਗਿਆ, ਜੋ ਮਰਨ ਵਾਲਾ ਹੈ, ਜਿਹਦੀ ਉਮਰ ਪੂਰੀ ਹੋ ਗਈ, ਜਿਹਨੇ ਆਪਣਾ ਜਿਹੜਾ ਜੋ ਉਹਨੂੰ ਉਮਰ ਮਿਲੀ ਸੀ ਉਹ ਪੂਰੀ ਕਰ ਲਈ, ਤਾਂ ਉਸ ਤੋਂ ਬਾਅਦ ਉਹਨੂੰ ਸਮੇਟਣਾ ਵੀ ਤਾਂ ਹੈ ਨਾ। ਉਹ ਸਮੇਟਣਾ ਕਿਹਨੇ ਹੈ? ਸ਼ਿਵ ਨੇ ਸਮੇਟਣਾ, ਸ਼ਿਵ ਸ਼ਕਤੀ ਨੇ। ਤਾਂ ਸ਼ਿਵ ਜਿਹੜਾ ਹੈ ਉਹ ਸਾਡੀ ਸਭਿਅਤਾ 'ਚ ਮੌਤ ਦਾ ਦੇਵਤਾ ਨਹੀਂ ਕਿਹਾ ਜਾਂਦਾ ਉਹਨੂੰ। ਉਹ ਮੌਤ ਕਰਨ ਲਈ ਜ਼ਿੰਮੇਵਾਰ ਜ਼ਰੂਰ ਹੁੰਦਾ ਹੈ, ਲੇਕਿਨ ਉਹਦਾ ਕੰਮ ਉਸ ਤੋਂ ਪਹਿਲਾਂ ਵੀ ਹੈ ਉਹਦਾ ਸਾਰਾ ਜਿਹੜਾ ਉਹਨੂੰ ਪੰਜ ਤੱਤਾਂ 'ਚ ਵਾਪਸ ਲੈ ਕੇ ਜਾਣਾ। ਅਦਰਵਾਈਜ਼ ਤਾਂ ਜ਼ਿੰਦਗੀ ਖੜ੍ਹ ਜਾਏਗੀ। ਤੁਸੀਂ ਸੋਚ ਕੇ ਦੇਖੋ, ਜੇ ਮੌਤ ਨਾ ਹੋਵੇ ਤਾਂ ਜ਼ਿੰਦਗੀ ਹੋ ਸਕਦੀ ਹੈ? ਮੌਤ ਨਾਲ ਹੀ ਜ਼ਿੰਦਗੀ ਹੈ। ਜੇ ਪੁਰਾਣਾ ਜਾਏਗਾ ਤਾਂ ਨਵਾਂ ਆਏਗਾ। ਸੋ ਸ਼ਿਵ ਰੋਲ ਵੀ ਜਿਹੜਾ ਬਹੁਤ ਜ਼ਰੂਰੀ ਹੈ। ਲੇਕਿਨ ਇੱਥੇ ਸਾਡੇ ਜਿਉਂਦੇ ਜੀ ਅਸੀਂ ਕੀ ਚਾਹੁੰਦੇ ਹਾਂ ਕਿ ਸਾਡਾ ਬ੍ਰਹਮਾ ਤੇ ਵਿਸ਼ਨੂੰ ਜਿਹੜਾ ਇਹ ਅੱਪਰ ਹੈਂਡ ਰਹੇ ਇਹਨਾਂ ਦਾ, ਤਾਂ ਕਿ ਸਾਨੂੰ ਕੋਈ ਨੁਕਸਾਨ ਨਾ ਹੋਵੇ। ਉਹਦੇ ਲਈ ਕੀ ਜ਼ਰੂਰੀ ਹੈ ਕਿ ਉਹ ਜਿਹੜਾ ਬ੍ਰਹਮਾ ਤੇ ਵਿਸ਼ਨੂੰ ਦਾ ਰੋਲ ਹੈ ਉਹ ਸਾਡੀ ਅੰਦਰਲੀ, ਜਿਹਨੂੰ ਅਸੀਂ ਇਮਿਊਨਿਟੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਫਿਜ਼ੀਓਲੋਜੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਜੀਵਨੀ ਸ਼ਕਤੀ ਕਹਿ ਦਿੰਦੇ ਹਾਂ, ਉਹ ਹੈ। ਜੇ ਉਹ ਅਸੀਂ ਤਕੜੀ ਰੱਖ ਲਈਏ, ਪ੍ਰਚੰਡ ਰੱਖ ਲਈਏ, ਤਾਂ ਬ੍ਰਹਮਾ ਵਿਸ਼ਨੂੰ ਸਟਰੋਂਗ ਰਹਿਣਗੇ। ਸ਼ਿਵ ਆਪਣਾ ਰੋਲ ਕਰੀ ਜਾਏਗਾ, ਜਿਹੜਾ ਤੁਹਾਡੇ ਜੋ ਮਰ ਰਹੇ ਆ ਉਹਨੂੰ ਸਮੇਟੀ ਜਾਏਗਾ ਤੇ ਉਹਦੇ ਲਈ ਨਵਿਆਂ ਵਾਸਤੇ ਥਾਂ ਕ੍ਰੀਏਟ ਕਰੀ ਜਾਏਗਾ, ਯਾਨੀ ਕਿ ਉਹਦਾ ਸਹਾਈ ਹੋ ਜਾਏਗਾ। ਫਿਰ ਉਹ ਬ੍ਰਹਮਾ ਤੇ ਵਿਸ਼ਨੂੰ ਦਾ ਸਹਾਈ ਹੋ ਜਾਏਗਾ। ਲੇਕਿਨ ਜਦੋਂ ਬ੍ਰਹਮਾ ਤੇ ਵਿਸ਼ਨੂੰ ਵੀਕ ਹੋਏ ਤਾਂ ਫਿਰ ਸ਼ਿਵ ਨੂੰ ਇਹ ਮੈਸੇਜ ਮਿਲਣਾ ਸ਼ੁਰੂ ਹੋ ਜਾਂਦਾ। ਸ਼ਿਵ ਸ਼ਕਤੀ ਮੈਸੇਜ ਦਿੰਦੀ ਹੈ ਕਿ ਇਹ ਵਿਅਕਤੀ ਹੁਣ ਨੇੜੇ ਆ ਰਿਹਾ। ਹੁਣ ਉਹ ਜਦੋਂ ਨੇੜੇ ਆ ਰਿਹਾ ਤਾਂ ਫਿਰ ਉਹਦੇ ਜਿਹੜੇ ਇਨ ਬਿਟਵੀਨ ਆ ਗਿਆ, ਉਹਦੀ ਮੌਤ ਦੇ ਤੇ ਫੁੱਲ ਹੈਲਦੀ ਲਾਈਫ ਦੇ ਵਿਚਾਲੇ ਇੱਕ ਫੇਜ਼ ਆਉਂਦੀ ਹੈ ਜਿੱਥੇ ਉਹ ਸ਼ਿਵ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੰਦਾ ਬਿਮਾਰੀਆਂ ਦੀ ਸ਼ਕਲ 'ਚ। ਉਹਦੇ 'ਚ ਵੀ ਜਿਹੜਾ ਅਰਲੀ ਸਟੇਜਸ ਨੇ, ਜਿਹੜੀ ਆਪਾਂ ਗੱਲ ਪਿਛਲੀ ਵਾਰੀ ਕੀਤੀ ਸੀਗੀ ਕਿ ਜ਼ੁਕਾਮ ਤੇ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਤੁਹਾਨੂੰ ਸਟਰੋਂਗ ਕਰਦੀਆਂ ਨੇ, ਉਹ ਜਿਹੜਾ ਅਰਲੀ ਫੇਜ਼ ਹੈ ਬਿਮਾਰੀਆਂ ਦੀ, ਉਹ ਫਿਰ ਉਹ ਸ਼ਿਵ ਵੀ ਉਹ ਬ੍ਰਹਮਾ ਤੇ ਵਿਸ਼ਨੂੰ ਨੂੰ ਸਟਰੋਂਗ ਕਰ ਜਾਂਦਾ, ਉਹਨੂੰ ਸਟਿਮੂਲੇਟ ਕਰਦਾ ਵੀ ਭਾਈ ਮੈਂ ਹੈਗਾ, ਜਾਗਤੇ ਰਹੋ। ਜੇ ਤੁਸੀਂ ਨਾ ਜਾਗਤੇ ਰਹੇ ਤਾਂ ਹਾਂ, ਫਿਰ ਉਹ ਮੈਸੇਜ ਦੇ ਰਿਹਾ। ਤਾਂ ਉਹ ਮੈਸੇਜ ਉਹ ਬ੍ਰਹਮਾ ਵਿਸ਼ਨੂੰ ਕੈਚ ਕਰ ਲੈਂਦੇ ਆ ਤੇ ਫਿਰ ਉਹਨੂੰ ਅੰਦਰਲੀ ਸ਼ਕਤੀ ਨੂੰ ਫਿਰ ਹੋਰ ਮਜ਼ਬੂਤ ਕਰ ਲੈਂਦੇ ਆ। ਸੋ ਇਹ ਜਿਹੜੇ ਤਿੰਨ ਸ਼ਕਤੀਆਂ ਅੰਦਰ ਆਪਰੇਟ ਕਰ ਰਹੀਆਂ ਨੇ ਬ੍ਰਹਮਾ ਵਿਸ਼ਨੂੰ ਭੇਜਦੀਆਂ, ਇਹ ਮਾਈਕਰੋਬਸ ਦੀ ਸ਼ਕਲ 'ਚ ਹੁੰਦੀਆਂ ਨੇ। ਸੋ ਉਹੀ ਮਾਈਕਰੋਬਸ ਸਾਡੇ ਬ੍ਰਹਮਾ ਵੀ ਨੇ, ਉਹੀ ਮਾਈਕਰੋਬਸ ਸਾਡੇ ਵਿਸ਼ਨੂੰ ਵੀ ਨੇ,
ਉਹੀ ਮਾਈਕਰੋਬ ਜਦੋਂ ਸਾਡੇ ਸ਼ਿਵ ਨੇ, ਪਰ ਉਹ ਬ੍ਰਹਮਾ ਵਿਸ਼ਨੂੰ ਦੇ ਮੁਕਾਬਲੇ 'ਚ ਉਹਨੇ ਮਜ਼ਬੂਤ ਨਹੀਂ ਹੈਗੇ। ਹਾਂ, ਲੇਕਿਨ ਉਹਨੂੰ ਜਿੰਦਾ ਰੱਖਣ ਲਈ ਉਹਨਾਂ ਦਾ ਵੀ ਰੋਲ ਹੈ, ਉਹਨੂੰ ਹੈਲਦੀ ਰੱਖਣ 'ਚ ਉਹਨਾਂ ਦਾ ਵੀ ਰੋਲ ਹੈ। ਉਹ ਰੋਲ ਦੇ ਵਿੱਚ ਜਿਹੜੀਆਂ ਅਰਲੀ ਫੇਜ਼ਸ ਨੇ ਬਿਮਾਰੀ ਦੀਆਂ, ਉਹ ਸਾਨੂੰ ਹੋਰ ਤਕੜਾ ਕਰਨ ਵਾਸਤੇ ਨੇ, ਉਹ ਸਟਰੋਂਗ ਕਰਨ ਵਾਸਤੇ ਨੇ। ਲੇਕਿਨ ਉੱਥੇ ਯਾਦ ਰੱਖਣਾ ਚਾਹੀਦਾ ਕਿ ਜੇ ਸਾਡੇ ਕੁਝ ਵਿਅਕਤੀ ਉਹ ਤਕੜੇ ਨਹੀਂ ਹੋ ਸਕੇ ਤਾਂ ਉਹ ਅਲਟੀਮੇਟਲੀ ਮਰਨਾ ਹੀ ਮਰਨਾ। ਉਹਨੇ ਕਿ 1% ਨੇ ਮਰਨਾ ਹੀ ਹੈ। ਮਤਲਬ 100 ਸਾਲ ਸਾਡੀ ਉਮਰ ਹੈ, ਮੰਨ ਲਓ, ਤਾਂ 100ਵਾਂ ਹਿੱਸਾ ਤਾਂ ਮਰੇਗਾ ਨਾ ਹਰ ਸਾਲ। ਹੁਣ ਤੁਸੀਂ ਰੋਕ ਨਹੀਂ ਸਕਦੇ, ਕਿਉਂਕਿ ਇੱਕ ਐਵਰੇਜ ਲਾਈਫ ਜੇ ਆਪਾਂ ਲਾ ਲਈਏ ਤਾਂ ਫਿਰ ਉਹਦੇ 'ਚ ਜਿਹੜਾ ਹੰਗਾਮਾ ਸਾਰਾ, ਇੰਨੇ ਹੋ ਗਏ, ਇੰਨੇ ਪੋਜ਼ੀਟਿਵ, ਇੰਨੇ ਨੈਗੇਟਿਵ, ਇੰਨੇ ਮਰ ਗਏ, ਉਹ ਮਤਲਬ ਇੱਕ ਡਰਾਉਣ ਵਾਸਤੇ ਉਹਨਾਂ ਅੰਕੜਿਆਂ ਨੂੰ ਮਿਸਯੂਜ਼ ਕੀਤਾ ਜਾਂਦਾ। ਉਹਦੇ 'ਚ ਆਪਾਂ ਭੁੱਲ ਜਾਂਦੇ ਹਾਂ ਕਿ ਇਹ ਮਨੁੱਖ ਇੱਕ ਉਹਦਾ ਸੀਮਤ ਪੀਰੀਅਡ ਹੈ, ਉਹਦੀ ਇੱਕ ਉਮਰ ਹੈ। ਉਸ ਉਮਰ ਦੇ ਵਿੱਚ ਕੌਣ ਜਾਏਗਾ, ਮੰਨ ਲਓ ਇਸ ਮੂਮੈਂਟ 'ਤੇ ਜਾਂ ਇਸ ਸਾਲ ਕਿਹਨੇ ਮਰਨਾ ਹੈ, ਉਹ ਉਹਦੇ ਸਾਲ ਡਿਸਾਈਡ ਨਹੀਂ ਕਰਦੇ। ਉਹਦੀ ਐਕਚੁਅਲੀ ਜਿਹੜੀ ਸਾਡੀ ਨੇਚਰ ਹੈ, ਉਹਦੇ ਅੰਦਰ ਕੁਦਰਤ ਜਿਹੜੀ ਮਿਣਤੀ ਕਰਦੀ ਹੈ, ਉਹ ਮਿਣਤੀ ਇਹ ਨਹੀਂ ਕਰਦੀ ਕਿ ਇਹਦੇ ਇੰਨੇ ਸਾਲ ਹੋ ਗਏ। ਉਹ ਕੋਈ ਕੈਲੰਡਰ ਨਹੀਂ ਲਾਇਆ ਹੋਇਆ ਉਹਨੇ। ਉਹ ਤੁਹਾਡੀ ਜਿਹੜੀ ਬਾਡੀ ਦੀ ਸਟੇਟ ਹੈ ਉਹਨੂੰ ਦੇਖਦੀ ਹੈ ਵੀ ਇਹਦਾ ਸਰੀਰ ਜਿਹੜਾ ਹੈ, ਮੰਨ ਲਓ ਇੱਕ ਬੰਦਾ ਉਹ 70 ਸਾਲ ਦਾ, ਲੇਕਿਨ ਉਹਦਾ ਸਰੀਰ ਤਾਂ 50 ਸਾਲ ਵਰਗਾ ਹੈ, ਤਾਂ ਕੁਦਰਤ ਨੂੰ 50 ਸਾਲ ਮੰਨੇਗੀ, 70 ਨਹੀਂ ਮੰਨੇਗੀ। ਤੇ ਜੇ ਇੱਕ ਬੰਦਾ 25 ਸਾਲ ਦਾ ਤੇ ਉਹਨੇ ਆਪਣੀ ਉਮਰ ਬੇਵਕੂਫੀਆਂ ਨਾਲ ਆਪਣੀ ਜਿਹੜੀ ਸਰੀਰ ਦੀ ਜਿਹੜੀ ਉਮਰ ਹੈ ਉਹ 50 ਸਾਲ ਵਰਗੀ ਕਰ ਲਈ। ਕਹਾਣੀ ਸਮਝ ਆ ਗਈ ਕਿ ਬੰਦਾ ਉਮਰ ਭਾਵੇਂ ਉਹਦੀ ਕੁਛ ਵੀ ਹੋਵੇ, ਆਪਣੀਆਂ ਬੇਵਕੂਫੀਆਂ ਕਰ ਕਰਕੇ ਜਿਹੜਾ ਉਹ ਮੌਤ ਵੱਲ ਅੱਗੇ ਵੱਧਦਾ। ਜੇ ਉਹ ਉਮਰ ਉਹਦੀ ਵੱਧ ਵੀ ਹੈਗੀ ਹੈ, ਤੇ ਜੇ ਉਹਨੇ ਆਪਣੇ ਆਪ ਨੂੰ ਮੇਨਟੇਨ ਰੱਖਿਆ, ਨੇਚਰ ਦੇ ਲਾਅ ਦੇ ਅਗੇਂਸਟ ਨਹੀਂ ਗਿਆ, ਬਾਡੀ ਨੂੰ ਖਰਾਬ ਨਹੀਂ ਕੀਤਾ, ਉਮਰ ਕੋਈ ਮੈਟਰ ਨਹੀਂ ਕਰਦੀ। ਕੁਦਰਤ ਕੋਲ ਕੋਈ ਕੈਲੰਡਰ ਨਹੀਂ ਲੱਗਿਆ ਹੋਇਆ, ਕੈਲੰਡਰ ਨਹੀਂ ਦੇਖਦੀ ਵੀ ਇਹ ਬੰਦੇ ਦੀ ਉਮਰ 75 ਸਾਲ ਹੋ ਗਈ ਹੈ, ਹੁਣ ਮੈਨੂੰ ਮਾਰਨਾ। ਕੁਦਰਤ ਦੇਖਦੀ ਕਿ ਉਹਦਾ ਜਿਹੜਾ ਸਰੀਰ ਦਾ ਢਾਂਚਾ ਹੈ, ਉਹਦੇ ਸਰੀਰ ਦੀ ਜਿਹੜੀ ਜੀਵਨੀ ਸ਼ਕਤੀ ਹੈ, ਉਹਦੇ ਸਰੀਰ ਦੀ ਇਮਿਊਨਿਟੀ ਹੈ, ਉਹ ਕਿੰਨੀ ਹੈ। ਮਤਲਬ ਕਿਤਾਬਾਂ 'ਚ ਬਹੁਤ ਸਾਰੀਆਂ ਉਦਾਹਰਨਾਂ ਨੇ। ਉਹ ਜਿਵੇਂ ਇਹ ਕਿਹਾ ਜਾਂਦਾ, ਯੂ ਆਰ ਐਜ਼ ਯੰਗ ਐਜ਼ ਯੂਅਰ ਸਪਾਈਨ ਇਜ਼, ਕਿ ਤੁਹਾਡੀ ਜੋ ਸਪਾਈਨ ਜਿੰਨੀ ਯੰਗ ਹੈ ਤੁਸੀਂ ਉਨੇ ਯੰਗ ਹੋ। ਜੇ ਤੁਸੀਂ ਸਪਾਈਨ ਸਟਿਫ ਕਰ ਲਈ ਆਪਣੀ ਸਮੇਂ ਤੋਂ ਪਹਿਲਾਂ ਹੀ ਤਾਂ ਤੁਸੀਂ ਜਲਦੀ ਮਰੋਗੇ। ਜੇ ਤੁਹਾਡੀ ਸਪਾਈਨ ਫਲੈਕਸੀਬਲ ਹੈ ਤਾਂ ਉਹ ਇੱਕ ਉਦਾਹਰਨ ਮੈਂ ਦੇ ਰਿਹਾ। ਇੱਦਾਂ ਹੀ ਸਰੀਰ 'ਚ ਸਭ ਅੰਗਾਂ 'ਚ ਹੁੰਦਾ ਹੈ, ਸਭ ਅੰਗਾਂ ਦੀ ਆਪਣੀ ਇੱਕ ਫਿਜ਼ੀਓਲੋਜੀ ਹੈ, ਸਭ ਅੰਗਾਂ ਦਾ ਕੰਮ ਕਰਨ ਦਾ ਤਰੀਕਾ ਹੈ। ਉਹ ਕਿੰਨੀ ਉਮਰ ਵਾਲਾ ਹੈ। ਅਤੇ ਬਹੁਤ ਸਾਰੇ ਤੁਸੀਂ ਬੰਦੇ ਦੇਖੋਗੇ ਕਿ ਉਹ ਆਪਣੀ ਉਮਰ ਤੋਂ ਬਹੁਤ ਘੱਟ ਲੱਗਦੇ ਹੁੰਦੇ ਆ, ਬਹੁਤ ਸਾਰੇ ਬੰਦੇ ਆਪਣੀ ਉਮਰ ਤੋਂ ਜ਼ਿਆਦਾ ਬੁੱਢੇ ਲੱਗਣ ਲੱਗ ਜਾਂਦੇ ਆ। ਸੋ ਉਹ ਇਸੇ ਕਰਕੇ ਹੁੰਦਾ ਹੈ ਕਿ ਉਹਦੇ ਸਰੀਰ ਦੀ ਫੰਕਸ਼ਨਿੰਗ ਹੈ, ਉਹਦੇ ਸਰੀਰ ਦਾ ਜਿਹੜਾ ਢਾਂਚਾ ਹੈ, ਉਹਦੇ ਖਾਣ ਪੀਣ, ਉਹਦਾ ਹਵਾ, ਉਹਦਾ ਪਾਣੀ, ਉਹਦਾ ਰਹਿਣ ਸਹਿਣ, ਉਹਦੀ ਮਾਨਸਿਕ ਅਵਸਥਾ, ਉਹਦਾ ਕਿੰਨਾ ਟੈਨਸ਼ਨ 'ਚ ਹੈ, ਬਹੁਤ ਸਾਰੀਆਂ ਗੱਲਾਂ ਨੇ। ਇੱਕ ਗੱਲ ਨਹੀਂ ਹੈ, ਕੋਈ ਮਤਲਬ 20 30 40 50 100 ਗੱਲਾਂ ਹੋਣਗੀਆਂ ਜਿਹੜੀ ਕਿ ਉਹਦੇ ਉਸ ਸਟੇਟਸ ਨੂੰ ਡਿਟਰਮਿਨ ਕਰਨਗੀਆਂ ਕਿ ਉਹ ਬੰਦੇ ਦੀ ਜਿਹੜੀ ਬਾਇਓਲੋਜੀਕਲ ਉਮਰ ਕਿੰਨੀ ਹੈ, ਬਾਇਓਲੋਜੀਕਲ ਉਮਰ ਕਿੰਨੀ ਹੈ, ਕ੍ਰੋਨੋਲੋਜੀਕਲ ਨਹੀਂ, ਕੈਲੰਡਰ ਵਾਲੀ ਉਮਰ ਨਹੀਂ, ਬਾਇਓਲੋਜੀਕਲ ਉਮਰ ਕਿੰਨੀ ਹੈ। ਜੇ 70 ਸਾਲ ਦੇ ਬੰਦੇ ਦੀ ਬਾਇਓਲੋਜੀਕਲ ਉਮਰ 50 ਸਾਲ ਹੈ ਤਾਂ ਕੁਦਰਤ ਨੂੰ 50 ਸਾਲ ਮੰਨੇਗੀ, ਉਹਨੂੰ 70 ਸਾਲ ਨਹੀਂ ਮੰਨੇਗੀ। ਜੇ 25 ਸਾਲ ਦੇ ਬੰਦੇ ਨੇ ਆਪਣੀ ਬਾਇਓਲੋਜੀਕਲ ਉਮਰ 50 ਸਾਲ ਕਰ ਰਹੀ ਹੈ ਤਾਂ ਉਮਰ ਨੂੰ 50 ਸਾਲ ਮੰਨੇਗੀ, 25 ਸਾਲ ਨਹੀਂ ਮੰਨੇਗੀ। ਸੋ ਇਹ ਸਾਡਾ ਰੋਲ ਬਣਦਾ ਹੈ ਕਿ ਅਸੀਂ ਆਪਣੇ ਸਰੀਰ ਦੀ ਇਸ ਢੰਗ ਦੇ ਨਾਲ ਪਰਵਰਿਸ਼ ਕਰੀਏ, ਇਸ ਢੰਗ ਦੇ ਨਾਲ ਉਹਨੂੰ ਰੱਖੀਏ, ਇਸ ਢੰਗ ਦੇ ਨਾਲ ਉਹਦੇ ਕਿਉਂਕਿ ਇਹ ਸਾਰੀ ਸਾਇੰਸ ਜਿਹੜੀ ਹੈ ਜਿਹਦੀ ਤੇ ਆਪਾਂ ਕੰਮ ਕਰ ਰਹੇ ਹਾਂ ਅੱਜ ਕੱਲ੍ਹ, ਉਹ ਚਾਹੇ ਡਾਈਟ ਹੈ, ਚਾਹੇ ਉਹ ਮੈਡੀਸਨਲ ਪਲਾਂਟਸ ਹੈ, ਚਾਹੇ ਉਹ ਐਕਸਰਸਾਈਜ਼ ਹੈ, ਚਾਹੇ ਉਹ ਮਾਈਂਡ ਮੈਨੇਜਮੈਂਟ ਹੈ, ਜਾਂ ਅੱਡ ਅੱਡ ਯੋਗਾ ਹੈ, ਕੁਛ ਹੈ। ਕਿੰਨੇ ਤਰੀਕੇ ਨੇ ਜਿਹੜੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨੇ ਅਤੇ ਉਸ ਸਰੀਰ ਨੂੰ ਬਾਇਓਲੋਜੀਕਲੀ ਸਟਰੋਂਗ ਰੱਖਣ ਦੇ ਨੇ। ਉਹਨੂੰ ਤੁਸੀਂ ਇਮਿਊਨਿਟੀ ਦਾ ਨਾਂ ਦੇ ਲਓ, ਉਹਨੂੰ ਤੁਸੀਂ ਜੀਵਨੀ ਸ਼ਕਤੀ ਦਾ ਨਾਂ ਦੇ ਲਓ, ਤੁਸੀਂ ਪ੍ਰਾਣ ਸ਼ਕਤੀ ਦਾ ਨਾਂ ਦੇ ਲਓ, ਕੁਛ ਨਾਂ ਅਲੱਗ ਅਲੱਗ ਨੇ। ਲੇਕਿਨ ਪਰਪਸ ਕੀ ਹੈ, ਕਹਿਣ ਤੋਂ ਮਤਲਬ ਕੀ ਹੈ ਕਿ ਤੁਸੀਂ ਤੁਹਾਡੀ ਜਿਹੜਾ ਤੁਹਾਡਾ ਸਰੀਰ ਹੈ ਉਹਨੂੰ ਤੁਸੀਂ ਕਿੱਦਾਂ ਰੱਖਦੇ ਹੋ, ਕਿੱਦਾਂ ਮੇਨਟੇਨ ਕਰਦੇ ਹੋ, ਅਤੇ ਉਹਦੇ ਅੰਦਰ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਖਿਆਲ ਰੱਖਦੇ ਹੋ ਕਿ ਨਹੀਂ ਰੱਖਦੇ। ਤਾਂ ਅੱਜ ਦਾ ਮਨੁੱਖ ਹੈ ਉਹਨੇ ਉਹ ਬਿਲਕੁਲ ਹੀ ਇੱਕ ਖਾਸ ਕਿਸਮ ਦੀ ਦਿਸ਼ਾ 'ਚ ਦੌੜ ਰਿਹਾ। ਉਹਨੂੰ ਸਾਡੇ ਇੱਕ ਜਿਹੜਾ ਕੈਪੀਟਲਿਸਟ ਕਲਚਰ ਹੈ, ਕੰਜ਼ਿਊਮਰ ਕਲਚਰ ਹੈ, ਇੱਕ ਕੋਆਪਰੇਟ ਕਲਚਰ ਹੈ, ਉਹਨੇ ਸਿਖਾਤਾ ਵੀ ਤੂੰ ਉਹਨੂੰ ਕੁਰਸੀਆਂ ਦਿਖਾ ਦਿੰਦੇ ਆ ਵੀ ਇੱਕ ਕੁਰਸੀ, ਵੱਡੀ ਕੁਰਸੀ, ਵੱਡੀ ਕੁਰਸੀ, ਵੱਡੀ ਕੁਰਸੀ, ਵੱਡੀ ਕੁਰਸੀ, ਕੁਰਸੀਆਂ ਦਿਖਾਤੀਆਂ। ਫਿਰ ਉਹ ਪੈਸਾ ਦਿਖਾਤਾ, ਇੰਨਾ ਪੈਸਾ, ਇੰਨਾ ਪੈਸਾ, ਇੰਨਾ ਪੈਸਾ, ਇੰਨਾ ਪੈਸਾ, ਇੰਨਾ ਘਰ, ਇੰਨਾ ਘਰ, ਇੰਨਾ ਘਰ, ਇੰਨੀ ਕਾਰ ਵੱਡੀ, ਇੰਨੀ ਕਾਰ ਵੱਡੀ। ਉਹਨੂੰ ਕੰਜ਼ਿਊਮਰ 'ਚ ਪਾਤਾ, ਕੰਜ਼ਿਊਮਰਿਜ਼ਮ।
ਕਿ ਤੂੰ ਫਲਾਣੀ ਚੀਜ਼ ਇਹੋ ਜਿਹੀ ਹੋਣੀ ਚਾਹੀਦੀ ਹੈ। ਉਹ ਇੱਕ ਇਮੈਜੀਨੇਸ਼ਨ ਕਰ ਲੈਂਦਾ ਕਿ ਮੇਰੀ ਕਾਰ ਇੱਦਾਂ ਦੀ ਚਾਹੀਦੀ ਹੈ, ਮੇਰਾ ਘਰ ਇੱਦਾਂ ਦਾ ਚਾਹੀਦਾ, ਮੇਰੀ ਕੁਰਸੀ ਇੱਦਾਂ ਦੀ ਚਾਹੀਦੀ ਹੈ। ਉਹਦੇ 'ਚ ਕੋਈ ਅੰਤ ਨਹੀਂ ਹੈ। ਜਿਹਦੇ ਕੋਲ ਲੱਖ ਹੈ ਉਹ 10 ਲੱਖ ਦਾ ਇੱਛਕ ਹੋ ਜਾਂਦਾ, ਜੇ ਕੋਈ 10 ਲੱਖ ਕਰੋੜ ਦਾ ਇੱਛਕ ਹੋ ਜਾਂਦਾ, ਜੇ ਕਰੋੜ ਦਾ 10 ਕਰੋੜ ਦਾ ਹੋ ਜਾਂਦਾ, ਉਹ ਗਾਂ ਦੀ ਗਾਂ ਚੱਲੀ ਜਾਂਦਾ। ਉਹ ਅਲਟੀਮੇਟਲੀ ਹੁੰਦਾ ਕੀ ਹੈ ਕਿ ਉਹ ਸਾਰੇ ਪ੍ਰੋਸੈਸ ਦੇ ਅੰਦਰ ਇੰਨੀ ਟੈਨਸ਼ਨ ਕ੍ਰੀਏਟ ਕਰ ਲੈਂਦਾ, ਇੰਨੀ ਸਟ੍ਰੈਸ ਜਨਰੇਟ ਕਰ ਲੈਂਦਾ ਕਿ ਉਹਦੇ ਅੰਦਰ ਹੀ ਜ਼ਹਿਰ ਬਣਨੇ ਸ਼ੁਰੂ ਹੋ ਜਾਂਦੇ ਆ। ਜੀਵਨ ਇੱਕ ਲੀਲਾ ਹੈ, ਜੀਵਨ ਇੱਕ ਖੇਲ ਹੈ ਪਰਮਾਤਮਾ ਦਾ ਰਚਿਆ ਹੋਇਆ। ਉਹ ਬੜਾ ਬਿਊਟੀਫੁਲ ਹੈ, ਬਹੁਤ ਸੁੰਦਰ ਜੀਵਨ ਹੈ, ਬਹੁਤ ਸੁੰਦਰ ਕਾਸਮੋਸ ਹੈ, ਬਹੁਤ ਸੁੰਦਰ ਧਰਤੀ ਹੈ, ਬਹੁਤ ਸੁੰਦਰ ਕੁਦਰਤ ਹੈ, ਬਹੁਤ ਸੁੰਦਰ ਸਮਾਜ ਹੈ। ਸਮਾਜ ਦੇ ਅੰਦਰ ਬਹੁਤ ਸੁੰਦਰ ਰਿਸ਼ਤੇ ਨੇ। ਪਰਿਵਾਰ ਦੇਖੋ ਕਿੱਡਾ ਸੁੰਦਰ ਰਿਸ਼ਤਾ ਹੈ। ਪਰਿਵਾਰ ਦੇ ਅੰਦਰ ਜੇ ਆਪਾਂ ਕੋਆਪਰੇਸ਼ਨ ਨਾਲ ਰਹੀਏ, ਪਿਆਰ ਨਾਲ ਰਹੀਏ, ਮੁਹੱਬਤ ਨਾਲ ਰਹੀਏ ਤਾਂ ਕਿਆ ਆਨੰਦ ਹੈ। ਤਾਂ ਇਹ ਸਾਰੇ ਜਿਹੜੇ ਅਸੀਂ ਰਿਸ਼ਤੇ ਸਾਡੇ ਬਣੇ ਹੋਏ ਆ, ਚਾਹੇ ਪਰਮਾਤਮਾ ਨਾਲ ਤੋਂ ਲੈ ਕੇ, ਸਾਡਾ ਇੱਕ ਪਰਮਾਤਮਾ ਨਾਲ ਰਿਸ਼ਤਾ ਹੈ ਕਾਸਮਿਕ ਊਰਜਾ ਨਾਲ, ਫਿਰ ਸਾਡਾ ਬ੍ਰਹਮੰਡੀ ਜਿਹੜੇ ਬਾਡੀਜ਼ ਨੇ, ਚਾਹੇ ਉਹ ਤਾਰੇ ਨੇ, ਚਾਹੇ ਉਹ ਗ੍ਰਹਿ ਨੇ, ਚਾਹੇ ਉਹ ਜਿਹੜੇ ਕਹਿੰਦੇ ਨਛੱਤਰ ਨੇ, ਚਾਹੇ ਉਹ ਧਰਤੀ ਹੈ ਸਾਡੀ, ਧਰਤੀ ਮਾਂ ਸਾਡੀ ਕੁਦਰਤ ਨਾਲ ਰਿਸ਼ਤਾ ਹੈ, ਪੇੜ ਪੌਦਿਆਂ ਨਾਲ ਰਿਸ਼ਤਾ ਹੈ, ਜਾਨਵਰਾਂ ਨਾਲ ਰਿਸ਼ਤਾ ਹੈ, ਸਮਾਜ ਨਾਲ ਰਿਸ਼ਤਾ ਹੈ। ਸਮਾਜ ਸਾਡੇ ਦੋਸਤ ਨੇ, ਮਿੱਤਰ ਨੇ, ਸਾਡੇ ਕੰਮ ਕਰਨ ਵਾਲੀ ਥਾਂ 'ਤੇ ਨੇ। ਕਿੰਨਾ ਕੁਛ ਹੈ, ਕਿੰਨਾ ਸੋਹਣਾ ਹੈ ਸਾਰਾ, ਕਿੰਨੀ ਕੁਦਰਤ ਸੋਹਣੀ ਹੈ। ਤੁਸੀਂ ਰੰਗ ਦੇਖੋ ਕੁਦਰਤ ਦੇ ਅੰਦਰ, ਪੰਛੀਆਂ ਦੇ ਰੰਗ ਦੇਖੋ, ਮਤਲਬ ਪੰਛੀਆਂ ਦੇ ਰੰਗ ਦੇਖ ਕੇ ਕਈ ਵਾਰੀ ਹੈਰਾਨ ਹੋ ਰਿਹਾ ਹੁੰਦਾ ਵੀ ਕਿਆ ਕੁਦਰਤ ਹੈ, ਕਿਵੇਂ ਰੰਗ ਖੜਾ ਕਰਦੀ ਹੈ ਕੁਦਰਤ ਦੇ, ਕਿਵੇਂ ਉਹ ਜਿੱਦਾਂ ਦਾ ਆਲਾ ਦੁਆਲਾ ਹੁੰਦਾ ਉਹੋ ਜਿਹਾ ਰੰਗ, ਕਿਵੇਂ ਦੇਖੋ ਉਹਦੀ ਜਿਹਨੂੰ ਗਿਰਗਟ ਕਹਿੰਦੇ ਆਪਾਂ, ਉਹਦੇ ਅੰਦਰ ਇੰਨੀ ਸ਼ਕਤੀ ਦਿੱਤੀ ਹੈ। ਉਹ ਜਿਹੋ ਜਿਹਾ ਆਲੇ ਦੁਆਲੇ ਉਹਦੇ ਜੇ ਬਰਾਊਨ ਥਾਂ 'ਤੇ ਬੈਠੀ ਹੈ ਤਾਂ ਬਰਾਊਨ ਹੋ ਜਾਂਦੀ ਹੈ, ਜੇ ਗ੍ਰੀਨ ਥਾਂ 'ਤੇ ਬੈਠੀ ਗ੍ਰੀਨ ਹੋ ਜਾਂਦੀ ਹੈ। ਐਸਾ ਕ੍ਰਿਸ਼ਮਾ ਹੈ ਕੁਦਰਤ। ਅਤੇ ਫਿਰ ਸਾਡਾ ਸਰੀਰ ਜਿਹੜਾ, ਸਰੀਰ ਦੀ ਫੰਕਸ਼ਨਿੰਗ ਦੇਖੋ ਕਿਆ ਕ੍ਰਿਸ਼ਮਾ ਹੈ। ਸਰੀਰ ਆਪਣੇ ਆਪ 'ਚ ਹੀ ਬਹੁਤ ਵੱਡਾ ਕ੍ਰਿਸ਼ਮਾ। ਇਹ ਸਾਰਾ ਕ੍ਰਿਸ਼ਮਾ ਜਿਹੜਾ ਹੈ ਇਹ ਇੰਜੋਏ ਕਰਨ ਵਾਸਤੇ, ਆਨੰਦ ਲੈਣ ਲਈ ਹੈ। ਇਹ ਪਰਮਾਤਮਾ ਨਾਲ ਜੁੜੋ, ਚਾਹੇ ਆਪਣੇ ਪਰਿਵਾਰ ਨਾਲ ਜੁੜੋ, ਚਾਹੇ ਆਪਣੇ ਸਰੀਰ ਨਾਲ ਜੁੜੋ। ਤਾਂ ਇਹ ਜਿਹੜਾ ਉਹਦੇ 'ਚ ਜਿਹੜਾ ਸਾਰਾ ਕੁਛ ਹੈ, ਜੋ ਤਣਾਅ ਅਸੀਂ ਖੜਾ ਕਰ ਰੱਖਿਆ, ਜੋ ਅਸੀਂ ਮਾਰਾਮਾਰੀ ਹੈ, ਅਤੇ ਜੋ ਸਾਡੇ ਆਲੇ ਦੁਆਲੇ ਜਿੱਦਾਂ ਦਾ ਪੋਲੀਟੀਕਲ ਔਰ ਸੋਸ਼ਲ ਸਟਰਕਚਰ ਬਣ ਗਿਆ ਕਿ ਸਾਡੇ ਅੰਦਰ ਕਿੱਦਾਂ ਲੋਕ ਜਿਹੜੇ ਨੇ ਮਾਰਾਮਾਰੀ ਦੇ ਸਿਰ 'ਤੇ ਸਾਨੂੰ ਇੱਕ ਮੇਰੇ ਖਿਆਲ 'ਚ ਕੱਲ੍ਹ ਮੈਂ ਪੜ੍ਹ ਰਿਹਾ ਸੀ, ਟੋਟਲ 600 ਕੰਪਨੀ ਅਮਰੀਕਾ ਦੀ ਹੈ ਅਤੇ 400 ਚਾਈਨਾ ਦੀ ਹੈ। 1000 ਕੰਪਨੀ ਨੇ ਭੜਥੂ ਪਾ ਰੱਖਿਆ ਦੁਨੀਆ 'ਚ। ਉਹ ਕਹਿੰਦੇ ਸਾਡੇ ਕੋਲ ਹੀ ਸਾਰਾ ਕੁਛ ਆ ਜਾਏ, ਅਤੇ ਉਹਦੇ ਨਾਲ ਹੋਰ ਉਹਨਾਂ ਨੇ ਜੋੜ ਲਏ ਵੱਧ ਤੋਂ ਵੱਧ 1% ਲੋਕ ਨੇ। ਜੇ 700 ਕਰੋੜ ਨੇ ਤਾਂ ਟੋਟਲ ਕਿੰਨੇ ਬਣੇ, ਮੇਰੇ ਖਿਆਲ 'ਚ 7 ਕਰੋੜ ਜਾਂ 7 ਕਰੋੜ, 7 ਕਰੋੜ। 7 ਕਰੋੜ ਲੋਕ ਨੇ ਜਿਹੜੇ ਬਹੁਤ ਅਮੀਰ ਨੇ ਸਾਰੀ ਦੁਨੀਆ 'ਚ। 7 ਕਰੋੜ ਲੋਕ ਕਹਿੰਦੇ ਵੀ ਨਹੀਂ ਅਸੀਂ ਸਭ ਕੁਛ ਹਾਂ, ਬਾਕੀ ਤਾਂ ਜਿਹੜੇ ਐਵੇਂ ਕੀੜੇ ਮਕੌੜੇ ਨੇ। ਤਾਂ ਇਹ ਸਾਰਾ ਜਿਹੜਾ ਟੈਨਸ਼ਨ ਹੈ, ਸਾਰਾ ਤਣਾਅ ਹੈ, ਸਾਰਾ ਮਾਰਾਮਾਰੀ ਹੈ, ਇਹ ਕਿਤੇ ਨਾ ਕਿਤੇ ਮਤਲਬ ਐਸੀ ਉਸ ਜਿਹੜੀ ਕਿ ਇੱਕ ਕੈਪੀਟਲਿਸਟ ਸਿਸਟਮ ਨੇ ਸਾਨੂੰ ਦਿੱਤੀ ਹੈ, ਕੰਪੀਟੀਸ਼ਨ ਦੀ ਭਾਵਨਾ ਜਾਂ ਹੋਰ ਦੀ ਭਾਵਨਾ, ਜਾਂ ਥੈਂਕਲੈਸਨੈਸ ਦੀ ਭਾਵਨਾ। ਤਾਂ ਉਹ ਕਿਤੇ ਨਾ ਕਿਤੇ ਉਹਦੇ 'ਚੋਂ ਬਾਹਰ ਆਉਣ ਦੀ ਲੋੜ ਹੈ। ਅਤੇ ਇਹ ਮੇਰਾ ਸਮਝਣ ਦੀ ਲੋੜ ਹੈ ਕਿ ਜਿਹੜੇ ਸਾਡੇ ਸੂਖਸ਼ਮ ਜੀਵ ਨੇ, ਹੋਰ ਨੇ, ਇਹ ਸਾਰੇ ਕਿਤੇ ਨਾ ਕਿਤੇ ਸਾਡੇ ਦੋਸਤ ਨੇ, ਸਾਡੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ। ਜੇ ਅਸੀਂ ਇਸ ਕੁਚੱਕਰ 'ਚੋਂ ਬਾਹਰ ਨਹੀਂ ਨਿਕਲਦੇ ਤਾਂ ਫਿਰ ਆ ਜੋ ਕੁਛ ਸਾਡੇ ਨਾਲ ਪਿਛਲੇ 2 ਸਾਲਾਂ 'ਚ ਹੋਇਆ, ਉਹ ਸਾਨੂੰ ਸਮਝਣ ਦੀ ਲੋੜ ਹੈ। ਅਤੇ ਉਸ ਗਿਆਨ 'ਚ ਆ ਕੇ ਵਿਚਰਨ ਦੀ ਲੋੜ ਹੈ ਕਿ ਅਸਲ 'ਚ ਸੱਚ ਕੀ ਹੈ ਅਤੇ ਝੂਠ ਕੀ ਹੈ। ਕਿੱਡਾ ਵੱਡਾ ਝੂਠ ਸਾਡੇ ਸਿਰ 'ਤੇ ਮੜਿਆ ਗਿਆ, ਔਰ ਉਹ ਝੂਠ ਅਜੇ ਤੱਕ ਚੱਲੀ ਜਾ ਰਿਹਾ। ਜਦੋਂ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਮਾੜੀ ਮੋਟੀ ਸਮਝ ਸੀਗੀ, ਉਹਨੇ ਸ਼ੁਰੂ 'ਚ ਜੋ ਕੁਛ ਕਿਹਾ ਸੀਗਾ ਅਤੇ ਉਹ ਕੁਛ ਨੇ ਗੌਲਿਆ ਨਹੀਂ ਹੈ, ਅਤੇ ਹੁਣ ਅਸੀਂ ਉਸ ਝੂਠ ਦਾ ਖਾਮਿਆਜ਼ਾ ਭੁਗਤ ਰਹੇ ਹਾਂ। ਦੇਖੋ ਕਿੰਨੇ ਸਾਰੀ ਮਨੁੱਖਤਾ ਭੁਗਤ ਰਹੀ ਹੈ। ਅਤੇ ਉਹਦੇ 'ਚ ਕਿਉਂਕਿ ਸਾਡੇ ਕੋਲ ਬੇਸ ਲਾਈਨ ਨਹੀਂ ਸੀਗੀ। ਜੋ ਅਸੀਂ ਅੱਜ ਗੱਲ ਕੀਤੀ ਹੈ ਕਿ ਸੂਖਸ਼ਮ ਜੀਵਾਂ ਦਾ ਸਾਡਾ ਰਿਸ਼ਤਾ ਕੀ ਹੈ, ਜੇ ਉਹੀ ਅਸੀਂ ਸਮਝੀਏ ਤਾਂ ਮੇਰੇ ਖਿਆਲ 'ਚ ਕੋਈ ਉਲਝਣ ਵਾਲੀ ਗੱਲ ਨਹੀਂ ਹੈ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਨਾ ਕੋਈ ਕਿਸੇ ਨੂੰ ਮਾਸਕਾਂ ਪਾਉਣ ਦੀ ਲੋੜ ਹੈ, ਨਾ ਕਿਸੇ ਨੂੰ ਕੋਈ ਡਰਨ ਦੀ ਲੋੜ ਹੈ, ਨਾ ਕੋਈ ਜੀਵਨ ਨੂੰ ਰੋਕਣ ਦੀ ਲੋੜ ਹੈ। ਅੱਜ ਸਾਰੇ ਦਾ ਸਾਰਾ ਉਹ ਹੌਲੀ ਹੌਲੀ ਸਾਇੰਸ 'ਚ ਨਿਕਲ ਕੇ ਆ ਰਿਹਾ ਸਾਹਮਣੇ। ਅਤੇ ਕਿਤੇ ਨਾ ਕਿਤੇ ਇਹ ਝੂਠ ਜਿਹੜਾ ਨੰਗਾ ਹੋਣਾ ਸ਼ੁਰੂ ਹੋ ਗਿਆ ਹੋਇਆ, ਅਤੇ ਮੇਰੇ ਖਿਆਲ 'ਚ ਹੋਰ 2-4 ਸਾਲਾਂ 'ਚ ਇੰਨਾ ਕੁ ਨੰਗਾ ਹੋ ਜਾਣਾ। ਲੇਕਿਨ ਤਦ ਤੱਕ ਬਹੁਤ ਮਿਜ਼ਰੀ ਕ੍ਰੀਏਟ ਹੋ ਜਾਂਦੀ ਹੈ, ਬਹੁਤ ਦੁੱਖ ਦਰਦ ਕ੍ਰੀਏਟ ਹੁੰਦਾ ਹੈ, ਬਹੁਤ ਮੌਤਾਂ ਹੁੰਦੀਆਂ ਨੇ, ਬਹੁਤ ਲੋਕ ਬਿਮਾਰ ਹੋ ਜਾਂਦੇ ਹੈ, ਲੱਖਾਂ ਕਰੋੜਾਂ ਫਾਲਤੂ ਦੇ। ਤਾਂ ਇਸ ਤੋਂ ਬਚਣ ਲਈ ਤਰੀਕਾ ਕੀ ਹੈ? ਵਿਗਿਆਨ, ਸਾਇੰਸ ਸਾਡੇ ਕੋਲ ਉਹ ਹਥਿਆਰ ਹੈ ਜਿਹਦੇ ਸਿਰ 'ਤੇ ਅਸੀਂ ਬਹੁਤ ਹੀ ਵਧੀਆ ਜੀਵਨ ਜਿਉ ਸਕਦੇ ਹਾਂ, ਪਰਮਾਤਮਾ ਨਾਲ ਜੁੜ ਕੇ, ਕੁਦਰਤ ਨਾਲ ਜੁੜ ਕੇ, ਔਰ ਕੁਦਰਤ ਦੀ ਇਸ ਸ੍ਰਿਸ਼ਟੀ ਦੇ ਨਾਲ ਜੁੜ ਕੇ, ਔਰ ਉਸ ਵਿਗਿਆਨ ਨਾਲ ਜੁੜ ਕੇ ਜਿਹਦੀ ਚੇਤਨਾ ਦੇ ਸਿਰ 'ਤੇ ਅਸੀਂ ਸਾਰੇ ਦਾ ਸਾਰਾ ਜਿਹੜਾ ਹੈ ਆਪਣਾ ਸਮਾਜ ਬਿਲਡ ਕਰਨਾ ਹੁੰਦਾ ਹੈ। ਔਰ ਸਮਾਜ ਦੇ ਅੰਦਰ ਬਾਕੀ ਜਿਹੜੀ ਕੋਆਪਰੇਸ਼ਨ, ਆਪਸੀ ਲੈਣ ਦੇਣ,
ਕੋਈ ਹੈਲਥ ਸਿਸਟਮ ਹੈ, ਕੋਈ ਐਜੂਕੇਸ਼ਨ ਸਿਸਟਮ ਹੈ, ਕੋਈ ਐਗਰੀਕਲਚਰ ਦਾ ਹੈ, ਕੋਈ ਵਪਾਰ ਹੈ, ਕੋਈ ਹੋਰ ਹੈ। ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਿਗਿਆਨ 'ਤੇ ਆਧਾਰਿਤ ਅਗਰ ਹੋਵੇ ਤਾਂ ਮੈਂ ਸਮਝਦਾ ਕਿ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਵੀ ਮਨੁੱਖ ਇਸ ਧਰਤੀ ਦੇ ਉੱਪਰ ਜਿਹੜਾ ਉਹਨੂੰ ਗ੍ਰੇਸਫੁਲ ਲਾਈਫ ਨਾ ਦਿੱਤੀ ਜਾ ਸਕੇ। ਇਹ ਧਰਤੀ ਮਾਤਾ ਇਹੋ ਜਿਹੀ ਇਹਦੇ ਅੰਦਰ ਗੁਣ ਨੇ ਇੰਨੇ ਕਿ ਸਾਰੇ ਦੇ ਸਾਰੇ 800 ਕਰੋੜ ਲੋਕਾਂ ਨੂੰ, ਹੁਣ ਤਾਂ ਲੋਕ ਵਿਗਿਆਨ ਕਹਿ ਰਹੇ ਕਿ ਇਸ ਤੋਂ 5 ਗੁਣਾ ਵੀ ਵੱਧ ਜਾਣ ਤਾਂ ਵੀ ਕੋਈ ਦਿੱਕਤ ਨਹੀਂ ਹੈ, ਤਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਜੀਵਨ ਦੇ ਦੇਣ ਦੇ ਸਮਰੱਥ ਹੈ। ਸਵਾਲ ਤਾਂ ਹੈ ਕਿ ਵਿਗਿਆਨ ਦੇ ਉੱਪਰ ਆਧਾਰਿਤ ਜਿਹੜਾ ਇਹ ਸਾਰਾ ਸਮਾਜ ਜਿਹੜਾ ਬਿਲਡ ਹੋਵੇ, ਨਾ ਕਿ ਕੁਝ ਲੋਕਾਂ ਦੀ ਖਾਤਰ ਤੇ ਬਹੁਤ ਵੱਡੇ ਵੱਡੇ ਝੂਠਾਂ ਦੇ ਆਧਾਰਿਤ। ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਤੁਸੀਂ, ਪਰ ਨਾਲ ਹੁਣ ਆਪਾਂ ਜਾਂਦੇ ਜੇਕਰ ਇਹ ਗੱਲ ਆਪਾਂ ਨਾ ਕਲੀਅਰ ਕੀਤੀ ਤਾਂ ਆਪਣਾ ਇਹ ਐਪੀਸੋਡ ਅਧੂਰਾ ਰਹਿ ਜਾਣਾ। ਕਿ ਜਿਹੜੇ ਬਿਮਾਰੀਆਂ ਨੂੰ ਲੈ ਕੇ ਆਪਾਂ ਗੱਲ ਸਟਾਰਟ ਕੀਤੀ ਸੀ ਵੀ ਬਿਮਾਰੀਆਂ ਸੂਖਸ਼ਮ ਰੋਗ ਜਿਹੜੇ ਨੇ ਸਾਡੇ ਦੋਸਤ ਨੇ, ਸਾਡੇ ਦੁਸ਼ਮਣ ਨਹੀਂ ਹੈਗੇ। ਤੇ ਆਪਾਂ ਠੀਕ ਹੈ, ਤੁਸੀਂ ਬਹੁਤ ਵਿਸਥਾਰ ਦੇ ਨਾਲ ਇਸ ਚੀਜ਼ ਨੂੰ ਸਮਝਾ ਦਿੱਤਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਕੀ ਸੋਚ ਕਿ ਕੁਦਰਤ ਕਿਸ ਤਰ੍ਹਾਂ ਪੈਦਾ ਕਰ ਰਹੀ ਹੈ ਆਪਾਂ ਨੂੰ, ਕਿਸ ਤਰ੍ਹਾਂ ਆਪਾਂ ਨੂੰ ਜਿੰਦਾ ਰੱਖ ਰਹੀ ਹੈ, ਕੀ ਰੋਲ ਹੈਗਾ ਉਹਦੇ ਵਿੱਚ। ਲੇਕਿਨ ਆਪਾਂ ਉਸ ਨੂੰ ਜਿਹੜਾ ਉਹ ਆਪਣੀਆਂ ਕੀ ਬੇਵਕੂਫੀਆਂ ਨੇ ਜਿਹਦੇ ਕਰਕੇ ਆਪਾਂ ਆਪਣੇ ਸਿਸਟਮ ਨੂੰ ਵਿਗਾੜ ਲੈਂਦੇ। ਲੇਕਿਨ ਜੇਕਰ ਆਮ ਬੰਦੇ ਦੀ ਇਹ ਬਹੁਤ ਹਾਈ ਲੈਵਲ ਦੀ ਗੱਲ ਹੈ, ਬਹੁਤ ਸਾਰੇ ਲੋਕਾਂ ਤੋਂ ਉੱਪਰੋਂ ਵੀ ਲੰਘ ਗਈ ਹੋਣੀ, ਕਿਉਂਕਿ ਇਹਨੂੰ ਸਮਝਣ ਲਈ ਵੀ ਦਿਮਾਗ ਚਾਹੀਦਾ ਹੋਏਗਾ। ਜਿਹੜੇ ਬੁੱਧੀਜੀਵੀ ਹੋਣਗੇ ਉਹਨਾਂ ਨੂੰ ਇਹ ਚੀਜ਼ਾਂ ਸਮਝ ਆਉਣਗੀਆਂ। ਆਪਾਂ ਇਹਨੂੰ ਹੋਰ ਸੌਖਿਆਂ ਕਰੀਏ ਕਿ ਉਹ ਕਿਹੜੀਆਂ ਬੇਵਕੂਫੀਆਂ ਕਰਦੇ ਨੇ ਜਿਹਦੇ ਨਾਲ ਆਪਾਂ ਜਿਹੜੇ ਇਹ ਸੂਖਸ਼ਮ ਰੋਗ ਜਿਹੜੇ ਦੂਸਰੇ ਰੋਗ ਹੁੰਦੇ ਨੇ, ਜਿਹੜੇ ਤੀਬਰ ਰੋਗ ਹੁੰਦੇ ਨੇ, ਉਹਦੇ ਵਿੱਚ ਉਹ ਬਿਮਾਰੀ ਨੂੰ ਹੋਰ ਵਿਗਾੜ ਕੇ ਬਹਿ ਜਾਂਦੇ ਨੇ। ਮੰਨ ਲਓ ਬੁਖਾਰ ਹੈ, ਬੁਖਾਰ ਦੇ ਵਿੱਚ ਉਹ ਪੈਰਾਸੀਟਾਮੋਲ ਦੇ ਦਿੰਦੇ ਨੇ। ਬੁਖਾਰ ਹੋਇਆ ਕਿਉਂ ਹੈ ਉਹ ਸਾਰਿਆਂ ਨੂੰ ਆਪਾਂ ਬਹੁਤ ਵਾਰੀ ਡਿਸਕਸ ਵੀ ਕਰ ਚੁੱਕੇ ਹਾਂ ਕਿ ਬੁਖਾਰ ਜਿਹੜਾ ਬੋਡੀ ਨੂੰ ਜਿਹੜਾ ਅੰਦਰ ਵਾਇਰਸ ਨੂੰ ਮਾਰਨ ਦਾ ਇੱਕ ਮੈਕੈਨਿਜ਼ਮ ਹੈ। ਆਪਾਂ ਨੂੰ ਜ਼ੁਕਾਮ ਲੱਗ ਗਿਆ, ਜ਼ੁਕਾਮ ਕਿਉਂ ਲੱਗਿਆ ਇਹਦੇ ਬਾਰੇ ਵੀ ਆਪਾਂ ਦੇਖੋ ਕਿਵੇਂ ਇਹ ਰੋਗ, ਜਦੋਂ ਇਹ ਰੋਗ ਵਿਗਾੜ ਲੈਂਦੇ ਨੇ ਉਦੋਂ ਫਿਰ ਇਹ ਰੋਗ ਕੀ ਰੂਪ ਧਾਰਨ ਕਰਦੇ ਨੇ। ਜਿਹੜੇ ਤੀਬਰ ਰੋਗ ਹੁੰਦੇ ਨੇ ਉਹ ਵਿਗੜਨ ਤੋਂ ਬਾਅਦ ਕਿਵੇਂ ਜਿਹੜੇ ਉਹ ਕਿਹੜੇ ਰੂਪ ਧਾਰਨ ਕਰਦੇ। ਮੇਰੇ ਖਿਆਲ 'ਚ ਆਪਾਂ ਇਸ ਵੀਡੀਓ 'ਚ ਇੱਦਾਂ ਵਿਸਥਾਰ 'ਚ ਤਾਂ ਸ਼ਾਇਦ ਇਹ ਗੱਲ ਨਹੀਂ ਕਰ ਸਕਾਂਗੇ, ਕਿਉਂਕਿ ਇਹ ਗੱਲ ਆਪਣੀ ਹਰ ਐਪੀਸੋਡ 'ਚ ਆਏਗੀ। ਅਲਟੀਮੇਟਲੀ ਹਰ ਐਪੀਸੋਡ ਦੇ ਐਂਡ 'ਤੇ ਆਏਗੀ ਕਿ ਆਪਾਂ ਕੀ ਗਲਤੀਆਂ ਕਰਦੇ ਹਾਂ, ਹਰ ਬਿਮਾਰੀ 'ਚ ਆਏਗੀ। ਲੇਕਿਨ ਜੇ ਆਪਾਂ ਕਾਊਂਟ ਕਰਨਾ ਚਾਹੀਏ ਤਾਂ ਉਹੀ ਨੇ ਉਹ ਕਿ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਜਿਹਨੂੰ ਕਹਿੰਦੇ ਬੇਮੁਖ ਹੋਣਾ, ਕਿ ਉਸ ਪਰਮਾਤਮਾ ਨਾਲ ਜਿਹਦੀ ਇਹ ਕ੍ਰੀਏਸ਼ਨ ਹੈ ਉਹ ਤੋਂ ਬੇਮੁਖ ਹੋਣਾ ਬਹੁਤ ਵੱਡਾ ਇੱਕ ਜਿਹੜਾ ਹੈ, ਸਾਡੀ ਗੁਰਬਾਣੀ ਵੀ ਕਹਿੰਦੀ ਹੈ, ਉਪਨਿਸ਼ਦ ਵੀ ਕਹਿੰਦੇ ਆ ਕਿ ਜੁੜ ਕੇ ਰਹਿਣਾ। ਸਭ ਤੋਂ ਸੁਪਰੀਮ ਕੌਣ ਹੈ? ਊਰਜਾ ਨਾਲ ਭਰਿਆ ਹੋਇਆ ਆਕਾਸ਼, ਜਿਹੜਾ ਕਿ ਨਿਯਮਾਂ ਤਹਿਤ, ਆਪਣੇ ਬਣਾਏ ਨਿਯਮਾਂ ਤਹਿਤ ਚੱਲਦਾ, ਪਰਮਾਤਮਾ ਉਹ। ਪਰਮੇਸ਼ਰ ਦੇ ਭੁੱਲਿਆਂ ਵਿਆਪੇ ਸਭੇ ਰੋਗ। ਤਾਂ ਸਭ ਤੋਂ ਪਹਿਲਾਂ ਉਹ ਹੈ ਕਿ ਅਸੀਂ ਬੇਮੁਖ ਨਹੀਂ ਹੋਣਾ, ਉਹਦੇ ਨਾਲ ਜੁੜ ਕੇ ਰਹਿਣਾ। ਨੰਬਰ 2 ਤੇ ਕੁਦਰਤ, ਅੱਗੇ ਸਾਡੀ ਕੁਦਰਤ ਜਿਹੜੀ ਮਾਂ ਹੈ ਸਾਡੀ, ਕਿ ਕੁਦਰਤ ਮਾਂ ਨਾਲ ਜੁੜ ਕੇ ਰਹਿਣਾ। ਕਿ ਕੁਦਰਤ ਤੋਂ ਬੇਮੁਖ ਹੋਵਾਂਗੇ ਤਾਂ ਵੀ ਅਸੀਂ ਬਿਮਾਰੀਆਂ ਇਨਵਾਈਟ ਕਰਾਂਗੇ, ਅਸੀਂ ਹਵਾ ਨੂੰ ਗੰਦਾ ਕਰਾਂਗੇ, ਪਾਣੀ ਨੂੰ ਗੰਦਾ ਕਰਾਂਗੇ, ਮਿੱਟੀ ਨੂੰ ਗੰਦਾ ਕਰਾਂਗੇ। ਕੁਦਰਤ ਤੋਂ ਬੇਮੁਖ ਹੋ ਗਏ, ਉਹਨੂੰ ਸੰਭਾਲਿਆ ਨਹੀਂ। ਮਨੁੱਖ ਨੇ, ਪਰਮਾਤਮਾ ਨੇ ਸਾਨੂੰ 2 ਹੱਥ ਸਾਡੇ ਫ੍ਰੀ ਕੀਤੇ, ਸਾਨੂੰ 4 ਲੱਤਾਂ ਤੋਂ ਤੁਰਦਿਆਂ 2 ਲੱਤਾਂ 'ਤੇ ਖੜਾ ਕਰਤਾ। ਕਾਹਦੇ ਲਈ ਕੀਤਾ? ਇਹ ਹੱਥ ਦਿੱਤੇ ਆ ਕੁਦਰਤ ਨੂੰ ਸੰਵਾਰਨ ਲਈ, ਕਿ ਕੁਦਰਤ ਨੂੰ ਸੰਵਾਰਨਾ, ਵਿਗਾੜਨਾ ਨਹੀਂ। ਅਸੀਂ ਅੱਜ ਕਪੂਤ ਹੋ ਗਏ ਹਾਂ, ਅਸੀਂ ਸਪੂਤ ਨਹੀਂ ਰਹੇ। ਹੁਣ ਅਸੀਂ ਕਪੂਤ ਹੋ ਗਏ ਹਾਂ ਕਿ ਅਸੀਂ ਕੁਦਰਤ ਨੂੰ ਵਿਗਾੜ ਰਹੇ ਹਾਂ ਉਲਟਾ। ਹਿੰਦੀ ਦੀ ਇੱਕ ਸ਼ੇਰ ਵੀ ਹੈਗਾ ਕਿ ਪੂਤ ਕਪੂਤ ਤੋਂ ਕਿਉਂ ਧਨ ਸਿੰਚੇ, ਪੂਤ ਸਪੂਤ ਤੋਂ ਕਿਉਂ ਧਨ ਸਿੰਚੇ। ਯਾਨੀ ਕਿ ਜੇ ਪੁੱਤਰ ਕਪੁੱਤਰ ਹੈ ਤਾਂ ਉਹਦੇ ਪੈਸਾ ਇਕੱਠਾ ਕਿਉਂ ਕਰ ਰਿਹਾ, ਆਪਣਾ ਖਜ਼ਾਨਾ ਇਕੱਠਾ ਕਿਉਂ ਕਰ ਰਿਹਾ, ਕਿਉਂਕਿ ਉਹਨੇ ਵਿਗਾੜ ਦੇਣਾ। ਤੇ ਜੇ ਪੂਤ ਸਪੂਤ, ਜੇ ਪੁੱਤਰ ਸਪੁੱਤਰ ਹੈ ਤੇ ਫਿਰ ਵੀ ਧਨ ਇਕੱਠਾ ਕਰਨ ਦੀ ਕੀ ਲੋੜ ਹੈ, ਉਹਨੇ ਆਪੇ ਹੀ ਬਣਾ ਲੈਣਾ ਹੈਗਾ। ਸਹੀ ਗੱਲ। ਤੋ ਅਸੀਂ ਜਿਹੜੇ ਕੁਦਰਤ ਮਾਂ ਦੇ ਕਪੂਤ ਹਾਂ ਇਸ ਵੇਲੇ, ਕਿਉਂਕਿ ਅਸੀਂ ਵਿਗਾੜ ਰਹੇ ਹਾਂ ਸਾਰੇ। ਕੋਈ ਚੇਤਨ ਰੂਪ 'ਚ ਵਿਗਾੜ ਰਿਹਾ, ਕੋਈ ਆਪਣੇ ਲਾਲਚ 'ਚ ਵਿਗਾੜ ਰਿਹਾ, ਤੇ ਕੋਈ ਆਪਣੀ ਇਗਨੋਰੈਂਸ 'ਚ ਵਿਗਾੜ ਰਿਹਾ। ਤੇ ਬੇਵਕੂਫੀਆਂ ਕਰਨਾ ਜਾਂ ਬੇਵਕੂਫ ਬਣਨਾ ਕਿਸੇ ਦੇ ਕਹਿ 'ਤੇ ਜਾਂ ਕਿਸੇ ਦਾ ਹਿੱਤ ਪੂਰਾ ਕਰਨ ਲਈ, ਉਹ ਵੀ ਕੋਈ ਵਧੀਆ ਗੱਲ ਨਹੀਂ ਹੁੰਦੀ। ਸੋ ਅਸੀਂ ਲਗਭਗ ਸਾਰੇ ਹੀ ਕੁਛ ਤਾਂ ਆਪਣੇ ਲਾਲਚ ਕਰ ਰਹੇ ਹਾਂ, ਵੱਡੇ ਹੋਣ ਦਾ ਵੱਡਾ ਹੋਣਾ, ਕੁਛ ਅਸੀਂ ਬੇਵਕੂਫ ਬਣ ਰਹੇ ਹਾਂ। ਉਹ ਛੱਡਣਾ ਚਾਹੀਦਾ, ਬੇਵਕੂਫ ਬਣਨਾ ਵੀ ਛੱਡਣਾ ਚਾਹੀਦਾ। ਤੇ ਜਿਹੜੇ ਬੰਦੇ ਆਪਣੇ ਲਾਲਚ ਵਾਸਤੇ ਦੂਜਿਆਂ ਨੂੰ ਬੇਵਕੂਫ ਬਣਾ ਰਹੇ ਆ, ਲੱਖਾਂ ਕਰੋੜਾਂ ਲੋਕਾਂ ਨੂੰ, ਉਹਨਾਂ ਦੇ ਖਿਲਾਫ ਵੀ ਜਿਹੜਾ ਫਰੰਟ ਖੜਾ ਕਰਨਾ ਬਹੁਤ ਜ਼ਰੂਰੀ ਹੈ। ਮੁਹਿੰਮ ਚਲਾਉਣੀ ਜਿਹੜੀ ਬਹੁਤ ਜ਼ਰੂਰੀ ਹੈ। ਤੇ ਕੁਦਰਤ ਮਾਂ ਨੂੰ ਸੇਵ ਕਰਨਾ, ਆਪਣੇ ਇਹ ਹੱਥ ਤੇ ਦਿਮਾਗ, ਕੁਦਰਤ ਨੇ ਦਿਮਾਗ ਵੀ ਸਿਰੇ ਦਾ ਦਿੱਤਾ ਤੇ ਹੱਥ ਵੀ ਸਿਰੇ ਦਾ ਦਿੱਤੇ, ਬਰੀਕ ਤੋਂ ਬਰੀਕ ਕੰਮ ਵੀ ਕਰ ਸਕਦੇ ਹਾਂ। ਤੇ ਤੁਸੀਂ ਮਤਲਬ ਜੋ ਮਨੁੱਖੀ ਹੱਥ ਕਰ ਸਕਦਾ, ਕੋਈ ਦੁਨੀਆ ਦੀ ਇਸ ਵੇਲੇ ਕੋਈ ਇਹਦਾ ਕੋਈ ਮੁਕਾਬਲਾ ਨਹੀਂ ਹੈ।
ਤੇ ਉਹ ਉਹਨੂੰ ਅਸੀਂ ਕੁਦਰਤ ਨੂੰ ਸਵਾਰਨ 'ਚ ਲਾਈਏ, ਕੁਦਰਤ ਨੂੰ ਵਿਗਾੜਨ 'ਚ ਨਾ ਲਾਈਏ। ਅੱਗੇ ਫਿਰ ਜਿਹੜੀ ਉਹਦੇ ਅੱਗੇ ਜਿਹੜਾ ਸਾਡਾ ਹੈਗਾ ਕਿ ਕੁਦਰਤੀ ਖਾਣਾ ਉਹਦੇ ਉਸੇ ਦਾ ਹਿੱਸਾ ਹੈ। ਕੁਦਰਤੀ ਉਗਾਉਣਾ, ਕੁਦਰਤੀ ਫੂਡ ਨੂੰ ਸਾਈਕਲ ਕਰਨਾ, ਸਟੋਰ ਕਰਨਾ, ਕੁਦਰਤ ਦੇ ਧਰਤੀ ਦੇ ਜਿਹੜਾ ਸਾਡਾ ਵੇਸਟ ਆ ਫਿਰ ਵਾਪਸ ਧਰਤੀ 'ਚ ਲੈ ਕੇ ਜਾਣਾ। ਫਿਰ ਆਪਣਾ ਨੇਚੁਰਲ ਖਾਣਾ, ਕੱਚਾ ਖਾਣਾ, ਉਹਦੀ ਅੱਗੇ ਸਾਇੰਸ ਆਪਾਂ ਰੋਜ਼ ਪ੍ਰੀਚ ਕਰਦੇ ਹਾਂ। ਉਹਦੇ 5 ਪਿਲਰ ਕਹਿੰਦੇ ਆਪਾਂ ਕਿ ਜਿਹੜਾ ਫੂਡ ਹੈ ਉਹ ਸਾਡਾ ਨੈਚੁਰਲ ਹੋਣਾ ਚਾਹੀਦਾ, ਅੱਧਾ ਕੱਚਾ ਅੱਧਾ ਪੱਕਾ। ਫਿਰ ਆਪਣਾ ਦਵਾ ਪੌਦਿਆਂ ਦਾ ਗਿਆਨ ਵਧਾਉਣਾ ਤਾਂ ਕਿ ਉਹ ਸਾਡਾ ਠੀਕ ਠਾਕ ਉਹਦੇ ਸਿਰ 'ਤੇ ਅਸੀਂ ਠੀਕ ਠਾਕ ਰਹਿ ਸਕਦੇ ਹਾਂ। ਜੇ ਸਾਡਾ ਤੀਜਾ ਕੰਮ ਹੈ ਜਾਂ ਵਰਜਿਸ਼ ਹੈ। ਚੌਥਾ ਆਪਣਾ ਮਾਈਂਡ ਮੈਨੇਜਮੈਂਟ ਹੈ ਕਿ ਆਪਣੇ ਮਨ ਨੂੰ ਸਹਿਜ 'ਚ ਰੱਖਣਾ ਅਤੇ ਉਹ ਪਰਮਾਤਮਾ ਨਾਲ ਜੋੜ ਕੇ ਰੱਖਣਾ। ਤਾਂ ਇਹ ਕਿਤੇ ਨਾ ਕਿਤੇ ਭਟਕਣ ਨਹੀਂ ਦੇਣਾ ਉਹਨੂੰ। ਕੋਈ ਭਟਕਿਆ ਮਨ ਜਿਹੜਾ ਹੁੰਦਾ ਬਹੁਤ ਤਣਾਅ 'ਚ ਆ ਜਾਂਦਾ ਅਤੇ ਤਣਾਅ 'ਚ ਜਿਹੜਾ ਜਦੋਂ ਮਨੁੱਖ ਆ ਗਿਆ ਤਾਂ ਉਹ ਸਮਝੋ ਸਾਰੇ ਜੋ ਆਪਾਂ ਬੋਲਿਆ ਉਹ ਸਾਰੇ ਕੁਝ ਟੁੱਟ ਗਿਆ। ਤਣਾਅ 'ਚ ਮਨੁੱਖ ਦਾ ਨਾ ਤਾਂ ਪਰਮਾਤਮਾ ਨਾਲ ਕੋਈ ਰਿਸ਼ਤਾ, ਨਾ ਉਹਦਾ ਕੁਦਰਤ ਨਾਲ ਕੋਈ ਰਿਸ਼ਤਾ, ਨਾ ਉਹਦੇ ਆਪਣੇ ਆਪ ਨਾਲ, ਨਾ ਪਰਿਵਾਰ ਨਾਲ। ਤਾਂ ਸਾਰੇ ਰਿਸ਼ਤੇ ਤੋੜਤੇ ਉਹਨੇ। ਜਦੋਂ ਬੰਦਾ ਤਣਾਅ 'ਚ ਆ ਜਾਂਦਾ ਹੈ ਤਾਂ ਉਹ ਲਗਭਗ ਉਹਦੇ ਸਾਰੇ ਰਿਸ਼ਤੇ ਟੁੱਟ ਜਾਂਦੇ ਆ ਜਾਂ ਕਮਜ਼ੋਰ ਪੈ ਜਾਂਦੇ ਆ। ਉੱਥੇ ਆ ਕੇ ਫਿਰ ਉਹ ਬਹੁਤ ਗਲਤੀਆਂ ਕਰਦਾ, ਬਹੁਤ ਬਲੰਡਰਾਂ ਮਾਰਦਾ। ਉਹ ਬਲੰਡਰਾਂ ਤੋਂ ਬਚਣਾ ਚਾਹੀਦਾ। ਅਤੇ ਉਹ ਬਲੰਡਰਾਂ ਮੇਰੇ ਖਿਆਲ ਜਿਹੜੀਆਂ ਜਦੋਂ ਤੁਸੀਂ ਸਹਿਜ 'ਚ ਹੁੰਦੇ ਹੋ, ਤਣਾਅ ਰਹਿਤ ਹੁੰਦੇ ਹੋ, ਜਿਹੜਾ ਰਿਲੈਕਸਡ ਮਾਈਂਡ ਹੁੰਦਾ, ਬਿਊਟੀਫੁਲ ਮਾਈਂਡ ਹੁੰਦਾ। ਜਿਹੜਾ ਟੈਂਸ ਮਾਈਂਡ ਹੁੰਦਾ ਬਹੁਤ ਹੀ ਅਗਲੀ ਮਾਈਂਡ ਹੁੰਦਾ, ਬਹੁਤ ਗੰਦਾ ਮਾਈਂਡ ਹੁੰਦਾ। ਸੋ ਕਦੀ ਵੀ ਟੈਨਸ਼ਨ 'ਚ ਨਹੀਂ ਆਉਣਾ ਅਤੇ ਨਾ ਕੋਈ ਟੈਨਸ਼ਨ 'ਚ ਆਉਣ ਦੀ ਲੋੜ ਹੁੰਦੀ ਆ। ਇਸ ਕਰਕੇ ਆਪਾਂ ਜਿਹੜਾ ਹੈ ਇਹ ਜਿਹੜਾ ਸਟਰੈਸ ਹੈ ਇਹ ਵੀ ਬਹੁਤ ਮਾੜਾ। ਸੋ ਇੱਦਾਂ ਮੇਰੇ ਖਿਆਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਕੀ ਗਲਤੀਆਂ ਕਰਦੇ ਹਾਂ ਅਤੇ ਉਹ ਮੇਰੇ ਖਿਆਲ 'ਚ ਆਪਣੀ ਹਰ ਐਪੀਸੋਡ 'ਚ ਹੀ ਆਪਾਂ ਉਹਦੀ ਗੱਲ ਕਰਿਆ ਕਰਾਂਗੇ ਕਿ ਕਿਹੜੀ ਗਲਤੀ ਕਰਕੇ ਜਿਹੜੀ ਇਹ ਬਿਮਾਰੀ ਆ ਰਹੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਵਿੱਚ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਇਸ ਵਾਅਦੇ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਕਿ ਤੁਸੀਂ ਇਹ ਦੱਸੋ ਕਿ ਆਪਾਂ ਅਗਲੀ ਵਾਰ ਦਰਸ਼ਕਾਂ ਨੂੰ ਜਿਹੜੀ ਹੈ ਉਹ ਕਿਸ ਵਿਸ਼ੇ 'ਤੇ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਕਿ ਉਹਨਾਂ ਦੇ ਅੰਦਰ ਜਿਗਿਆਸਾ ਵੀ ਬਣੇ ਅਤੇ ਉਹ ਆਪਣੇ ਪ੍ਰਸ਼ਨ ਵੀ ਤਿਆਰ ਕਰਕੇ ਸਾਡੇ ਇਸ ਕਮੈਂਟ ਬਾਕਸ ਦੇ ਵਿੱਚ ਪਹਿਲਾਂ ਹੀ ਦੇ ਦੇਣ ਵੀ ਇਸ ਵਿਸ਼ੇ ਦੇ ਸੰਬੰਧ ਵਿੱਚ ਸਾਡਾ ਸਵਾਲ ਇਹ ਹੈ, ਇਹ ਵੀ ਜ਼ਰੂਰ ਪੁੱਛ ਲਿਓ। ਫਿਰ ਆਪਾਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਸਵਾਲ ਜ਼ਰੂਰ ਪੁੱਛਾਂਗੇ। ਮੈਂ ਸਮਝਦਾ ਕਿ ਆਪਾਂ ਨੂੰ ਕੀਟਾਣੂ ਵਾਲੀ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਇਨਫੈਕਸ਼ਨ ਦੀ, ਤੀਬਰ ਰੋਗਾਂ ਦੀ। ਤੀਬਰ ਰੋਗਾਂ 'ਚ ਕਿਹੜੀ ਦਵਾਈ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਅਤੇ ਕੀ ਵਰਤਣਾ ਚਾਹੀਦਾ। ਜੇ ਬਿਮਾਰ ਹੋ ਜਾਓ ਤਾਂ ਫਿਰ ਕੀ ਕਰਨਾ ਹੈ, ਆਪਾਂ ਇਹਦੀ ਗੱਲ ਕੰਪਲੀਟ ਕਰ ਲਾਂਗੇ ਮੇਰੇ ਖਿਆਲ 'ਚ ਵੀ ਜਿਹੜੇ ਇਨਫੈਕਸ਼ਨ ਬਿਲਕੁਲ ਉਹ ਕਿਹੜੀਆਂ ਗਲਤ ਦਵਾਈਆਂ ਵਰਤਦੇ ਹਾਂ, ਗਲਤ ਲਾਈਫ ਸਟਾਈਲ ਵਰਤਦੇ ਹਾਂ, ਗਲਤ ਢੰਗ ਵਰਤਦੇ ਹਾਂ, ਜਿਹਦੇ ਕਰਕੇ ਅਸੀਂ ਬਿਮਾਰ ਜ਼ਿਆਦਾ ਹੁੰਦੇ ਹਾਂ। ਅਤੇ ਕੀ ਨਹੀਂ ਕਰਨਾ ਚਾਹੀਦਾ, ਕੀ ਕਰਨਾ ਅਤੇ ਕੀ ਨਹੀਂ ਕਰਨਾ। ਜਿਹੜੇ ਕਰੀ ਬੈਠੇ ਨੇ ਉਹਨਾਂ ਨੂੰ ਵੀ ਸਮਝ ਆ ਜਾਏਗੀ, ਉਹ ਵੀ ਪੁੱਛ ਸਕਦੇ ਨੇ ਵੀ ਅਸੀਂ ਆਹ ਕੀਤਾ ਸੀ ਅਤੇ ਸਾਡੇ ਨਾਲ ਆਹ ਕੁਝ। ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ ਸਰ, ਨਮਸਕਾਰ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਮੈਨੂੰ ਲੱਗਦਾ ਹੈ ਕਿ ਇਹ ਅੱਜ ਦਾ ਜਿਹੜਾ ਐਪੀਸੋਡ ਹੈ ਇਹ ਗਿਆਨ ਦੀ ਗੱਲ ਤਾਂ ਹੈਗੀ ਹੈ। ਬਹੁਤ ਸਾਰੇ ਲੋਕ ਜਿਹੜੇ ਇਸ ਨੂੰ ਦੇਖ ਰਹੇ ਨੇ ਉਹ ਇਸ ਨੂੰ ਸਤਸੰਗ ਵੀ ਕਹਿਣਗੇ, ਕਿਉਂਕਿ ਪਰਮਾਤਮਾ ਦੇ ਬਹੁਤ ਨੇੜੇ ਹੋ ਕੇ ਜਿਹੜੀ ਅੱਜ ਦੀ ਇਹ ਗੱਲਬਾਤ ਕੀਤੀ ਗਈ ਹੈ। ਸਮਝਿਆ ਜਾਵੇ ਤਾਂ ਇਹ ਵਿਗਿਆਨ ਹੈ, ਸਮਝਿਆ ਜਾਵੇ ਤਾਂ ਇਹ ਸਤਸੰਗ ਹੈ। ਜਿਹੜੇ ਇਸ ਨੂੰ ਜਿਸ ਤਰੀਕੇ ਵੀ ਸਮਝਦੇ ਨੇ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਅਸੀਂ ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੰਦੇ ਹਾਂ ਵੀ ਉਹ ਇਸ ਨੂੰ ਕਿਸ ਤਰੀਕੇ ਨਾਲ ਸੋਚਦੇ ਨੇ, ਪਰ ਇਹਦਾ ਨਿਚੋੜ ਇਹ ਹੈ ਕਿ ਅਸੀਂ ਪਰਮਾਤਮਾ ਦੇ ਨੂੰ ਭੁੱਲ ਰਹੇ ਹਾਂ, ਉਹਦੇ ਕਰਕੇ ਜਿਹੜਾ ਸਾਡੇ ਨਾਲ ਹੋ ਰਿਹਾ। ਮੈਂ ਜਿਵੇਂ ਪਹਿਲਾਂ ਕਿਹਾ, ਗੁਰਬਾਣੀ ਦੀ ਤੁਕ ਹੈਗੀ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪੈ ਸਭੇ ਰੋਗ। ਰੋਗ ਸਾਨੂੰ ਤਾਂ ਹੀ ਆਉਂਦੇ ਨੇ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਉਸ ਤੋਂ ਬੇਮੁਖ ਹੋ ਜਾਂਦੇ ਹਾਂ। ਅਤੇ ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਸਾਨੂੰ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਇਹ ਬ੍ਰਹਿਮੰਡ ਦੀ ਰਚਨਾ ਹੋਈ ਆ, ਕਿਹੜੀ ਊਰਜਾ ਜਿਹੜੀ ਹੈ ਸਾਡੇ ਪੂਰੇ ਸ੍ਰਿਸ਼ਟੀ ਨੂੰ ਚਲਾ ਰਹੀ ਹੈਗੀ ਹੈ। ਸੂਰਜ ਕਿਵੇਂ ਬਣਿਆ ਹੈ, ਸੂਰਜ ਤੋਂ ਉੱਪਰ ਬਾਅਦ ਵਿੱਚ ਧਰਤੀਆਂ ਕਿਸ ਤਰ੍ਹਾਂ ਉਸ ਤੋਂ ਅਲੱਗ ਹੋਈਆਂ ਨੇ, ਸੂਰਜ ਦੀਆਂ ਧਰਤੀਆਂ ਜਿਹੜੀਆਂ ਚੱਲ ਰਹੀਆਂ ਨੇ ਉਹ ਕਿਸ ਸ਼ਕਤੀ ਨਾਲ ਚੱਲ ਰਹੀਆਂ ਨੇ, ਸੂਰਜ ਕਿਹੜੀ ਸ਼ਕਤੀ ਨਾਲ ਚੱਲ ਰਿਹਾ ਹੈ, ਸੂਰਜ ਦੇ ਵਿੱਚ ਜਿਹੜੇ ਧਰਤੀਆਂ ਬਣੀਆਂ ਨੇ ਉਹਨਾਂ ਦੇ ਉੱਤੇ ਜਿਹੜੇ ਪ੍ਰਾਣੀ ਆਏ ਨੇ ਉਹ ਕਿਸ ਦੇ ਉੱਤੇ ਡਿਪੈਂਡ ਨੇ। ਫਿਰ ਅੰਤ ਦੇ ਵਿੱਚ ਜਾ ਕੇ ਸਾਡਾ ਦਿਮਾਗ ਜਿਹੜਾ ਜਦੋਂ ਰੱਬ ਨੇ ਵਿਕਸਿਤ ਕਰਤਾ ਅਤੇ ਉਹ ਦਿਮਾਗ ਨੇ ਜਾ ਕੇ ਅੱਗੇ ਫਿਰ ਕੀ ਗੰਦ ਪਾਉਣਾ ਸ਼ੁਰੂ ਕਰਤਾ ਅਤੇ ਕਿੱਦਾਂ ਜਿਹੜੇ ਸਾਡੇ ਅੰਦਰ ਦੇ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਉਹਨਾਂ ਦਾ ਰੋਲ ਜਿਹੜਾ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਹੜਾ ਸੰਸਾਰੀ ਅਤੇ ਭੰਡਾਰੀ ਹੈ ਉਹਦਾ ਰੋਲ ਜਿਹੜਾ ਸਭ ਤੋਂ ਉੱਪਰ ਹੋਣਾ ਚਾਹੀਦਾ ਸੀ। ਜਦੋਂ ਅਸੀਂ ਸਾਰਾ ਸਿਸਟਮ ਨੂੰ ਵਿਗਾੜ ਲੈਂਦੇ ਹਾਂ ਅਤੇ ਫਿਰ ਜਿਹੜਾ ਮਹੇਸ਼ ਯਾਨੀ ਸ਼ਿਵ ਦਾ ਰੂਪ ਜਿਹੜਾ ਉਹ ਅੱਗੇ ਆਉਂਦਾ ਅਤੇ ਸਾਡਾ ਜਿਹੜਾ ਉਹ ਸਰਵਨਾਸ਼ ਹੋ ਜਾਂਦਾ। ਤਾਂ ਹੀ ਨਾਸ਼ ਹੁੰਦਾ। ਵਾਰਨਿੰਗ ਬਹੁਤ ਵਾਰ ਮਿਲਦੀ ਹੈ ਸਾਨੂੰ ਵੀ ਨਾ ਕਰੋ, ਇਹੋ ਜਿਹਾ ਗੜਬੜ ਹੋ ਜਾਏਗੀ, ਤੁਸੀਂ ਮੌਤ ਵੱਲ ਵੱਧ ਰਹੇ ਹੋ। ਪਰ ਜਦੋਂ ਇਨਸਾਨ ਦਾ ਅਹਿਮ ਅਤੇ ਇਨਸਾਨ ਦੇ ਅੰਦਰ ਜਦੋਂ ਉਸ ਨੂੰ ਕਰਨ ਦੇ ਵਿੱਚ ਜਿਹੜਾ ਇੱਕ ਜਨੂਨ ਅਤੇ ਇੱਕ ਹੰਕਾਰ ਜਿਹੜਾ ਵੀ ਮੈਂ ਜੋ ਕਰ ਰਿਹਾ ਉਹ ਠੀਕ ਹੈ, ਸੱਤਾ ਦਾ ਨਸ਼ਾ ਜਾਂ ਕੁਝ ਗਰੁੱਪਸ ਦਾ ਨਸ਼ਾ
ਉਹ ਸਾਰਾ ਦਾ ਸਾਰਾ ਜਦੋਂ ਹਾਵੀ ਹੁੰਦਾ ਤੇ ਫਿਰ ਨਾਸ਼ ਹੋਣਾ ਜਿਹੜਾ ਉਹ ਤੈਅ ਹੈ। ਤੇ ਉਹੀ ਕੁਛ ਹੁਣ ਹੋ ਰਿਹਾ ਹੈ। ਅਸੀਂ ਜਿਹੜੇ ਸਾਰੇ ਰੋਗ, ਜਿੰਨੇ ਵੀ ਰੋਗ ਜਿਹੜੇ ਹੋ ਰਹੇ ਨੇ, ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਅਹੰਕਾਰ ਦਾ ਪ੍ਰਤੀਕ ਨੇ, ਕਿਤੇ ਨਾ ਕਿਤੇ ਸਾਡੀ ਅਗਿਆਨਤਾ ਦਾ ਪ੍ਰਤੀਕ ਨੇ, ਕਿਤੇ ਨਾ ਕਿਤੇ ਸਾਡੀਆਂ ਬੇਵਕੂਫੀਆਂ ਦਾ ਪ੍ਰਤੀਕ ਨੇ। ਇਹ ਜਿਹੜਾ ਭਾਵੇਂ ਇਸ ਨੂੰ ਤੁਸੀਂ ਵਿਗਿਆਨ ਸਮਝ ਲਓ, ਭਾਵੇਂ ਤੁਸੀਂ ਇਸ ਨੂੰ ਸਤਸੰਗ ਸਮਝ ਲਓ, ਪਰ ਮਕਸਦ ਸਾਡਾ ਇਹ ਹੈ ਕਿ ਤੁਹਾਡੇ ਤੱਕ ਜਿਹੜਾ ਉਹ ਜਾਣਕਾਰੀ ਪਹੁੰਚਾਉਣਾ ਕਿ ਕਿੱਥੇ ਖੜੋਤ ਹੈ, ਕਿੱਥੇ ਗਲਤੀ ਹੈ, ਤਾਂ ਕਿ ਜਿਹੜਾ ਅਸੀਂ ਇਸ ਨੂੰ ਸਮਝੀਏ ਤੇ ਸਮਝਣ ਤੋਂ ਬਾਅਦ ਅਸੀਂ ਉਹ ਬੇਵਕੂਫੀਆਂ ਨਾ ਕਰੀਏ ਜਿਹਦੇ ਨਾਲ ਅਸੀਂ ਆਪਣਾ ਆਪ ਵੀ ਜਿਹੜਾ ਉਹ ਖਰਾਬ ਕਰ ਰਹੇ ਹਾਂ, ਸ਼ਿਵ ਦੇ ਰੂਪ ਨੂੰ ਸੱਦਾ ਦੇ ਰਹੇ ਹਾਂ, ਤੇ ਬਲਕਿ ਸਮਾਜ ਨਾਲ ਵੀ ਇੱਕ ਦੁਸ਼ਮਣੀ ਅਪਣਾ ਕੇ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਨੇ ਉਹ ਪੀੜ੍ਹੀ ਦਰ ਪੀੜ੍ਹੀ, ਜਿਵੇਂ ਜਿਸ ਤਰ੍ਹਾਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਹੋਇਆ, ਉੱਥੇ ਕਈ ਸਾਲ ਪਹਿਲਾਂ, ਕਈ ਦਹਾਕਿਆਂ ਪਹਿਲਾਂ ਜਿਹੜੇ ਐਟਮਿਕ ਬੰਬ ਜਿਹੜੇ ਉੱਥੇ ਗਿਰੇ ਨੇ, ਉਹਦੀ ਜਿਹੜੀ ਭੁਗਤ ਜਿਹੜੇ ਉਹ ਇੱਕ ਪਲ ਦੀ ਨਾ ਉਹ ਲਮਹੋਂ ਨੇ ਖਤਾ ਕੀ ਔਰ ਸਦੀਆਂ ਨੇ ਸਜ਼ਾ ਪਾਈ, ਉਹ ਲਮਹਿਆਂ ਦੇ ਵਿੱਚ ਜਿਹੜੀ ਗਲਤੀ ਹੋਈ ਆ, ਅੱਜ ਉਹ ਜਿਹੜੀ ਹੈ ਅੱਜ ਤੱਕ ਜਿਹੜੀ ਉਹ ਸਜ਼ਾ ਮਿਲ ਰਹੀ ਹੈ। ਤੇ ਇਹੋ ਕੁਛ ਅਸੀਂ ਕਰ ਰਹੇ ਹਾਂ। ਜੋ ਅਸੀਂ ਗਲਤੀਆਂ ਕਰਦੇ ਹਾਂ ਉਹਦੇ ਨਾਲ ਪੂਰੇ ਸਮਾਜ ਦੇ ਉੱਤੇ ਫਰਕ ਪੈਂਦਾ, ਪੂਰਾ ਸਮਾਜ ਜਿਹੜਾ ਉਸਦੀ ਸਜ਼ਾ ਭੁਗਤਦਾ ਹੈ। ਤੇ ਜਦੋਂ ਇਸ ਤਰ੍ਹਾਂ ਦੀ ਬੇਵਕੂਫੀ ਹੁੰਦੀ ਹੈ ਤੇ ਪਰਮਾਤਮਾ ਸਾਡੇ ਤੋਂ ਨਾਰਾਜ਼ ਹੁੰਦਾ ਤੇ ਫਿਰ ਸਾਡਾ ਸਰਵਨਾਸ਼ ਜਿਹੜਾ ਉਹ ਤੈਅ ਹੈ। ਅਗਲੀ ਵਾਰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ, ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਇੱਕ ਵਾਅਦਾ ਕੀਤਾ ਕਿ ਤੀਵਰ ਰੋਗ ਜਿਹੜੇ ਸਾਡੇ ਦੋਸਤ ਨੇ, ਕਿਹੜੀਆਂ ਬੇਵਕੂਫੀਆਂ ਕਰਕੇ ਅਸੀਂ ਉਹਨਾਂ ਨੂੰ ਵਿਗਾੜ ਲੈਂਦੇ ਹਾਂ, ਕਿਹੜੀਆਂ ਦਵਾਈਆਂ ਲੈ ਲੈਂਦੇ ਹਾਂ, ਕੀ ਅਜਿਹਾ ਕਰ ਲੈਂਦੇ ਹਾਂ ਕਿ ਜਿਹੜੇ ਉਹ ਰੋਗ ਨੇ ਉਹ ਸਾਡਾ ਸਰਵਨਾਸ਼ ਕਰਨ ਵੱਲ ਵੱਧ ਪੈਂਦੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਨਾ ਸਿਰਫ ਇਸ ਵੀਡੀਓ ਸੰਬੰਧ ਕਿ ਇਸ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਆਪਣੀ ਰਾਏ ਦੇਣਾ, ਬਲਕਿ ਆਉਣ ਵਾਲਾ ਜਿਹੜਾ ਅਸੀਂ ਤੁਹਾਨੂੰ ਟੌਪਿਕ ਦੱਸਿਆ ਉਸ ਵਿਸ਼ੇ ਦੇ ਉੱਤੇ ਵੀ ਤੁਸੀਂ ਆਪਣਾ ਸਵਾਲ, ਆਪਣੀ ਜਿਹੜੇ ਜੋ ਤਜਰਬਾ ਤੁਹਾਡਾ, ਤੁਸੀਂ ਹੁਣ ਤੱਕ ਜੋ ਕੁਝ ਤੀਵਰ ਰੋਗਾਂ ਨੂੰ ਖਰਾਬ ਕਰਨ ਦੇ ਵਿੱਚ ਤੁਸੀਂ ਤਜਰਬਾ ਹਾਸਲ ਕੀਤਾ, ਉਹ ਵੀ ਸਾਡੇ ਨਾਲ ਸਾਂਝਾ ਕਰੀਏ। ਅਸੀਂ ਤੁਹਾਡਾ ਨਾਮ ਲੈ ਕੇ, ਤੁਹਾਡਾ ਨਾਮ, ਤੁਹਾਡੇ ਸ਼ਹਿਰ ਦਾ ਨਾਮ ਲੈ ਕੇ ਦੱਸਾਂਗੇ, ਡਾਕਟਰ ਅਮਰ ਸਿੰਘ ਆਜ਼ਾਦ ਤੋਂ ਸਵਾਲ ਕਰਾਂਗੇ ਤੇ ਤੁਹਾਡੇ ਤੱਕ ਉਹ ਜਾਣਕਾਰੀ ਜ਼ਰੂਰ ਪਹੁੰਚਾਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।